ਜਿਹੜੀ ਰੀਜਨਲ ਫੋਰਸਸ ਹੈ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡੀ ਤਾਕਤ ਮੰਨਿਆ ਜਾਂਦਾ ਸੀ। ਲੋਕ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਖਤਮ ਹੋਣਾ ਪੰਜਾਬ ਦੇ ਲਈ ਵੀ ਖਤਰੇ ਦੀ ਘੰਟੀ ਹੈ। ਇਹ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੈ ਕਿ ਸ਼੍ਰੋਮਣੀ ਅਕਾਲੀ ਦਲ ਔਰ ਪੰਜਾਬ ਨੂੰ ਔਰ ਸਿੱਖਾਂ ਨੂੰ ਅਲੱਗ-ਅਲੱਗ ਕਰਕੇ ਦੇਖਿਆ ਹੀ ਨਹੀਂ ਜਾ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿੰਦਾ ਰਹਿਣਾ ਸਿੱਖੀ ਲਈ ਵੀ ਤੇ ਪੰਜਾਬੀਅਤ ਲਈ ਵੀ ਲਾਜ਼ਮੀ ਸ਼ਰਤ ਹੈ। ਹੁਣ ਲੋਕਾਂ ਦੀ ਸਲਾਹਾਂ ਇਹ ਜਾ ਰਹੀਆਂ ਸੱਥਾਂ ਦੇ ਵਿੱਚ ਹੁੰਦੀਆਂ ਕਿ ਬਾਦਲ ਪਰਿਵਾਰ ਨੂੰ ਪਾਸੇ ਕਰ ਦਿੱਤਾ ਜਾਵੇ ਤੇ ਸ਼੍ਰੋਮਣੀ ਅਕਾਲੀ ਦਲ ਸਰਵਾਈਵ ਕਰ ਸਕਦਾ ਹੈ। ਇਕਬਾਲ ਸਿੰਘ ਝੁੰਦਾ ਹੋਰਾਂ ਦੀ ਰਿਪੋਰਟ ਕੀ ਕਹਿੰਦੀ? ਉਸ ਰਿਪੋਰਟ ਵਿੱਚ ਬਾਦਲਾਂ ਦਾ ਜ਼ਿਕਰ ਹੈ। ਤੀਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਆਇਆ, 3 ਸੀਟਾਂ ਰਹਿ ਗਈਆਂ। ਅਸੈਂਬਲੀ ਇਲੈਕਸ਼ਨਸ ਦਾ ਤੇ ਤੁਸੀਂ ਪਰਸੈਂਟੇਜ ਕੱਢੋ, ਫਿਰ ਸੰਗਰੂਰ ਬਾਈ ਇਲੈਕਸ਼ਨ ਦਾ ਪਰਸੈਂਟੇਜ ਡਾਊਨਫਾਲ। ਇਹਦੇ ਬਾਵਜੂਦ ਕਿ ਸਾਰੀਆਂ ਪਾਰਟੀਆਂ ਦਾ ਟਾਰਗੇਟ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ, ਜੇ ਅਸੀਂ ਇੰਨੇ ਕਮਜ਼ੋਰ ਹੋ ਚੁੱਕੇ ਹਾਂ ਜਾਂ ਖਤਮ ਹੋ ਚੁੱਕੇ ਹਾਂ ਜਾਂ ਸਾਡਾ ਕੋਈ ਵਜੂਦ ਹੀ ਨਹੀਂ ਹੈ, ਤੇ ਸਾਰਿਆਂ ਦੀ ਨੀਂਦ ਕਿਉਂ ਖਰਾਬ ਹੋਈ ਹੈ? ਜਿਹੜੇ ਪੰਥ ਦੇ ਸਟੇਕ ਸੀਗੇ ਲੋਕ ਇਹ ਗੱਲਾਂ ਕਰਦੇ ਆ, ਉਹ ਅਕਾਲੀ ਦਲ ਨੂੰ ਦਿੱਲੀ ਦੇ ਵਿੱਚ ਗਿਰਵੀ ਰੱਖ ਦਿੱਤੇ। ਤੁਸੀਂ ਇਹ ਵਜ੍ਹਾ ਮੰਨਦੇ ਹੋ ਕਿ ਦਿੱਲੀ ਨਾਲ ਯਾਰੀ ਤੁਹਾਨੂੰ ਮਹਿੰਗੀ ਪਈ ਹੈ? ਤੁਸੀਂ ਇਹ ਗੱਲ ਕਹੀ ਸੀ ਕਿ ਕਮਲਦੀਪ ਕੌਰ ਰਾਜੋਆਣਾ ਜੇ ਮੈਂਬਰ ਪਾਰਲੀਮੈਂਟ ਬਣਦੇ ਆ ਤਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਬਿਹਤਰ ਤਰੀਕੇ ਨਾਲ ਚੱਕ ਸਕਦੇ ਆ। ਕਿ 2 MP ਇਸ ਤੋਂ ਪਹਿਲਾਂ ਅਕਾਲੀ ਦਲ ਦੇ ਕਿ ਉਹ ਬਿਹਤਰ ਤਰੀਕੇ ਨਾਲ ਨਹੀਂ ਚੱਕ ਸਕਦੇ? ਬੀਜੇਪੀ ਤੁਹਾਡੇ ਤੋਂ ਅੱਗੇ ਜਾਣ ਲੱਗ ਪਈ, ਬੀਜੇਪੀ ਦੇ ਵੋਟ ਤੁਹਾਡੇ ਨਾਲ ਅੱਗੇ ਹੋ ਗਏ। ਬੀਜੇਪੀ ਨਾਲ ਜਿਹੜਾ ਗੱਠਜੋੜ ਤੁਹਾਡਾ ਟੁੱਟਣਾ, ਕਿ ਤੁਸੀਂ ਉਹਨੂੰ ਕਾਹਲੀ ਚ ਲਿਆ ਫੈਸਲਾ ਮੰਨਦੇ ਹੋ ਜਾਂ ਸੋਚਿਆ ਸਮਝਿਆ ਫੈਸਲਾ ਮੰਨਦੇ ਹੋ? ਬੀਜੇਪੀ ਨਾਲ ਹੁਣ ਅਕਾਲੀ ਦਲ ਵਾਪਸ ਜਾ ਰਿਹਾ ਕਿਉਂਕਿ ਰਾਸ਼ਟਰਪਤੀ ਚੋਣਾਂ ਦੇ ਵਿੱਚ ਤੁਸੀਂ ਕਾਂਗਰਸ ਨਾਲ ਤਾਂ ਜਾ ਨਹੀਂ ਸਕਦੇ। ਇਹਨਾਂ ਨੂੰ ਲੱਗਦਾ ਕਿ ਬੀਜੇਪੀ ਤੋਂ ਬਿਨਾਂ ਸਾਡਾ ਸਰਵਾਈਵਲ ਨਹੀਂ ਚੱਲਦਾ। ਸਾਡੇ ਕੋਲ ਦੋ ਹੀ ਆਪਸ਼ਨ ਸੀਗੇ, ਜ਼ਮੀਰ ਨੂੰ ਮਾਰ ਕੇ ਜਾਈਏ ਤਾਂ ਜਾਈਏ। ਮਾਈਨੋਰਿਟੀ ਸੇਫ ਹੈ ਦੇਸ਼ ਵਿੱਚ, ਮਾਈਨੋਰਿਟੀਜ਼ ਨੂੰ ਸੇਵ ਕਰਨ ਲਈ ਹੀ ਸ਼੍ਰੋਮਣੀ ਅਕਾਲੀ ਦਲ ਲੜਦਾ ਆ ਰਿਹਾ। ਬੇਅਦਬੀ ਦਾ ਮੁੱਦਾ ਤੁਹਾਡੇ ਤੇ ਭਾਰੂ ਪੈ ਗਿਆ। ਲੋਕਾਂ ਦੇ ਵਿੱਚ ਤਾਂ ਚਰਚਾ ਇਹ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਸੋਨੇ ਦਾ ਬਣ ਕੇ ਵੀ ਖੜਾ ਹੋ ਜਾਵੇ ਤਾਂ ਲੋਕ ਉਹਨਾਂ 'ਤੇ ਵਿਸ਼ਵਾਸ ਕਰਨ ਪਿਆ। ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ KP ਸਿੰਘ। ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। ਸ਼੍ਰੋਮਣੀ ਅਕਾਲੀ ਦਲ ਇਹ ਉਹ ਨਾਮ ਹੈ ਜਿਹੜਾ ਦੇਸ਼ ਦੀ ਸਿਆਸਤ ਦੇ ਵਿੱਚ ਕਾਂਗਰਸ ਤੋਂ ਬਾਅਦ ਦੂਜੇ ਨੰਬਰ ਤੇ ਲਿਆ ਜਾਂਦਾ ਹੈ। ਬਹੁਤ ਪੁਰਾਣੀ ਪਾਰਟੀ, 100 ਸਾਲ ਪੁਰਾਣਾ ਇਤਿਹਾਸ, ਪਰ ਅੱਜ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤ ਹੈ, ਬਹੁਤ ਮੰਥਨ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ, ਰਿਪੋਰਟਾਂ ਵੀ ਤਿਆਰ ਕਰ ਰਹੀ ਹੈ, ਪਰ ਉਸ ਰਿਪੋਰਟਾਂ ਦੇ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਕੀ ਆ ਰਿਹਾ, ਸਵਾਲ ਬਹੁਤ ਸਾਰੇ ਆ। ਤੇ ਇਹਨਾਂ ਸਵਾਲਾਂ ਦਾ ਜਵਾਬ ਦੇਣ ਦੇ ਲਈ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਐਡਵਾਈਜ਼ਰ ਰਹੇ, ਸਲਾਹ ਕਰ ਰਹੇ ਨੈਸ਼ਨਲ ਅਫੇਅਰਸ ਦੇ, ਸੁਖਬੀਰ ਸਿੰਘ ਬਾਦਲ ਜਿਹੜੇ ਪ੍ਰੈਜ਼ੀਡੈਂਟ ਹੈ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਦੇ ਪ੍ਰਿੰਸੀਪਲ ਐਡਵਾਈਜ਼ਰ ਹਰਚੰਦ ਸਿੰਘ ਬੈਂਸ ਇਸ ਵਕਤ ਸਾਡੇ ਨਾਲ ਮੌਜੂਦ ਹੈ। ਕਿਹਾ ਬੈਂਸ ਸਾਹਿਬ ਨੇ ਜਰਨਲਿਜ਼ਮ ਕੀਤੀ, ਐਕਟਿਵ ਜਰਨਲਿਜ਼ਮ ਤਕਰੀਬਨ 2 ਦਹਾਕੇ। ਇਸ ਤੋਂ ਇਲਾਵਾ ਉਹਨਾਂ ਨੇ ਫ੍ਰੀਲੈਂਸ ਜੇ ਜਰਨਲਿਜ਼ਮ ਦਾ ਉਹਨਾਂ ਕਰੀਅਰ ਗਣੀਏ ਤਾਂ ਤਕਰੀਬਨ 4 ਦਹਾਕੇ। ਤੇ ਇਸ ਤੋਂ ਇਲਾਵਾ ਉਹਨਾਂ ਨੇ ਕਮੈਂਟਰੀ ਕੀਤੀ ਹੈ, ਪ੍ਰੋਫੈਸਰ ਰਹੇ ਨੇ, ਬੱਚਿਆਂ ਨੂੰ ਪੜ੍ਹਾਇਆ, ਤੇ ਉਹਨਾਂ ਦੇ ਵਿਦਿਆਰਥੀ ਇਸ ਵਕਤ ਪੱਤਰਕਾਰਤਾ ਦੇ ਵਿੱਚ ਵੱਡੇ ਵੱਡੇ ਮੁਕਾਮ ਹਾਸਲ ਕਰ ਚੁੱਕੇ ਆ। ਪਰ ਸਲਾਹਕਾਰ ਦੇ ਤੌਰ ਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕੀ ਸਲਾਹਾਂ ਦਿੱਤੀਆਂ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਦੁਬਾਰਾ ਸੋਚ ਰਿਹਾ ਜਾਂ ਨਹੀਂ ਸੋਚ ਰਿਹਾ? ਬਹੁਤ ਸਾਰੇ ਸਵਾਲ ਉਹਨਾਂ ਨੂੰ ਕਰਨੇ ਆ। ਹਰਚੰਦ ਸਿੰਘ ਬੈਂਸ ਸਾਡੇ ਨਾਲ। ਬੈਂਸ ਸਾਹਿਬ ਸਵਾਗਤ ਹੈ ਸਰ ਤੁਹਾਡਾ। ਸਤਿ ਸ਼੍ਰੀ ਅਕਾਲ। ਬਹੁਤ ਮਿਹਰਬਾਨੀ ਜੀ। ਕੀ ਹਾਲ ਹੈ ਤੁਹਾਡਾ? ਗ੍ਰੇਟ। ਅਕਾਲੀ ਦਲ ਦਾ ਹਾਲ ਠੀਕ ਨਹੀਂ ਗਾ? ਐਬਸੋਲੂਟਲੀ ਗ੍ਰੇਟ, ਬਿਕਾਜ਼ ਹੀ ਅਰੂਜ਼ਾ ਜਵਾਲ ਜਿਹੜੇ ਨੇ ਉਹ ਆਉਂਦੇ ਰਹਿੰਦੇ ਨੇ, ਉਤਰਾਅ ਚੜ੍ਹਾਅ ਨੂੰ ਕਹਿੰਦੇ ਆਪਾਂ, ਉਹ ਹਰੇਕ ਜ਼ਿੰਦਗੀ ਦਾ ਹਿੱਸਾ ਨੇ। ਔਰ ਅਸਲੀ ਤੁਸੀਂ ਤਾਂ ਜਾਣਦੇ ਹੋ ਕਿ ਮਰਦ ਮੁਜਾਹਦ ਉਹਨੂੰ ਹੀ ਕਹਿੰਦੇ ਆ ਜਿਹੜੇ ਕਿ ਔਖੇ ਹਾਲਾਤ ਦੇ ਵਿੱਚ ਠੰਡੇ ਦਿਮਾਗ ਨਾਲ ਲੜਦਾ ਜਾਣਦਾ ਹੋਵੇ। ਤਾਂ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਵੀ ਬਹੁਤ ਸਟੋਰਮਸ ਦੇਖੇ ਨੇ, ਅਸੀਂ ਉਹ ਵਕਤ ਵੀ ਦੇਖੇ ਨੇ ਜਦੋਂ ਅਸੀਂ ਇਲੈਕਸ਼ਨਾਂ ਤੋਂ ਹੀ ਬਾਹਰ ਕਰ ਦਿੱਤੇ ਗਏ ਸੀ 27 ਬੰਦੇ ਸ਼ਹੀਦ ਕਰਾਉਣ ਤੋਂ ਬਾਅਦ ਵੀ। ਤਾਂ ਉਹ ਸਮਾਂ ਵੀ ਜਿਹੜਾ ਹੈਗਾ, ਫਿਰ ਇੱਕ ਐਸਾ ਸਮਾਂ ਵੀ ਆਇਆ ਸੀ ਲੋਕੀ ਕਹਿੰਦੇ ਸੀ ਕਿ ਮਿਲੀਟੈਂਸੀ ਆ ਗਈ ਹੈ, ਹੁਣ ਤਾਂ ਰੈਡੀਕਲਿਜ਼ਮ ਆ ਗਈ ਹੈ, ਅਕਾਲੀ ਦਲ ਤਾਂ ਮਾਰਜਨਲਾਈਜ਼ ਹੋ ਗਿਆ, ਇਹ ਹੁਣ ਕਦੇ ਰਿਵਾਈਵ ਕਰ ਹੀ ਨਹੀਂ ਸਕਦੇ, ਇਸ ਦਾ ਪ੍ਰਕਾਸ਼ ਸਿੰਘ ਬਾਦਲ ਮੁੜ ਕੇ ਪੋਲੀਟਿਕਸ 'ਚ ਨਹੀਂ ਆ ਸਕਦੇ। ਮੈਂ ਉਹ ਦਿਨ ਵੀ ਦੇਖੇ ਉਹਨਾਂ ਦੇ ਨਾਲ ਰਹਿ ਕੇ ਕਿ ਜਦੋਂ ਸਾਰਾ ਦਿਨ ਅਸੀਂ 9 ਸੈਕਟਰ ਕੋਠੀ ਬੈਠੇ ਰਹਿੰਦੇ ਸੀ ਔਰ ਕੋਈ ਦਿਨ 'ਚ 2 ਜਾਂ 3 ਬੰਦੇ ਮਿਲਣ ਆਉਂਦੇ ਹੁੰਦੇ ਸੀ। ਉਸ ਤੋਂ ਬਾਅਦ ਗੁਰੂ ਦੀ ਕਿਰਪਾ ਹੋਈ ਕਿ 1997 ਤੋਂ ਪਹਿਲਾਂ ਦੁਬਾਰਾ ਜਿਹਨੂੰ ਅਸੀਂ ਕਹਿੰਦੇ ਹਾਂ ਰੂਸ ਚੜ੍ਹਾਓ ਵੱਲ ਸ਼ੁਰੂ ਹੋਇਆ ਕੰਮ, ਅਤੇ ਉਹ ਫਿਰ ਲਗਭਗ 20 ਸਾਲ ਜਿਹੜਾ ਅਸੀਂ ਬਿਲਕੁਲ ਜਿਹੜਾ ਹੈ ਗੁਰੂ ਦੀ ਕਿਰਪਾ ਦੇ ਨਾਲ, ਸੰਗਤਾਂ ਦੀ ਕਿਰਪਾ ਦੇ ਨਾਲ ਰਹੇ। ਉਹ ਤੋਂ ਬਾਅਦ ਫਿਰ ਇੱਕ ਇਹ ਗੱਲ ਹੁੰਦਾ, ਇੱਕ ਫਟੀਕ ਹੁੰਦੀ ਹੈ, ਵੋਟਰ ਫਟੀਕ ਵੀ ਅਸੀਂ ਕਹਿ ਦਿੰਦੇ ਹਾਂ ਕਿ ਕੋਈ ਬੰਦਾ ਕਾਫੀ ਦੇਰ ਤੋਂ ਇਸ ਤਰ੍ਹਾਂ ਆ ਰਿਹਾ, ਅਤੇ ਉਹ ਕਈ ਵਾਰੀ ਲੋਕ ਚੇਂਜ ਚਾਹੁੰਦੇ ਹੁੰਦੇ ਆ। ਕੁਛ ਇਸ ਤਰ੍ਹਾਂ ਦੀਆਂ ਗੱਲਾਂ, ਕੁਛ ਹੋਰ ਗੱਲਾਂ ਜਿਹੜੀਆਂ ਹੁੰਦੀਆਂ ਨੇ, ਕੁਛ ਇੰਟਰਨਲ ਗੱਲਾਂ ਹੁੰਦੀਆਂ ਨੇ, ਕੁਛ ਐਕਸਟਰਨਲ ਫੈਕਟਰਸ ਹੁੰਦੇ ਨੇ, ਉਹਦੇ ਕਰਕੇ ਤੁਹਾਡੇ 'ਤੇ ਕਈ ਵਾਰੀ ਇਸ ਤਰ੍ਹਾਂ ਦੇ ਚੈਲੰਜਸ ਆਉਂਦੇ ਨੇ। ਸੋ ਆਈ ਕੰਸੀਡਰ ਦਿਸ ਪੀਰੀਅਡ, ਆ ਜਿਹੜਾ ਮੌਕਾ ਇਸ ਵੇਲੇ ਚੱਲ ਰਿਹਾ ਹੈ, ਮੈਂ ਇਹਨੂੰ ਸਮਝਦਾ ਕਿ ਵੰਗਾਰ ਦਾ, ਲਲਕਾਰ ਦਾ ਸਮਾਂ ਹੈ, ਔਰ ਲਲਕਾਰ ਨੂੰ ਐਕਸੈਪਟ ਜੇ ਕਰਨਾ ਅਕਾਲੀ ਦਲ ਨਹੀਂ ਜਾਣਦਾ ਤਾਂ ਮੈਂ ਸਮਝਦਾ ਕੋਈ ਪਾਰਟੀ ਵੀ ਨਹੀਂ ਜਾਣਦੀ। ਸੋ ਦੈਟਸ ਹਾਊ ਆਈ ਲੁੱਕ ਐਟ ਇਟ। ਬੇਸਿਕਲੀ ਮਿਸਟਰ ਬੈਂਸ ਸਵਾਲ ਇਹ ਹੈ ਕਿ ਜਿਹੜੀ ਰੀਜਨਲ ਫੋਰਸਸ ਹੈ
ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡੀ ਤਾਕਤ ਮੰਨਿਆ ਜਾਂਦਾ ਸੀ। ਅੱਜ ਵੀ ਲੋਕ ਕਹਿੰਦੇ ਆ, ਮੈਂ ਸੱਥਾਂ ਦੀ ਗੱਲ ਕਰ ਰਿਹਾ, ਲੋਕ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਖਤਮ ਹੋਣਾ ਪੰਜਾਬ ਦੇ ਲਈ ਵੀ ਖਤਰੇ ਦੀ ਘੰਟੀ ਹੈ। ਤੁਹਾਨੂੰ ਲੱਗਦਾ? ਆਪਣੇ ਆਪ 'ਚ ਇਹ ਜਿਹੜਾ ਐਡਮਿਸ਼ਨ ਆ ਆਪਣੇ ਆਪ 'ਚ ਸਾਡੇ ਵਿਰੋਧੀਆਂ ਨੂੰ ਵੀ ਕਰਨਾ ਪੈ ਰਿਹਾ, ਇਹ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੈ ਕਿ ਸ਼੍ਰੋਮਣੀ ਅਕਾਲੀ ਦਲ ਔਰ ਪੰਜਾਬ ਨੂੰ ਔਰ ਸਿੱਖਾਂ ਨੂੰ ਅਲੱਗ-ਅਲੱਗ ਕਰਕੇ ਦੇਖਿਆ ਹੀ ਨਹੀਂ ਜਾ ਸਕਦਾ। ਬਲਕਿ ਤੁਸੀਂ ਦੇਖੋ ਜੇ ਪਿਛਲੇ 100 ਸਾਲ ਦੀ ਹਿਸਟਰੀ ਤੁਸੀਂ ਦੇਖੋਗੇ ਤੇ ਪੰਜਾਬ ਦੀ ਹਿਸਟਰੀ ਔਰ ਸਿੱਖ ਹਿਸਟਰੀ ਬੇਸਿਕਲੀ ਅਕਾਲੀ ਦਲ ਦਾ ਇਤਿਹਾਸ ਹੈ। ਤੁਸੀਂ ਦੇਖੋ ਜੇ ਜਿੰਨੇ ਵੀ ਮੋਰਚੇ ਲੱਗੇ, ਚਾਬੀਆਂ ਦਾ ਮੋਰਚਾ ਜਾਂ ਤੁਸੀਂ ਜੈਤੋ ਦਾ ਮੋਰਚਾ ਜਾਂ ਤੁਸੀਂ ਨਨਕਾਣਾ ਸਾਹਿਬ, ਕਿਤੇ ਵੀ ਤੁਸੀਂ ਦੇਖੋ ਕੁਛ ਵੀ, ਜਾਂ ਬੱਬਰ ਅਕਾਲੀ ਲਹਿਰ ਚੱਲੀ ਜਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਸਾਰਾ ਹੈ ਲਹਿਰ ਚੱਲੀ, ਜੋ ਵੀ ਤੁਸੀਂ ਦੇਖਦੇ ਆਜ਼ਾਦੀ ਦੇ ਵਿੱਚ ਤੁਸੀਂ ਦੇਖਦੇ ਹੋ, ਤਾਂ ਉਹ ਸਾਰੇ ਦੇ ਵਿੱਚ ਤੁਹਾਨੂੰ ਲੱਗਦਾ ਕਿ ਪੰਜਾਬ ਦਾ ਇਤਿਹਾਸ, ਸਿੱਖੀ ਦਾ ਇਤਿਹਾਸ ਪਿਛਲੇ 100 ਸਾਲਾਂ 'ਚ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੀ ਹੈ, ਕਿਉਂਕਿ ਉਹ ਸਾਰਾ ਕੁਝ ਸ਼੍ਰੋਮਣੀ ਅਕਾਲੀ ਦਲ ਨਾਲ ਰਿਲੇਟਡ ਹੈ। ਇਸ ਕਰਕੇ ਇਹ ਬਿਲਕੁਲ ਸਹੀ ਅਸੈਸਮੈਂਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿੰਦਾ ਰਹਿਣਾ ਔਰ ਕਾਇਮ ਰਹਿਣਾ ਔਰ ਮਜ਼ਬੂਤ ਰਹਿਣਾ ਸਿੱਖੀ ਲਈ ਵੀ ਤੇ ਪੰਜਾਬੀਅਤ ਲਈ ਵੀ ਲਾਜ਼ਮੀ ਸ਼ਰਤ ਹੈ। ਕਿਉਂਕਿ ਜਦੋਂ ਵੀ ਦੇਖੋਗੇ ਤੁਸੀਂ, ਲਾਸਟ ਸੈਂਚੁਰੀ ਦੀ ਮੈਂ ਗੱਲ ਕਰ ਰਿਹਾ, ਕਿ ਜਦੋਂ ਵੀ ਅਕਾਲੀ ਦਲ ਚੜਾਓ ਅਰੂਜ਼ ਵੱਲ ਗਿਆ, ਪੰਜਾਬ ਵੀ ਅਰੂਜ਼ ਵੱਲ ਗਿਆ, ਮਤਲਬ ਉੱਪਰ ਆਇਆ। ਜਿਉਂ-ਜਿਉਂ ਕਦੇ ਸ਼੍ਰੋਮਣੀ ਅਕਾਲੀ ਦਲ ਨੂੰ ਟਕਰਾਓ ਜਾਂ ਚੈਲੰਜਸ ਦਾ ਸਾਹਮਣਾ ਕਰਨਾ ਪਿਆ, ਉਸ ਵੇਲੇ ਸਟੇਟ ਨੂੰ ਵੀ ਸਾਹਮਣਾ ਕਰਨਾ ਪਿਆ। ਇਹ ਆਪਾਂ ਅੱਜ ਵੀ ਦੇਖ ਰਹੇ ਹਾਂ, ਜੇ ਅਕਾਲੀ ਦਲ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਸਟੇਟ ਦਾ ਵੀ ਹਾਲ ਲਗਭਗ ਉਹੀ ਹੈ। ਬਿਕਾਜ਼ ਇਹ ਡੈਸਟਨੀ ਜਿਹੜੀ ਪੰਜਾਬ ਦੀ ਔਰ ਸਿੱਖੀ ਦੀ ਅਕਾਲੀ ਦਲ ਦੇ ਨਾਲ ਇਸ ਤਰ੍ਹਾਂ ਵੱਜੀ ਹੋਈ ਹੈ। ਜੇ ਅਸੀਂ ਉੱਪਰ ਚੜਾਓ 'ਚ ਜਾਂਦੇ ਹਾਂ ਤਾਂ ਸਟੇਟ ਵੀ ਔਰ ਸਿੱਖੀ ਵੀ ਨਾਲ ਹੀ ਚੜ੍ਹਦੀ ਹੈ। ਜੇ ਤੁਸੀਂ ਸਿੱਖੀ ਦੀ ਗੱਲ ਕਿਉਂ ਕਰਦੇ ਹੋ? ਮੈਂ ਇਸ ਕਰਕੇ ਕਰਦਾ ਕਿਉਂਕਿ ਗੁਰੂ ਸਾਹਿਬਾਨ ਨੇ ਤਾਂ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਸੀ ਗੁਰੂ ਸਾਹਿਬ ਦੇ ਫਲਸਫੇ ਦੀ ਗੱਲ ਕਰਦੇ। ਜਦੋਂ ਮੈਂ ਸਿੱਖੀ ਦੀ ਹੁਣ ਇਹ ਸਾਰੀ ਇੰਟਰਵਿਊ 'ਚ ਸਿੱਖੀ ਦੀ ਗੱਲ ਕਰਾਂਗਾ ਤਾਂ ਤੁਸੀਂ ਮੰਨ ਕੇ ਚੱਲਿਓ ਕਿ ਮੈਂ ਸਰਬੱਤ ਦੇ ਭਲੇ ਦੀ ਹੀ ਗੱਲ ਕਰ ਰਿਹਾ, ਕਿ ਦੈਟ ਇਜ਼ ਹਾਊ ਵੀ ਲੁੱਕ ਐਟ ਦਿਸ। ਅਸੀਂ ਜਦੋਂ ਕਹਿੰਦੇ ਹਾਂ ਸਿੱਖੀ ਦੀ ਗੱਲ ਕਰ ਰਹੇ ਹਾਂ ਜਾਂ ਪੰਥ ਦੀ ਗੱਲ ਕਰ ਰਹੇ ਹਾਂ, ਤਾਂ ਪੰਥ ਇੱਕ ਮਾਰਗ ਹੈ, ਪੰਥ ਮਾਰਗ ਨੂੰ ਹੀ ਕਹਿੰਦੇ ਆ। ਉਹ ਮਾਰਗ ਕੀ ਹੈ? ਜਿਹੜਾ ਕਿ ਹਰ ਪਾਸੇ ਨੂੰ ਤੁਹਾਨੂੰ ਹਰ ਮੰਜ਼ਿਲਾਂ ਵੱਲ ਨੂੰ ਕਦਮ ਵਧਾਉਣ ਦੇ ਲਈ ਇਨਕਰੇਜ ਕਰਦਾ, ਕਿ ਕੋਈ ਐਕਸਕਲੂਸਿਵਿਸਟ ਰਿਲੀਜਨ ਖਾਲਸਾ ਪੰਥ ਜਾਂ ਸਿੱਖੀ ਜਿਹੜੀ ਆ ਉਹ ਇੱਕ ਐਕਸਕਲੂਸਿਵਿਸਟ ਰਿਲੀਜਨ ਹੈ ਹੀ ਨਹੀਂ। ਕਿਉਂਕਿ ਸਾਡੇ ਤੁਸੀਂ ਤਾਂ ਜਾਣਦੇ ਹੋ ਕਿ ਜਿਹੜੇ ਸਾਡੇ ਹਰਿਮੰਦਰ ਸਾਹਿਬ ਦੇ ਜਾਂ ਹੋਰ ਗੁਰਦੁਆਰਾ ਸਾਹਿਬਾਨ ਨੇ, ਗੁਰਧਾਮ ਨੇ, ਜਾਂ ਉਹਨਾਂ ਦੇ 4 ਦੀਵਾਰ ਹੋਣਾ, ਜਾਂ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇੱਕੋ ਇੱਕ ਸਕ੍ਰਿਪਚਰ ਹੈ ਦੁਨੀਆ ਦੀ, ਇੱਕੋ ਇੱਕ ਸਕ੍ਰਿਪਚਰ ਹੈ, ਹੋਰ ਕੋਈ ਨਹੀਂ। ਸਾਨੂੰ ਫਖਰ ਹੋਣਾ ਚਾਹੀਦਾ ਹੈ ਇਸ ਗੱਲ ਦੇ ਉੱਤੇ ਕਿ ਇੱਕੋ ਇੱਕ ਸਕ੍ਰਿਪਚਰ ਹੈ ਜਿਹਦੇ ਵਿੱਚ ਮੂਲ ਧਰਮ ਜਿਹਨੂੰ ਕਹਿੰਦੇ ਆ ਜੀ, ਇਹ ਇਸ ਧਰਮ ਦੇ ਬੰਦੇ ਸੀ। ਉਸ ਤੋਂ ਇਲਾਵਾ ਹੋਰਨਾਂ ਧਰਮਾਂ ਦੇ ਜਿਹੜੇ ਮਹਾਪੁਰਸ਼ ਹੋਏ ਨੇ ਉਹਨਾਂ ਦੀ ਬਾਣੀ ਦਰਜ ਹੈ। ਕਿਸੇ ਹੋਰ ਸਕ੍ਰਿਪਚਰ 'ਚ ਇਸ ਤਰ੍ਹਾਂ ਨਹੀਂ ਹੈ। ਜੇ ਇਸਲਾਮ ਦੀ ਕੁਰਾਨ ਹੈ ਉਹਦੇ 'ਚ ਕਿਸੇ ਜੂ ਦਾ ਕੁਛ ਨਹੀਂ ਹੋਏਗਾ, ਜੇ ਬਾਈਬਲ ਹੈ ਉਹਦੇ ਵਿੱਚ ਇਸਲਾਮ ਦਾ ਕੁਛ ਨਹੀਂ ਹੋਏਗਾ, ਇਸ ਤਰ੍ਹਾਂ ਹੀ ਬਾਕੀ ਧਰਮ। ਲੇਕਿਨ ਇੱਕ ਖਾਲਸਾ ਪੰਥ ਦਾ ਹੀ ਇਹ ਫਖਰ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਕਿ ਸਾਰਿਆਂ ਨੂੰ ਬਿਲੋਂਗ ਕਰ, ਸਰਬੱਤ ਦਾ ਭਲੇ ਦੀ ਸਿੰਬਲਾਈਜ਼ ਕਰਦੇ ਆ, ਉਹਦੇ ਵਿੱਚ ਸਾਰੇ ਧਰਮਾਂ ਦੀ ਬਾਣੀ ਜਿਹੜੀ ਹੈ, ਜਿਹੜੇ ਉਸ ਵੇਲੇ ਧਰਮ ਇੰਡੀਆ ਵਿੱਚ, ਪੰਜਾਬ ਦੇ ਵਿੱਚ ਉਸ ਵੇਲੇ ਪ੍ਰਚਲਿਤ ਸਨ, ਸਾਰਿਆਂ ਦੀ ਬਾਣੀ ਪੂਰੇ ਸਤਿਕਾਰ ਦੇ ਨਾਲ ਦਰਜ ਹੈ। ਚਲੋ ਮੈਂ ਬੈਂਸ ਸਾਹਿਬ ਇੱਕ ਸਵਾਲ ਤੁਹਾਨੂੰ ਕਰਨ ਜਾ ਰਿਹਾ, ਹੋ ਸਕਦਾ ਇਹ ਸਵਾਲ ਤੁਹਾਨੂੰ ਚੰਗਾ ਨਾ ਲੱਗੇ ਮੇਰਾ। ਮੈਂ ਇਹ ਸਵਾਲ, ਮੈਨੂੰ ਸਾਰੇ ਸਵਾਲ ਚੰਗੇ ਲੱਗਣਗੇ। ਚਲੋ ਚੰਗੀ ਗੱਲ ਹੈ, ਕਿਉਂਕਿ ਤੁਸੀਂ ਖੁਦ ਪੱਤਰਕਾਰਤਾ ਵਿੱਚ ਰਹੇ ਹੋ। ਬੈਂਸ ਸਾਹਿਬ, ਸਵਾਲ ਇਹ ਹੈ ਕਿ ਤੁਸੀਂ ਮਿਸਟਰ ਬਾਦਲ ਪਰਿਵਾਰ ਦੇ ਹੀ ਮੈਂ ਕਹੂੰਗਾ ਬਹੁਤ ਨੇੜਲੇ ਹੋ ਤੇ ਉਹਨਾਂ ਨੂੰ ਸਲਾਹਾਂ ਵੀ ਦਿੰਦੇ ਹੋ। ਤੁਹਾਡੇ ਤੱਕ ਲੋਕਾਂ ਦੀਆਂ ਸਲਾਹਾਂ ਵੀ ਪਹੁੰਚਦੀਆਂ ਹੋਣਗੀਆਂ। ਹੁਣ ਲੋਕਾਂ ਦੀ ਸਲਾਹਾਂ ਇਹ ਜਾ ਰਹੀਆਂ, ਸੱਥਾਂ ਦੇ ਵਿੱਚ ਗੂੰਜਦੀਆਂ ਪਈਆਂ ਕਿ ਬਾਦਲ ਪਰਿਵਾਰ ਨੂੰ ਪਾਸੇ ਕਰ ਦਿੱਤਾ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਸਰਵਾਈਵ ਕਰ ਸਕਦਾ। ਜਦੋਂ ਤੁਹਾਡੇ ਕੋਲ ਇਹ ਗੱਲ ਪਹੁੰਚਦੀ ਹੈ, ਕਦੇ ਤੁਸੀਂ ਬਾਦਲ ਪਰਿਵਾਰ ਨੂੰ ਇਸ ਗੱਲ ਬਾਰੇ ਜਾਣੂ ਕਰਾਇਆ? ਮੈਨੂੰ ਇਸ ਗੱਲ ਤੋਂ ਹੈਰਾਨੀ ਕੋਈ ਨਹੀਂ। ਤੁਸੀਂ ਜੇ ਵਨਸ ਅਗੇਨ ਤੁਸੀਂ ਜੇ ਅਕਾਲੀ ਦਲ ਦਾ ਇਤਿਹਾਸ ਦੇਖੋਗੇ ਤਾਂ ਅਕਾਲੀ ਦਲ ਦਾ ਜਿਹੜਾ ਵੀ ਸਿਰ ਕੱਢ ਆਗੂ ਹੋਇਆ, ਪਿਛਲੇ ਥੋੜ੍ਹੇ ਸਮੇਂ ਦੀ ਗੱਲ ਕਰ ਲੈਂਦੇ ਹਾਂ, ਲੈਟਸ ਸੇ ਆਪਾਂ 40s 50s, ਉਸ ਤੋਂ ਬਾਅਦ ਦੀ ਗੱਲ, ਮਤਲਬ 1940 50 60 70, ਇਸ ਤੋਂ ਬਾਅਦ ਇਸ ਸਮੇਂ ਤੋਂ ਲੈ ਕੇ ਹੁਣ ਤੱਕ ਦੀਆਂ ਗੱਲਾਂ ਕਰ ਲੈਂਦੇ ਹਾਂ। ਮਾਸਟਰ ਤਾਰਾ ਸਿੰਘ ਮੇਰੇ ਖਿਆਲ ਇੰਨੇ ਮਹਾਨ ਆਗੂ ਜਿਹੜੇ ਆ, ਮੇਰੇ ਖਿਆਲ ਜੋ ਉਹਨਾਂ ਦਾ ਕੱਦ ਬੁੱਤ ਹੈ, ਮਤਲਬ ਅੱਜ ਵੀ ਉੱਠ ਕੇ ਸਲਾਮ ਕਰਨ ਨੂੰ ਦਿਲ ਕਰਦਾ। ਉਹਨਾਂ ਦੇ ਉੱਤੇ ਕੀ ਇਲਜ਼ਾਮ ਨਹੀਂ ਲੱਗੇ, ਉਹਨਾਂ ਨੂੰ ਟਾਰਗੇਟ ਕੀਤਾ ਗਿਆ। ਸੰਤ ਫਤਿਹ ਸਿੰਘ ਜੀ ਜਿਨ੍ਹਾਂ ਨੇ ਔਖੇ ਤੋਂ ਔਖੇ ਸਮੇਂ ਵਿੱਚ ਅਗਵਾਈ ਦਿੱਤੀ ਪੰਥ ਨੂੰ ਵੀ, ਪਾਰਟੀ ਨੂੰ ਵੀ, ਪੰਜਾਬ ਨੂੰ ਵੀ, ਉਹਨਾਂ ਦੇ ਉੱਤੇ ਕੀ ਇਲਜ਼ਾਮ ਨਹੀਂ ਲੱਗੇ। ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਨੂੰ ਤਾਂ ਗਦਾਰੇ ਕਹਿ ਦਿੱਤਾ ਗਿਆ। ਜਥੇਦਾਰ ਗੁਰਚਰਨ ਸਿੰਘ ਟੌਹੜਾ ਜਿਨ੍ਹਾਂ ਦੀ ਪੰਥਕ ਛਵੀ ਔਰ ਪੰਥਕ ਉਹਨਾਂ ਦੀ ਆਈਡੈਂਟੀਟੀ ਔਰ ਉਹਨਾਂ ਦਾ ਜਜ਼ਬਾਤ ਔਰ ਇੰਟੈਂਸਿਟੀ ਜਿਹੜੀ ਹੈ
ਉਹ ਅਨਮੈਚਡ ਹੈ। ਉਹਨਾਂ ਨੂੰ ਵੀ ਕਹਿ ਦਿੱਤਾ ਗਿਆ ਕਿ ਇਹ ਤਾਂ ਹੱਥ ਚੱਕ ਕੇ ਖੜੇ ਕਰਕੇ ਬਾਹਰ ਆਏ ਆਪਰੇਸ਼ਨ ਬਲੂ ਸਟਾਰ ਦੇ ਵਿੱਚ। ਇਹ ਕਿਉਂ ਲਾਏ ਜਾਂਦੇ ਨੇ? ਕਿਉਂਕਿ ਤੁਸੀਂ ਜਦੋਂ ਕਿਸੇ ਫੌਜ ਨੂੰ ਡਿਮੋਰਲਾਈਜ਼ ਕਰਨਾ ਹੁੰਦਾ ਤਾਂ ਤੁਸੀਂ ਸਭ ਤੋਂ ਪਹਿਲਾਂ ਕਹਿੰਦੇ ਕਿ ਤੁਹਾਡਾ ਤਾਂ ਜਰਨੈਲ ਹੀ ਮਾੜਾ ਹੈ। ਸੋ ਜਿਹੜਾ ਖਾਲਸਾ ਪੰਥ ਔਰ ਪੰਜਾਬ ਔਰ ਸਿੱਖੀ ਹੈ, ਇਹ ਤਿੰਨਾਂ ਨੂੰ ਮੈਂ ਇੱਕੋ ਹੀ ਮੰਨ ਕੇ ਚੱਲਦਾ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਗੱਲ ਖਤਮ ਹੋ ਜਾਂਦੀ ਇੱਥੇ ਆ ਕੇ। ਉਹਦੇ ਵਿੱਚ ਸਭ ਤੋਂ ਵੱਡਾ ਟਾਰਗੇਟ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕੀਤਾ ਗਿਆ, ਚਾਹੇ ਉਹ ਜਸਦਾਰ ਗੁਰਚਰਨ ਸਿੰਘ ਟੌੜਾ ਸਨ, ਮਾਸਟਰ ਤਾਰਾ ਸਿੰਘ ਜੀ ਸਨ, ਸੰਤ ਫਤਿਹ ਸਿੰਘ ਜੀ, ਹਰਚੰਦ ਸਿੰਘ ਜੀ ਲੌਂਗੋਵਾਲ ਸਨ। ਸਾਰਿਆਂ ਨੇ ਕਿਸੇ ਨੂੰ ਜੇਲ੍ਹਾਂ 'ਚ ਸੁੱਟਿਆ ਗਿਆ, ਕਿਸੇ ਨੂੰ ਬਦਨਾਮ ਕੀਤਾ ਗਿਆ, ਕਿਸੇ ਨੂੰ ਕੁਛ ਕੀਤਾ ਗਿਆ, ਕਿਸੇ ਨੂੰ ਕੁਛ ਕੀਤਾ ਗਿਆ। ਬਾਦਲ ਸਾਹਿਬ ਨਾਲ ਸਾਰਾ ਕੁਛ ਹੀ ਕੀਤਾ ਗਿਆ। ਇਹ ਇੱਕ ਗਿਣੀ ਮਿੱਥੀ ਸਾਜ਼ਿਸ਼ ਹੈ। ਦੇਖੋ, ਸ਼੍ਰੋਮਣੀ ਅਕਾਲੀ ਦਲ ਨੂੰ ਹਰ ਤਰ੍ਹਾਂ ਨਾਲ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਨਹੀਂ, ਤੁਸੀਂ ਮਿਸਟਰ ਬਾਦਲ ਨੂੰ, ਸੰਤ ਫਤਿਹ ਸਿੰਘ, ਮਾਸਟਰ ਤਾਰਾ ਸਿੰਘ ਉਸ ਕੈਟਾਗਰੀ 'ਚ ਗਿਣਦੇ ਹੋ? ਮੇਰੇ ਖਿਆਲ ਦੇ ਵਿੱਚ ਤਾਂ ਮੈਂ ਕੋਈ ਅਤਕਥਨੀ ਨਹੀਂ ਕਰਦਾ ਹੋਊਗਾ ਜੇ ਮੈਂ ਤੁਹਾਨੂੰ ਇਹ ਕਹਾਂ ਕਿ ਜਿਹੜੀ ਬੇਟਨ ਮਾਸਟਰ ਜੀ ਨੇ, ਮਾਸਟਰ ਤਾਰਾ ਸਿੰਘ ਜੀ ਹੋਣਾ ਨੇ ਸੰਤ ਫਤਿਹ ਸਿੰਘ ਨੂੰ ਦਿੱਤੀ, ਪਾਸ ਆਨ ਕੀਤੀ, ਉਹ ਬੇਟਨ ਜਿਹੜੀ ਅੱਗੋਂ ਹੋਰਨਾਂ ਲੀਡਰ ਸਾਹਿਬਾਨ ਨੂੰ, ਫਿਰ ਬਾਅਦ ਸੰਤ ਚੰਦ ਸਿੰਘ ਜੀ ਲੌਂਗੋਵਾਲ ਨੂੰ, ਧੁੜ ਸਾਹਿਬ ਨੂੰ, ਹੋਰਨਾਂ ਨੂੰ ਆਈ, ਉਹੀ ਬੇਟਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਹਿੱਸੇ ਆਈ। ਔਰ ਸਭ ਤੋਂ ਔਖੇ ਹਾਲਾਤ ਜੇ ਕਿਸੇ ਲੀਡਰ ਨੇ ਦੇਖੇ ਆ ਤਾਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦੇਖੇ। ਕਿੰਨਾ ਸਮਾਂ ਜੇਲ੍ਹ 'ਚ ਗਏ ਆਪਾਂ। ਚਲੋ, ਬਹੁਤ ਵੱਡਾ ਸਵਾਲ ਹੈ ਇਹ ਵੀ। ਸਭ ਤੋਂ ਮੈਂ ਛੋਟਾ ਬ੍ਰੇਕ ਲੈ ਰਿਹਾ, ਬ੍ਰੇਕ ਲੈ ਕੇ ਵਾਪਸ ਆ ਰਿਹਾ। ਤੁਹਾਡੇ ਸਵਾਲ ਨੂੰ, ਤੁਹਾਡੇ ਜਵਾਬ ਨੂੰ ਕੰਟੀਨਿਊ ਕਰੂੰਗਾ। ਮਿਸਟਰ ਬੈਂਸ ਕਹਿੰਦੇ ਆ ਜਿਹੜੀ ਬੈਟਨ ਮਿਸਟਰ ਸੰਤ ਫਤਿਹ ਸਿੰਘ, ਮਾਸਟਰ ਤਾਰਾ ਸਿੰਘ ਹਰਾਂ ਨੇ, ਲੌਂਗੋਵਾਲ ਸਾਹਿਬ ਹਰਾਂ ਨੇ ਫੜਾਈ ਹੈ, ਉਹ ਅੱਗੇ ਮਿਸਟਰ ਬਾਦਲ ਕੋਲੇ ਪਹੁੰਚੀ ਹੈ। ਸਵਾਲ ਇਹ ਹੈ ਕਿ ਉਹ ਬੈਟਨ ਦਾ ਹਾਲ ਜੇ ਅੱਜ ਹੋਇਆ ਤਾਂ ਉਹਦੇ ਲਈ ਜ਼ਿੰਮੇਵਾਰ ਕੌਣ ਆ? ਸਵਾਲ ਇਹ ਹੈ, ਵਾਪਸ ਆ ਕੇ ਪੁੱਛੂੰਗਾ ਜ਼ਰੂਰ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਮਿਸਟਰ ਬੈਂਸ ਸਾਡੇ ਨਾਲ ਮੌਜੂਦ ਹੈਗੇ। ਬੈਂਸ ਸਾਹਿਬ, ਤੁਸੀਂ ਆਪਣੀ ਗੱਲ ਪੂਰੀ ਕਰ ਸਕਦੇ ਹੋ। ਹਾਂ, ਮੈਂ ਕਹਿ ਰਿਹਾ ਸੀ ਕਿ ਤੁਹਾਡਾ ਸਵਾਲ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ ਕੀ ਮੈਂ ਉਹਨਾਂ ਵਿੱਚ ਹੀ ਉਸ ਜਿਹੜੇ ਮਹਾਨ ਲੀਡਰ ਹੋਏ ਨੇ ਉਹਨਾਂ ਦੇ ਵਿੱਚ ਹੀ ਗਿਣਦਾ। ਮੈਂ ਤੁਹਾਨੂੰ ਇਹ ਬੇਨਤੀ ਕੀਤੀ ਸੀ ਕਿ ਇਹ ਉਹੀ ਬੇਟਨ ਜਿਹੜੀ ਕਿ ਪਾਸ ਹੁੰਦੀ ਆਈ ਹੈ, ਉਸ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲ ਉਸ ਵਕਤ ਆਈ ਜਦੋਂ ਕਿ ਪੰਜਾਬ ਉੱਤੇ, ਪੰਥ ਉੱਤੇ, ਸ਼੍ਰੋਮਣੀ ਅਕਾਲੀ ਦਲ ਉੱਤੇ ਜੋ ਪੀੜ ਉਸ ਵੇਲੇ ਆਈ ਸੀ, ਉਹ ਕਦੇ ਵੀ ਇਤਿਹਾਸ 'ਚ ਨਹੀਂ ਆਈ, ਅੱਜ ਵੀ ਨਹੀਂ ਹੈ। ਕਿਉਂਕਿ ਉਸ ਵੇਲੇ ਇਹ ਹਾਲਾਤ ਹੋ ਗਏ ਸੀ ਕਿ ਅਕਾਲੀ ਦਲ ਨੂੰ ਰਾਈਟ ਆਫ ਹੀ ਕਰਤਾ ਗਿਆ ਸੀ। ਕਿਹਾ ਮੁੜ ਕੇ ਉੱਠ ਹੀ ਨਹੀਂ ਸਕਦੇ ਕਿਉਂਕਿ ਸਿੱਖੀ ਪੰਜਾਬ ਜਿਹੜਾ ਉਹ ਰੈਡੀਕਲਾਈਜ਼ ਹੋ ਗਿਆ, ਮੋਡਰੇਟਸ ਦੀ ਕੋਈ ਜਗ੍ਹਾ ਹੀ ਨਹੀਂ ਰਹਿ ਗਈ ਇਹਦੇ ਵਿੱਚ। ਉਸ ਵੇਲੇ ਬੇਟਨ ਪਕੜ ਕੇ, ਉਸ ਹਾਲਾਤ 'ਚ ਪਕੜ ਕੇ ਫਿਰ ਦੁਬਾਰਾ ਖੜੇ ਕਰਨਾ ਔਰ ਸਟੈਪ ਬਾਈ ਸਟੈਪ, ਇੰਚ ਬਾਈ ਇੰਚ ਟੈਰੀਟਰੀ ਗੇਨ ਕਰਨਾ, ਉਹ ਇੱਕ ਆਮ ਸਧਾਰਨ ਆਗੂ ਦਾ ਕੰਮ ਨਹੀਂ ਸੀਗਾ। ਉਹ ਸਰਦਾਰ ਬਾਦਲ ਨੇ ਨਾਟ ਓਨਲੀ ਉਹ ਕੀਤਾ, ਬਲਕਿ ਪੰਜਾਬ ਨੂੰ ਵੀ ਮੁੜ ਜਿਹੜੀ ਸਥਾਈ ਅਮਨ ਆ ਉਹਦੇ ਵੱਲ ਜੋ ਇਮੋਸ਼ਨ ਚਾਹੀਦਾ ਸੀ, ਜੋ ਮਾਹੌਲ ਚਾਹੀਦਾ ਸੀ, ਜੋ ਜਜ਼ਬਾਤ ਚਾਹੀਦਾ ਸੀ, ਪੰਥਕ ਜਜ਼ਬਾ ਚਾਹੀਦਾ ਸੀ, ਪੰਜਾਬੀ ਜਜ਼ਬਾ ਚਾਹੀਦਾ ਸੀ, ਉਹਦਾ ਮੁੜ ਉਭਾਰ ਕੀਤਾ। ਮੁੜ ਪੰਜਾਬ ਦੇ ਵਿੱਚ ਕੋਈ ਸਮਾਂ ਐਸਾ ਆ ਗਿਆ ਸੀਗਾ ਕਿ ਬਾਹਰ ਜਾ ਕੇ ਇਹ ਦੱਸਣਾ ਔਖਾ ਹੋ ਗਿਆ ਸੀ ਕਿ ਮੈਂ ਪੰਜਾਬੀ ਹਾਂ ਜਾਂ ਸਿੱਖ ਹਾਂ। ਸਰਦਾਰ ਬਾਦਲ ਨੇ ਇਹ ਕੀਤਾ ਕਿ ਉਸ ਤੋਂ ਬਾਅਦ ਫਿਰ ਉਹ ਸਮਾਂ ਆਇਆ ਜੋ ਪਹਿਲਾਂ ਹੁੰਦਾ ਸੀਗਾ ਕਿ ਇੱਕ ਸਰਦਾਰ ਵੀ ਕਿਤੇ ਜਾਂ ਇੱਕ ਪੰਜਾਬੀ ਵੀ ਕਿਤੇ ਖੜਾ ਤਾਂ ਪੂਰਾ ਦੇਸ਼ ਆਪਣੇ ਆਪ ਨੂੰ ਸੁਰੱਖਿਅਤ ਫੀਲ ਕਰਦਾ ਸੀ। 1997 ਤੋਂ ਬਾਅਦ ਦੇਸ਼ ਦੇ ਵਿੱਚ ਸਿੱਖਾਂ ਦਾ ਉਹੀ ਵਕਾਰ ਮੁੜ ਕੇ ਬਹਾਲ ਹੋਇਆ। ਆਏ ਕਿੱਥੋਂ ਸੀ? ਜੋ ਅਸੀਂ ਦੇਖ ਰਹੇ ਸੀ ਕਿ ਆਪਰੇਸ਼ਨ ਬਲੂ ਸਟਾਰ ਹੋਇਆ ਸੀ, ਦਿੱਲੀ ਦੇ ਵਿੱਚ ਕਤਲੇਆਮ ਹੋਇਆ ਸੀ ਔਰ ਸਿੱਖਾਂ ਨੂੰ, ਸਾਰੀ ਕੌਮ ਨੂੰ, ਬਲਕਿ ਪੰਜਾਬੀਆਂ ਨੂੰ ਹੀ ਇਹ ਕਹਿ ਦਿੱਤਾ ਗਿਆ ਸੀ ਇਹ ਦੇਸ਼ ਧਰੋਹੀ ਨੇ, ਇਹ ਅੱਤਵਾਦੀ ਨੇ, ਇਹ ਤਾਂ ਕਤਲੋਗਾਰ 'ਤੇ ਯਕੀਨ ਕਰਦੇ ਨੇ। ਇਹ ਸਾਰਾ ਇਮੇਜ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਕਿ ਜੀ ਹੁਣ ਵੀ ਕਈ ਵਾਰੀ ਕਹਿੰਦੇ ਜੀ ਬਾਦਲਾਂ ਨੂੰ। ਬਾਦਲ ਕੌਣ ਨੇ ਯਾਰ? ਬਾਦਲ ਕਿੱਥੋਂ ਨਿਕਲੇ ਨੇ? ਕਿਹਦੀ ਜੇਬ 'ਚੋਂ ਨਿਕਲੇ ਨੇ? ਕਹਿੰਦੇ ਜੀ ਬਾਦਲਾਂ ਦੀ ਜੇਬ 'ਚੋਂ ਫਲਾਨਾ ਨਿਕਲਿਆ। ਬਾਦਲ ਕਿਹੜੀ ਜੇਬ 'ਚੋਂ ਨਿਕਲਦੇ ਨੇ? ਬਾਦਲ ਸੈਲਫ ਅਪਾਇੰਟਡ ਨੇ, ਉਹਨਾਂ ਨੇ ਆਪਣੇ ਆਪ ਨੂੰ ਖੁਦ ਅਪਾਇੰਟ ਕੀਤਾ ਹੋਇਆ। ਬਾਦਲ ਨਿਕਲਦੇ ਨੇ ਲੋਕਾਂ ਦੀ ਦਿਲ ਦੀ ਜੇਬ 'ਚੋਂ, ਬਾਰ-ਬਾਰ ਇਲੈਕਟ ਹੁੰਦੇ ਨੇ। ਸ਼੍ਰੋਮਣੀ ਕਮੇਟੀ ਜਿਹੜੀ ਆ ਅਪਾਇੰਟਡ ਥੋੜ੍ਹੇ ਹੈ, ਇਲੈਕਟਡ ਹੈ। ਔਰ ਉਹਨੂੰ ਮੇਰੇ ਵਰਗੇ ਨਹੀਂ, ਕੱਟੜ ਜਿਹੜੇ ਐਨ ਪੂਰਨ ਸਿੱਖ ਨੇ ਉਹ ਇਲੈਕਟ ਕਰਦੇ ਨੇ ਔਰ ਬਾਰ-ਬਾਰ। ਔਰ ਮੈਂ ਤੁਸੀਂ ਪਹਿਲਾਂ ਸ਼ੁਰੂ 'ਚ ਕਿਹਾ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਦੂਜੇ ਨੰਬਰ 'ਤੇ ਸਭ ਤੋਂ ਪੁਰਾਣੀ ਪਾਰਟੀ ਹੈ। ਮੈਂ ਥੋੜ੍ਹਾ ਜਿਹਾ ਕਰੈਕਸ਼ਨ ਕਰਦਾ, ਹਿੰਦੁਸਤਾਨ ਵਿੱਚ ਬਣੀਆਂ ਪਾਰਟੀਆਂ 'ਚੋਂ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ, ਕਾਂਗਰਸ ਤੋਂ ਬਹੁਤ ਅੱਗੇ। ਕਾਂਗਰਸ ਨੂੰ ਜਿਹੜਾ ਫਾਰਮ ਕੀਤਾ ਗਿਆ ਸੀਗਾ ਉਹ ਅੰਗਰੇਜ਼ਾਂ ਨੇ ਫਾਰਮ ਕੀਤਾ ਸੀ, ਐਨੀ ਬਸੈਂਟ ਔਰ ਹਿਊਮ ਵਰਗਿਆਂ ਨੇ। ਹਿੰਦੁਸਤਾਨੀਆਂ ਵੱਲੋਂ ਕੋਈ ਵੀ ਪਾਰਟੀ ਜਿਹੜੀ ਬਣਾਈ ਗਈ ਹੈ, ਕਿਉਂਕਿ ਕਾਂਗਰਸ ਪਾਰਟੀ ਹਿੰਦੁਸਤਾਨੀਆਂ ਨੇ ਨਹੀਂ ਸੀ ਬਣਾਈ, ਅੰਗਰੇਜ਼ਾਂ ਨੇ ਬਣਾਈ ਸੀ ਆਪਣਾ ਰਾਬਤਾ ਠੀਕ ਕਰਨ ਲਈ। ਜਿਹੜੇ ਹਿੰਦੁਸਤਾਨੀਆਂ ਨੇ ਪਾਰਟੀਆਂ ਬਣਾਈਆਂ, ਭਾਰਤੀ ਲੋਕਾਂ ਨੇ, ਇੱਥੋਂ ਦੇ ਲੋਕਾਂ ਨੇ ਪਾਰਟੀਆਂ ਬਣਾਈਆਂ, ਉਹਨਾਂ ਵਿੱਚ ਸਭ ਤੋਂ ਪੁਰਾਣੀ ਪਾਰਟੀ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਹੈ। ਔਰ ਇਹਦਾ ਸਾਰਾ ਹੀ ਇਤਿਹਾਸ ਇੱਦਾਂ ਦਾ ਸੰਘਰਸ਼ ਦਾ ਹੈ ਔਰ ਅੱਜ ਵੀ ਸੰਘਰਸ਼। ਅਸੀਂ ਇਸ ਸੰਘਰਸ਼ ਨੂੰ ਇੱਦਾਂ ਹੀ ਮੰਨ ਕੇ ਚੱਲਦੇ ਹਾਂ ਕਿ ਸਾਡਾ ਇਮਤਿਹਾਨ ਹੈ ਔਰ ਇਮਤਿਹਾਨ ਦੇ ਵਿੱਚ ਲੜਨਾ ਔਰ ਉਹਦੇ ਵਿੱਚ ਦਲੇਰੀ ਨਾਲ ਲੜਨਾ, ਕਲੈਰਿਟੀ ਨਾਲ ਲੜਨਾ। ਤੋ ਇਸ ਕਰਕੇ ਮੈਂ ਕਹਿੰਦਾ ਕਿ ਜਿਹੜਾ ਇਹ ਗੱਲ ਕਰਦੇ ਨਾ ਬਾਦਲ 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 ਬਾਦਲ, ਉਹਦੀ ਇੱਕ ਵਜ੍ਹਾ ਹੈ
ਕਿਸੇ ਮੈਂ ਹੁਣ ਤੁਸੀਂ ਤੁਹਾਡਾ ਨਾਮ ਕਵਲਪ੍ਰੀਤ ਸਿੰਘ ਹੈ, KP ਸਿੰਘ ਕਹਿੰਦੇ, ਚਲੋ ਮੈਂ ਤੁਹਾਡੇ ਚੈਨਲ ਨੂੰ ਬਦਨਾਮ ਕਰਨਾ ਤਾਂ ਮੈਂ ਰੋਜ਼ ਕਹਾਂ ਚੈਨਲ ਤਾਂ ਠੀਕ ਹੈ ਜੀ, ਚੈਨਲ ਤਾਂ ਚੰਗਾ ਹੈ ਜੀ, ਲੇਕਿਨ ਆਹ ਬੰਦਾ ਬਹੁਤ ਮਾੜਾ, ਜਿਹੜਾ ਇਹਨਾਂ ਦਾ ਮੁੱਖ ਚਿਹਰਾ ਹੈ, ਜਿਹੜਾ ਇਸ ਚੈਨਲ ਦਾ ਚਿਹਰਾ ਹੈ, ਮੈਂ ਕਹਾਂ ਇਹ ਤਾਂ ਠੀਕ ਨਹੀਂ ਕਹਾ, ਇਹਨੂੰ ਬਦਲਣਾ ਚਾਹੀਦਾ। ਜਿਹੜੀ ਵੀ ਕੋਈ ਆਰਗੇਨਾਈਜੇਸ਼ਨ ਹੁੰਦੀ ਹੈ, ਕੋਈ ਸੰਸਥਾ ਹੁੰਦੀ ਹੈ, ਚਾਹੇ ਉਹ ਚੈਨਲ ਹੈ, ਚਾਹੇ ਉਹ ਪੋਲੀਟੀਕਲ ਪਾਰਟੀ ਹੈ, ਚਾਹੇ ਕੋਈ ਟੀਮ ਹੈ, ਉਹਦਾ ਜਿਹੜਾ ਮੁੱਖ ਚਿਹਰਾ ਹੁੰਦਾ, ਜਿਹੜਾ ਕ੍ਰਿਕਟ ਟੀਮ ਦਾ ਧੋਨੀ ਸੀਗਾ ਜਾਂ ਕੋਈ ਇਸ ਤਰ੍ਹਾਂ ਹੋਰ ਹੁੰਦੇ ਆ, ਤੁਸੀਂ ਇਸ ਚੈਨਲ ਦਾ ਚਿਹਰਾ ਹੋ, ਤੁਹਾਨੂੰ ਹੀ ਮੈਂ ਟਾਰਨਿਸ਼ ਕਰਦਾ ਤਾਂ ਫਿਰ ਤੁਹਾਡਾ ਚੈਨਲ ਦਿਖੂਗਾ ਕੌਣ? ਸੋ ਅਕਾਲੀ ਦਲ ਨੂੰ ਮਾਰਨ ਦੇ ਲਈ ਜਿਹੜਾ ਵੀ ਲੀਡਰ ਬਣੇਗਾ, ਅੱਜ ਪ੍ਰਕਾਸ਼ ਸਿੰਘ ਬਾਦਲ ਸੀਗੇ, ਅੱਜ ਸੁਖਬੀਰ ਸਿੰਘ ਬਾਦਲ ਨੇ, ਕੱਲ੍ਹ ਨੂੰ ਕੋਈ ਹੋਰ ਵੀ ਆਏਗਾ, ਉਹਦੇ ਉੱਤੇ ਵੀ ਇਸ ਤਰ੍ਹਾਂ ਅਟੈਕ ਕੀਤਾ ਜਾਏਗਾ। ਉਹਨੂੰ ਇਕਬਾਲ ਸਿੰਘ ਝੁੰਦਾ ਹੋਰਾਂ ਦੀ ਰਿਪੋਰਟ ਕੀ ਕਹਿੰਦੀ ਹੈ? ਨਹੀਂ, ਇਕਬਾਲ ਸਿੰਘ ਝੁੰਡਾ ਰਿਪੋਰਟ ਬਾਰੇ ਮੈਂ ਇਸ ਕਰਕੇ ਗੱਲ ਨਹੀਂ ਕਰਾਂਗਾ ਕਿਉਂਕਿ ਪਾਰਟੀ ਦੀ ਕੋਰ ਕਮੇਟੀ ਨੇ ਉਹਨੂੰ ਕੰਸੀਡਰ ਕਰਨਾ ਹੈ। ਉਸ ਰਿਪੋਰਟ ਵਿੱਚ ਬਾਦਲਾਂ ਦਾ ਜ਼ਿਕਰ ਹੈ ਕਿ ਬਾਦਲਾਂ ਨੂੰ ਪਾਸੇ ਕਰਨਾ ਚਾਹੀਦਾ? ਉਹਦੇ ਬਾਰੇ ਮੈਂ ਗੱਲ ਹੀ ਨਹੀਂ ਕਰ ਸਕਦਾ ਕਿਉਂਕਿ ਉਹ ਕਮੇਟੀ, ਮੈਂ ਉਹਦੇ ਬਾਰੇ ਤੁਹਾਨੂੰ ਇੰਨਾ ਦੱਸਦਾ ਕਿ ਉਹ ਕਮੇਟੀ ਵੀ ਸ਼੍ਰੋਮਣੀ ਅਕਾਲੀ ਦਲ ਨੇ ਬਣਾਈ ਹੈ। ਉਹ ਸ਼੍ਰੋਮਣੀ ਅਕਾਲੀ ਦਲ ਜਿਸ ਕੋਰ ਕਮੇਟੀ ਨੇ ਫੈਸਲਾ ਕੀਤਾ ਕਮੇਟੀ ਬਣਾਉਣ ਦਾ, ਉਹਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਸੋ ਉਹਨਾਂ ਨੇ ਹੀ ਬਣਾਈ ਹੈ। ਉਸ ਕਮੇਟੀ ਨੂੰ ਜਿਹਨੇ ਕੰਸੀਡਰ ਕਰਨਾ ਕੋਰ ਕਮੇਟੀ ਨੇ, ਉਹ ਉਸੇ ਰਿਪੋਰਟ ਨੂੰ ਕੰਸੀਡਰ ਕਰਨਾ ਜਿਹੜੀ ਕਿ ਝੁੰਡਾ ਕਮੇਟੀ ਨੇ, ਜਦ ਉਹਦਾ ਨਾਂ ਝੁੰਡਾ ਕਮੇਟੀ ਰਸਤਾ, ਵੈਸੇ ਉਹ ਵਾਈਡਰ ਰਿਫਾਰਮਸ ਕਮੇਟੀ ਉਹਦਾ ਨਾਂ ਸੀਗਾ। ਠੀਕ ਹੈ। ਤਾਂ ਉਹ ਜੋ ਵੀ ਉਹਨਾਂ ਨੇ ਸੁਝਾਅ ਦੇਣੇ ਆ ਉਹ ਕੋਰ ਕਮੇਟੀ ਨੇ ਕੰਸੀਡਰ ਕਰਨੇ ਆ। ਉਸ ਕੋਰ ਕਮੇਟੀ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਪ੍ਰਸਤ ਨੇ, ਸਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਨੇ। ਤਾਂ ਜੇ ਇਹਨਾਂ ਨੂੰ ਕ੍ਰਿਟਿਸਿਜ਼ਮ ਤੋਂ ਜਾਂ ਨੁਕਤਾਚੀਨੀ ਤੋਂ ਜਾਂ ਸੁਧਾਰ ਤੋਂ ਡਰ ਲੱਗਦਾ ਹੋਵੇ ਤਾਂ ਇਸ ਤਰ੍ਹਾਂ ਦਾ ਸਟੈਪ ਵੀ ਕਿਉਂ ਲੈਣਗੇ? ਕਮੇਟੀ ਬਣਾ ਲਈ ਆਪਾਂ। ਤਾਂ ਮੇਰਾ ਮਤਲਬ ਕੋਈ ਵੀ ਆਰਗੇਨਾਈਜੇਸ਼ਨ ਆ, ਕੋਈ ਵੀ ਬਾਡੀ ਹੈ, ਉਹ ਗਰੋ ਕਰਦੀ ਹੈ, ਗਰੋ ਕਰਨ ਦੇ ਲਈ ਉਹ ਕਰੈਕਸ਼ਨਸ ਕਰਦੀ ਹੈ। ਮੈਂ ਜਿਹੜੀ ਗੱਲ ਤੁਹਾਡੀ ਸਮਝਿਆ, ਮੈਨੂੰ ਇਹ ਲੱਗਦਾ ਕਿ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਬਾਦਲ ਤੋਂ ਬਿਨਾ ਸ਼੍ਰੋਮਣੀ ਅਕਾਲੀ ਦਲ ਸਰਵਾਈਵ, ਮੈਂ ਬਿਲਕੁਲ ਨਹੀਂ ਗੱਲ ਕਹੀ, ਸ਼੍ਰੋਮਣੀ ਅਕਾਲੀ ਦਲ ਸਰਵਾਈਵ ਨਹੀਂ ਕਰ ਸਕਦਾ। ਮੈਂ ਬਿਲਕੁਲ ਨਹੀਂ ਗੱਲ ਕਹੀ। ਮੈਂ ਕਿਹਾ ਜਿਸ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਆਪਣਾ ਆਗੂ ਮੰਨੇਗਾ, ਉਹ ਆਗੂ ਨੂੰ ਜੇ ਟਾਰਗੇਟ ਕੀਤਾ ਜਾਏਗਾ ਤਾਂ ਉਹ ਆਰਗੇਨਾਈਜੇਸ਼ਨ ਨੂੰ ਟਾਰਗੇਟ ਕਰਨ ਦਾ ਇੱਕ ਤਰੀਕਾ ਹੈ, ਵਿਰੋਧੀਆਂ ਦਾ ਤਰੀਕਾ, ਓਬਵੀਅਸਲੀ ਵਿਰੋਧੀਆਂ ਦਾ ਤਰੀਕਾ, ਦੁਸ਼ਮਣਾਂ ਦਾ ਤਰੀਕਾ। ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੋਈ ਇਹੋ ਜਿਹੀ ਆਵਾਜ਼ ਤਾਂ ਨਹੀਂ ਉੱਠਦੀ? ਸੌਰੀ, ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੋਈ ਇਹੋ ਜਿਹੀ ਆਵਾਜ਼ ਤਾਂ ਦੇਖੋ, ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂ ਮੈਂਬਰ ਹਾਂ। ਕੋਈ ਐਸੀ ਮੀਟਿੰਗ ਨਹੀਂ ਹੋਈ ਪਿਛਲੇ ਘੱਟੋ ਘੱਟ ਮੈਂ ਕਹਿ ਸਕਦਾ ਕਿ 15 ਸਾਲ ਤੋਂ ਤਾਂ ਨਹੀਂ ਮੈਂ ਕਹਿ ਸਕਦਾ ਹੋਈ ਇੱਦਾਂ ਦੀ ਕੋਈ ਮੀਟਿੰਗ ਜਿਸ 'ਚ ਮੈਂ ਹਾਜ਼ਰ ਨਾ ਹੋਇਆ ਹੋਵਾਂ। ਉਹ ਤੋਂ ਪਹਿਲਾਂ ਵੀ ਕਿਤੇ ਮੈਂ ਕਿਤੇ ਹੋਰ ਵਜ੍ਹਾ ਕਰਕੇ ਮਿਸ ਕਰ ਗਿਆ ਹੋਵਾਂ ਤਾਂ ਕਰਦਾ ਹੋਵਾਂ। ਜਿੰਨੇ ਚਿਰ ਦਾ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਾਂ, ਮੈਂ ਹਮੇਸ਼ਾ ਉਹਨਾਂ ਮੀਟਿੰਗਾਂ ਦੇ ਵਿੱਚ ਰਹਿੰਦਾ ਰਿਹਾ। ਹੁਣ ਵੀ ਜਿਹੜੀਆਂ ਮੀਟਿੰਗਾਂ ਹੋਈਆਂ ਨੇ, ਖਾਸ ਤੌਰ 'ਤੇ ਜਿਨ੍ਹਾਂ ਦਾ ਤੁਸੀਂ ਇਸ਼ਾਰਾ ਕਰ ਰਹੇ ਹੋ, ਉਹਨਾਂ ਸਾਰੀਆਂ ਮੀਟਿੰਗਾਂ ਮੈਂ ਖੁਦ ਹਾਜ਼ਰ ਸੀਗਾ। ਕਿਸੇ ਨੇ ਇੱਕ ਵਾਰੀ ਵੀ ਕੋਰ ਕਮੇਟੀ ਵਿੱਚ ਇਹ ਗੱਲ ਹੀ ਨਹੀਂ ਕੀਤੀ ਹੈ। ਸਾਰਿਆਂ ਨੇ ਇਹ ਗੱਲ ਕੀਤੀ ਹੈ ਕਿ ਜ਼ਿੰਮੇਵਾਰੀ ਜਿਹੜੀ ਹੁੰਦੀ ਪਾਰਟੀ ਦੀ, ਜਿੱਦਾਂ ਕੋਈ ਤੁਸੀਂ ਪਾਰਟੀ ਜਿੱਤਦੀ ਹੈ ਤਾਂ ਉਹ ਸਾਰਿਆਂ ਦੀ ਜਿੱਤ ਹੁੰਦੀ ਹੈ। ਜਦੋਂ ਪਾਰਟੀ ਦੇ ਔਖਾ ਵਕਤ ਆਉਂਦਾ, ਉਹ ਵੀ ਕਲੈਕਟਿਵ ਹੁੰਦਾ। ਤੇ ਜੇ ਚੇਂਜਸ ਕਰਨੀਆਂ ਨੇ ਤਾਂ ਉਹ ਇਹ ਨਹੀਂ ਕਿ ਇਹਦੇ ਤੇ ਇਲਜ਼ਾਮ ਰੱਖ ਕੇ ਜਾਂ ਉਹ ਤੇ ਇਲਜ਼ਾਮ ਰੱਖ ਕੇ। ਮੈਂ ਇਹ ਕਹਿ ਰਿਹਾ ਕਿ ਜੋ ਕੋਰ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ ਨੇ ਗੱਲਾਂ ਕੀਤੀਆਂ ਨੇ, ਔਰ ਇਹ ਗੱਲਾਂ ਤੁਸੀਂ ਉਹਨਾਂ ਨੂੰ ਪੁੱਛ ਵੀ ਸਕਦੇ ਹੋ। ਚਲੋ ਠੀਕ ਹੈ। ਲੇਕਿਨ ਇੱਕ ਮੈਂ ਨਾਲੇ ਹੋਰ ਐਡ ਕਰਦਾ ਕਿ ਜਿਹੜਾ ਇੱਕ ਇਹ ਹੈ ਨਾ ਕਿ ਜੀ ਆਪਾਂ ਆਹ ਠੀਕ ਕਰ ਲਈਏ ਜਾਂ ਆਪਾਂ ਉਹ ਠੀਕ ਕਰ ਲਈਏ, ਉਹਨੂੰ ਆਪਾਂ ਵਿਰੋਧਤਾ ਮੰਨਦੇ ਹਾਂ। ਘੱਟੋ ਘੱਟ ਸ਼੍ਰੋਮਣੀ ਅਕਾਲੀ ਦਲ ਜਿੱਦਾਂ ਨਹੀਂ ਮੰਨਿਆ ਜਾਂਦਾ। ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਤੁਸੀਂ ਇਤਿਹਾਸ ਦੇਖੋ ਕਿ ਜਿਨ੍ਹਾਂ ਨੂੰ ਤੁਸੀਂ ਬਾਗੀ ਸੁਰਾਂ ਕਹਿੰਦੇ ਆ, ਅਸੀਂ ਉਹਨਾਂ ਨੂੰ ਸੁਧਾਰ ਦੀਆਂ ਸੁਰਾਂ ਕਹਿੰਦੇ, ਉਹ ਹਮੇਸ਼ਾ ਰਹੀਆਂ। ਜੇ ਪਾਰਟੀ ਜੋ ਸੁਰਾਂ ਨਹੀਂ ਰਹਿਣਗੀਆਂ ਤਾਂ ਪਾਰਟੀ ਗਰੋ ਨਹੀਂ ਕਰ ਸਕਦੀ। ਉਹਨਾਂ ਨੂੰ ਇਨਕਰੇਜ ਕਰਨਾ ਹੁੰਦਾ, ਇੰਟਰਨਲ ਡੈਮੋਕ੍ਰੇਸੀ ਨੂੰ ਇਨਕਰੇਜ ਕਰਨਾ। ਚਲੋ, ਤੁਸੀਂ ਸਪੋਰਟਸ ਜਰਨਲਿਜ਼ਮ ਵੀ ਬਹੁਤ ਕੀਤੀ ਹੈ, ਤੁਸੀਂ ਉਸ ਦਾਇਰੇ ਨਾਲ ਵੀ ਗੱਲ ਕਰਦੇ ਪਏ ਹੋ। ਮੈਂ ਤੁਹਾਡੇ ਤੋਂ ਉਹਨਾਂ ਫੈਕਟਸ ਤੇ ਆਉਣਾ ਚਾਹੁੰਦਾ ਜਿੱਥੋਂ ਪਤਾ ਲੱਗ ਸਕੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਹ ਹਾਲ ਹੋਇਆ ਕਿਉਂ ਹੈ। ਤੀਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਆਇਆ, 3 ਸੀਟਾਂ ਰਹਿ ਗਈਆਂ। ਅਸੈਂਬਲੀ ਇਲੈਕਸ਼ਨਸ ਦਾ ਤੇ ਤੁਸੀਂ ਪਰਸੈਂਟੇਜ ਕੱਢੋ, ਫਿਰ ਸੰਗਰੂਰ ਬਾਈ ਇਲੈਕਸ਼ਨ ਦਾ ਪਰਸੈਂਟੇਜ ਕੱਢੋ। ਡਾਊਨਫਾਲ ਮਿਸਟਰ ਬੈਂਸ ਦੀ ਵਜ੍ਹਾ ਕੀ ਮੰਨਦੇ ਆ? ਦੇਖੋ, ਮੈਂ ਦੀ ਵਜ੍ਹਾ ਕੀ ਮੰਨਣੀ, ਮੈਂ ਤਾਂ ਤੁਹਾਨੂੰ ਪੁੱਛ ਲਾਂਗਾ ਕਿ ਜਿਹੜੀ ਮੈਂ ਗੱਲ ਕਹਿਣ ਲੱਗਾ ਕਿ ਤੁਸੀਂ ਉਸ ਵਜ੍ਹਾ ਨੂੰ ਸਹੀ ਮੰਨਦੇ ਹੋ ਕਿ ਨਹੀਂ ਮੰਨਦੇ ਹੋ। ਉਹਦੇ ਕਈ ਅਸੀਂ ਕਹਿੰਦੇ ਨੇ ਸਿੰਡਰਮ ਵਰਡ ਇੱਕ ਯੂਜ਼ ਕਰਦੇ, ਸਿੰਡਰਮ ਮੈਂ ਕਹਿ ਦਿੰਦੇ ਆਪਾਂ ਕਿ ਉਹ ਇੱਕ ਗਰੁੱਪ ਆਫ ਸਿੰਪਟਮਸ ਹੁੰਦੇ ਆ। ਕਈ ਕਾਰਨ ਹੁੰਦੇ ਆ ਜਿਨ੍ਹਾਂ ਕਰਕੇ ਕੋਈ ਚੀਜ਼ ਵਾਪਰਦੀ ਆ, ਕੋਈ ਵੀ ਚੀਜ਼ ਹੁੰਦੀ ਉਹਨੂੰ ਸਿੰਡਰਮ ਮੈਂ ਕਹਿ ਦਿੰਦੇ ਆ। ਕੋਈ ਮਤਲਬ ਕੋਈ ਇੱਕ ਚੀਜ਼ ਨਹੀਂ ਹੁੰਦੀ, ਬਹੁਤ ਚੀਜ਼ਾਂ ਹੁੰਦੀਆਂ ਨੇ। ਜਿਹੜਾ ਇਸ ਵੇਲੇ ਸਾਡਾ ਮਤਲਬ ਸਮਝ ਲਓ ਵੀ ਜੋ ਹਾਲਾਤ ਨੇ ਜਾਂ ਪਾਰਟੀ ਨੂੰ ਚੈਲੰਜਸ ਫੇਸ ਕਰਨੇ ਪੈ ਰਹੇ ਨੇ, ਜੋ ਸਾਰਾ ਕੁਛ ਹੈ ਜਿਹੜਾ, ਉਹਦੀ ਜਿਹੜੀਆਂ ਕਈ ਵਜ੍ਹਾ ਜਿਹੜੀਆਂ, ਉਹਨਾਂ ਦੀ ਪ੍ਰਮੁੱਖ ਵਜ੍ਹਾ ਦੀ ਮੈਂ ਗੱਲ ਤੁਹਾਡੇ ਨਾਲ ਕਰਦਾ ਕਿ ਬਹੁਤ ਦੇਰ ਤੋਂ ਸਪਸ਼ਟ ਤੌਰ ਤੇ ਇਹ ਸਾਜ਼ਿਸ਼ ਚੱਲ ਰਹੀ ਹੈ ਕਿ ਨੰਬਰ 1 ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਦੀ ਰਿਪਰੈਜ਼ੈਂਟੇਟਿਵ ਪਾਰਟੀ ਦੇ ਤੌਰ ਤੇ ਨਾ ਰਹੇ, ਪਾਰਟੀ ਮਤਲਬ ਪੰਜਾਬ ਨੂੰ ਰਿਪਰੈਜ਼ੈਂਟ ਕਰਨ, ਇਹ ਰੀਜਨਲ ਪਾਰਟੀ, ਇਹਨੂੰ ਟਾਰਗੇਟ ਕੀਤਾ ਜਾਵੇ। ਫਿਰ ਪੰਥ ਦੀ ਪਾਰਟੀ, ਕੋਈ ਸਿੱਖਾਂ ਦੀ ਗੱਲ ਕਰਨੇ ਵਾਲਾ ਨਾ ਰਹੇ, ਮਾਈਨੋਰਿਟੀਜ਼ ਦੀ ਗੱਲ ਕਰਨੇ ਵਾਲਾ ਨਾ ਰਹੇ। ਉਹਦੇ ਵਾਸਤੇ ਲਗਾਤਾਰ ਸਾਜ਼ਿਸ਼ਾਂ ਹੁੰਦੀਆਂ ਰਹੀਆਂ ਨੇ। ਤੁਸੀਂ ਅਗਲ ਦੇਖੀ, ਤੁਸੀਂ ਮੈਨੂੰ ਕਹਿ ਰਹੇ ਹੋ ਕਿ ਪਾਰਟੀ ਦਾ ਇਸ ਵੇਲੇ ਆਹ ਹਾਲ ਹੈ, 3 ਸੀਟਾਂ ਰਹਿ ਗਈਆਂ ਨੇ, ਪਿਛਲੀ ਵਾਰੀ ਵੀ ਹਾਰੇ, ਇਸ ਵਾਰੀ ਵੀ ਹਾਰੇ, ਸੰਗਰੂਰ ਵੀ ਹਾਰੇ, ਤੁਸੀਂ ਕਹਿ ਰਹੇ ਹੋ ਨਾ। ਇਹਦੇ ਬਾਵਜੂਦ
ਤੁਸੀਂ ਨੋਟ ਕਰ ਰਹੇ ਹੋ ਕਿ ਸਾਰੀਆਂ ਪਾਰਟੀਆਂ ਦਾ ਟਾਰਗੇਟ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ। ਜੇ ਅਸੀਂ ਇੰਨੇ ਕਮਜ਼ੋਰ ਹੋ ਚੁੱਕੇ ਹਾਂ ਜਾਂ ਖਤਮ ਹੋ ਚੁੱਕੇ ਹਾਂ ਜਾਂ ਸਾਡਾ ਕੋਈ ਵਜੂਦ ਹੀ ਨਹੀਂ ਹੈ ਤਾਂ ਇਹ ਸਾਰਿਆਂ ਦੀ ਨੀਂਦ ਕਿਉਂ ਖਰਾਬ ਹੋਈ ਹੈ? ਕਿਉਂਕਿ ਇੱਕ ਗੱਲ ਹੁੰਦੀ, ਤੁਸੀਂ ਸੁਣੀ ਹੋਣੀ ਹੈ ਪਿੰਡਾਂ ਦੇ ਵਿੱਚ, ਕਿ ਜੇ ਕਿਸੇ ਦਾ ਤੁੱਕਾ ਲੱਗ ਵੀ ਜਾਵੇ ਤਾਂ ਉਹ ਤਗੜੇ ਨੂੰ ਢਾਹ ਵੀ ਲਵੇ ਨਾ, ਉਹ ਤਾਂ ਉੱਪਰ ਬੈਠਾ ਵੀ ਡਰਦਾ ਰਹਿੰਦਾ। ਸ਼੍ਰੋਮਣੀ ਅਕਾਲੀ ਦਲ ਨੂੰ ਇਸ ਵੇਲੇ ਜੋ ਹਾਲਾਤ ਹੈ ਉਹ ਇਦਾਂ ਹੈ ਵੀ ਇਹਨਾਂ ਦਾ ਤੁੱਕਾ ਲੱਗਿਆ ਉੱਪਰ ਬੈਠੇ ਨੇ, ਲੇਕਿਨ ਉੱਪਰ ਬੈਠੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਡਰਾਉਣੇ ਸੁਪਨੇ ਆ ਰਹੇ ਨੇ ਸਾਰਾ ਦਿਨ। ਸ਼੍ਰੋਮਣੀ ਅਕਾਲੀ ਦਲ ਇੰਨੀ ਪੋਜ਼ਿਟਿਵਿਟੀ ਕਿਵੇਂ ਹੈ ਤੁਹਾਡੇ 'ਚ? ਪੋਜ਼ਿਟਿਵਿਟੀ ਕਿਉਂਕਿ ਇਹ ਤੋਂ ਮਾੜੇ ਹਾਲਾਤ ਦੇਖ ਕੇ ਲੜ ਕੇ ਬਾਹਰ ਨਿਕਲ ਚੁੱਕੇ ਆ, ਇਸ ਕਰਕੇ ਪੋਜ਼ਿਟਿਵ। ਔਰ ਪੋਜ਼ਿਟਿਵਿਟੀ ਹੁੰਦੀ ਬੰਦੇ ਨੂੰ ਆਪਣੇ ਕੰਮਾਂ ਉੱਤੇ, ਆਪਣੇ ਕਿਰਦਾਰ ਦੇ ਉੱਤੇ। ਜਦ ਸਾਨੂੰ ਪਤਾ ਹੈ ਕਿ ਅਸੀਂ ਤੁਹਾਡੇ ਹੱਥ 'ਚ ਤੁਸੀਂ ਕੋਈ ਕੰਮ ਕਰਨਾ ਹੁੰਦਾ, ਤੁਸੀਂ ਹੋਰ ਚਿੰਤਾ ਨਹੀਂ ਕਰਨੀ ਹੁੰਦੀ। ਤੁਹਾਡੀ ਬੈਸਟ ਸਟ੍ਰੈਟਜੀ ਕੀ ਹੁੰਦੀ ਹੈ? ਬੈਸਟ ਸਟ੍ਰੈਟਜੀ ਹੁੰਦੀ ਰਾਈਟ ਐਕਸ਼ਨ, ਕਿ ਤੁਸੀਂ ਕੰਮ ਸਹੀ ਕਰਨੇ ਆ। ਉਹਦੇ ਵਿੱਚ ਕੰਮ ਸਹੀ ਕਰਦੇ ਕਰਦੇ ਤੁਹਾਡੇ ਤੇ ਮਾੜੇ ਵਕਤ ਵੀ ਆਉਣਗੇ, ਤਾਂ ਸਾਨੂੰ ਗੁਰੂ ਸਾਹਿਬਾਨ ਦੇ ਵਕਤਾਂ ਤੋਂ ਪਤਾ, ਬਲਕਿ ਉਸ ਤੋਂ ਵੀ ਪਹਿਲਾਂ ਜੇ ਆਪਾਂ ਇਤਿਹਾਸ ਦੇਖਾਂਗੇ ਸਮੁੱਚੀ ਮਨੁੱਖਤਾ ਦਾ, ਤਾਂ ਆਪਾਂ ਦੇਖਾਂਗੇ ਕਿ ਜਿਹੜੇ ਬੰਦੇ ਸਹੀ ਲਾਈਨ ਤੋਂ ਨਹੀਂ ਡੋਲਦੇ ਉਹਨਾਂ ਉੱਤੇ ਬਹੁਤ ਬੜੀ ਔਖਾ ਸਮਾਂ ਆਉਂਦਾ, ਬਹੁਤ ਲੰਬਾ ਸਮਾਂ ਆਉਂਦਾ। ਔਰ ਇਸ ਕਰਕੇ ਕੌਨਫੀਡੈਂਸ ਹੈ ਸਾਨੂੰ, ਕਿਉਂਕਿ ਅਸੀਂ ਰਾਈਟ ਐਕਸ਼ਨ ਵਿੱਚ ਯਕੀਨ ਕਰਦੇ। ਤੁਹਾਨੂੰ ਲੱਗਦਾ ਬਾਉਂਸ ਬੈਕ ਕਰੋਗੇ ਤੁਸੀਂ? ਮੇਰੇ ਖਿਆਲ ਤਾਂ ਇਹ ਸਵਾਲ ਜਿਹੜਾ ਨਾ ਥੋੜਾ ਹੋਰ ਤਰ੍ਹਾਂ ਦਾ ਹੈ ਵੀ ਬਾਉਂਸ ਬੈਕ ਕਰਾਂਗੇ। ਮੈਨੂੰ ਲੱਗਦਾ ਤੁਸੀਂ ਵੀ ਇੱਥੇ ਹੋ, ਆਪਾਂ ਵੀ ਇੱਥੇ ਹਾਂ। ਜਿਵੇਂ ਨਾ ਵੀ ਹੋਇਆ, ਤੁਸੀਂ ਤਾਂ ਬਹੁਤ ਯੰਗ ਹੋ ਜੇ, ਤੁਸੀਂ ਉਹ ਤੋਂ ਬਹੁਤ ਪਹਿਲਾਂ ਛੇਤੀ ਹੀ ਤੁਸੀਂ ਇਹਦੇ 'ਚ ਮੋੜਾ ਪੈਂਦਾ ਦੇਖੋਗੇ। ਕਿਉਂ ਦੇਖੋਗੇ? ਕਿਉਂਕਿ ਇੱਕ ਪੰਜਾਬੀਆਂ ਨੂੰ ਇੱਕ ਸੁਭਾਅ ਆ ਕਿ ਚਲੋ ਆਹ ਵੀ ਟਰਾਈ ਕਰਕੇ ਦੇਖ ਲਈਏ, ਚਲੋ ਆਹ ਵੀ ਟਰਾਈ ਕਰਕੇ ਦੇਖ ਲਈਏ, ਚਲੋ ਆਹ ਸਹੀ। ਉਹ ਪਹਿਲਾਂ ਦੇਖਿਆ ਕਪਤਾਨ ਸਾਹਿਬ, ਤੁਸੀਂ ਮੈਨੂੰ ਇਹ ਗੱਲ ਦੱਸੋ, ਕਿਸੇ ਵੀ ਪੰਜਾਬੀ ਨੂੰ, ਮੈਂ ਇਕੱਲੇ ਸਿੱਖਾਂ ਦੀ ਗੱਲ ਨਹੀਂ ਕਰਦਾ, ਕਿਸੇ ਵੀ ਪੰਜਾਬੀ ਨੂੰ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾ ਲਾਂ, ਕਿਹੜਾ ਪੰਜਾਬੀ ਜਿਹੜਾ ਯਕੀਨ ਨਹੀਂ ਕਰੂਗਾ? ਕਾਂਗਰਸ 'ਤੇ ਯਕੀਨ ਕੀਤਾ ਗਿਆ ਕਿਉਂਕਿ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਹੱਥ 'ਚ ਲਾ ਕੇ ਸਹੁੰਆਂ ਖਾਧੀਆਂ। ਠੀਕ ਹੈ ਨਾ? ਫਿਰ ਉਹਨਾਂ ਸਹੁੰਆਂ ਦਾ ਕੀ ਬਣਿਆ ਮੇਰੇ ਤੋਂ ਬੈਟਰ ਤੁਸੀਂ ਜਾਣਦੇ ਹੋ। ਉਸ ਤੋਂ ਬਾਅਦ ਫਿਰ ਰੌਲਾ ਪਿਆ ਜੀ, ਇਹ ਤਾਂ ਰਲ ਗਿਆ ਜੀ, ਇਹ ਤਾਂ ਰਲ ਗਿਆ ਜੀ, 75-25 ਜੀ, ਫਲਾਨਾ ਜੀ, ਇਹ ਜੀ ਉਹ ਜੀ। ਲੇਕਿਨ ਫਿਰ ਉਹ ਸਰਕਾਰ ਆਈ ਜਿਹੜੀ 100-0 ਵਾਲੀ ਸੀ, ਔਰ ਜੋ ਹੋਇਆ ਉਹ ਸਿੱਧੂ ਸਾਹਿਬ ਨੇ ਕੀਤਾ ਸੀ। ਚੰਨੀ ਸਾਹਿਬ ਦਾ ਤਾਂ ਵਿਚਾਰਿਆਂ ਦਾ ਜੋ ਸੀਗਾ ਤੁਹਾਨੂੰ ਪਤਾ, ਉਹਨਾਂ ਦਾ ਮੈਂ ਬਹੁਤ ਸਤਿਕਾਰ ਕਰਦਾ, ਲੇਕਿਨ ਉਹਨਾਂ ਦੀ ਪਾਰਟੀ ਆਪਣਾ ਸਤਿਕਾਰ ਨਹੀਂ ਸੀ ਉਹਨਾਂ ਦਾ ਕਰ ਰਹੀ, ਤਾਂ ਮੈਂ ਉਹ 'ਚ ਕੀ ਕਰ ਸਕਦਾ। ਸਿੱਧੂ ਸਾਹਿਬ ਦੇ ਕਹਿਣ ਤੇ ਡੀਜੀਪੀ ਲੱਗੇ, ਸਿੱਧੂ ਸਾਹਿਬ ਦੇ ਕਹਿਣ ਤੇ ਏਜੀ ਲੱਗੇ, ਸਿੱਧੂ ਸਾਹਿਬ ਦੇ ਕਹਿਣ ਤੇ ਪਾਰਟੀ ਦੇ ਹੁਕਮ ਚੱਲਦੇ ਸੀ, ਸਿੱਧੂ ਸਾਹਿਬ ਦੇ ਕਹਿਣ ਤੇ ਪ੍ਰਧਾਨ ਬਦਲੇ ਗਏ। ਉਸੇ ਸਿੱਧੂ ਵੱਲੋਂ ਵਰਚੁਅਲੀ ਸੁਪਰ ਸੀਐਮ ਸੀਗੇ ਉਸ ਵੇਲੇ। ਉਸੇ ਟਾਈਮ ਦੇ ਵਿੱਚ ਵੀ ਉਹ ਗੱਲਾਂ ਜਿਹੜੀਆਂ ਕਹਿੰਦੇ ਸੀ ਇਹ ਤਾਂ 24 ਘੰਟਿਆਂ 'ਚ ਕਰਨੇ ਵਾਲੀਆਂ ਗੱਲਾਂ ਨੇ, ਤੁਸੀਂ ਸਾਰਾ ਚੱਕ ਕੇ ਦੇਖ ਲਓ। ਉਹਨਾਂ 24 ਘੰਟਿਆਂ ਦੇ ਵਿੱਚ ਜਾਂ ਜਿਹੜੇ 4 ਮਹੀਨੇ ਜਾਂ 6 ਮਹੀਨੇ ਜਿੰਨਾ ਚਿਰ ਵੀ ਇਹ ਰਹੇ, ਇਹਨਾਂ ਦਾ ਇੱਕੋ ਇੱਕ ਫੋਕਸ ਰਿਹਾ। ਸ਼੍ਰੋਮਣੀ ਅਕਾਲੀ ਦਲ ਕਹਿੰਦੇ ਕੀ ਨੇ? ਅਕਾਲੀ ਦਲ ਤਾਂ ਠੀਕ ਹੈ ਜੀ ਤੇ ਬਾਦਲ ਮਾੜੇ। ਜੇ ਅਕਾਲੀ ਦਲ ਠੀਕ ਹੈ ਤੁਸੀਂ ਅਕਾਲੀ ਦਲ 'ਚ ਆ ਜਾਓ, ਫਿਰ ਛੱਡੋ ਪਾਰਟੀਆਂ ਬਾਕੀ ਸਾਰੀਆਂ, ਤੁਸੀਂ ਇੱਧਰ ਹੀ ਆ ਜਾਓ ਤੇ ਆ ਕੇ ਅੰਦਰ ਚੇਂਜ ਕਰ ਲਓ ਜੋ ਤੁਸੀਂ ਚਾਹੁੰਦੇ ਹੋ। ਅਸਲ ਗੱਲ ਕੀ ਹੈ? ਅਕਾਲੀ ਦਲ ਤੋਂ ਡਰ ਆਉਂਦਾ, ਬਾਦਲਾਂ ਤੋਂ ਨਹੀਂ। ਸੁਖਬੀਰ ਸਿੰਘ ਬਾਦਲ ਤੋਂ, ਸਰ ਸੁਖਬੀਰ ਸਿੰਘ ਬਾਦਲ ਤੋਂ ਡਰ ਇਸ ਕਰਕੇ ਆਉਂਦਾ ਕਿ ਅਕਾਲੀ ਦਲ ਨੂੰ ਇਹਨਾਂ 'ਚ ਫੇਥ ਹੈ। ਅਕਾਲੀ ਦਲ ਨੂੰ ਇਹਨਾਂ ਨੇ ਪਹਿਲਾਂ ਵੀ ਮੁਸ਼ਕਿਲ 'ਚੋਂ ਕੱਢਿਆ। ਔਰ ਤੁਹਾਨੂੰ ਹੋਰ ਦੱਸਾਂ, ਪ੍ਰਧਾਨ ਤਾਂ ਬਦਲਦੇ ਰਹਿੰਦੇ ਹੁੰਦੇ ਆ। ਪ੍ਰਧਾਨ ਕਿੰਨੇ ਸਾਲ ਕੋਈ ਰਹਿ ਲੇਗਾ? ਤੁਹਾਡੀ ਬੰਦੇ ਦੀ, ਇਨਸਾਨ ਦੀ ਜ਼ਿੰਦਗੀ ਕਿੰਨੀ ਹੁੰਦੀ ਹੈ? ਇੰਸਟੀਟਿਊਸ਼ਨ ਦੀ ਜ਼ਿੰਦਗੀ ਤਾਂ ਹਜ਼ਾਰਾਂ ਸਾਲ ਹੁੰਦੀ ਹੈ, 100 ਸਾਲ ਤੋਂ ਉੱਪਰ ਤਾਂ ਤੁਸੀਂ ਗੱਲ ਕਰ ਚੁੱਕੇ ਹੋ। ਤਾਂ ਕਿੰਨੇ ਪ੍ਰਧਾਨ ਬਦਲ ਗਏ ਨੇ, ਅੱਗੋਂ ਵੀ ਬਦਲਦੇ ਰਹਿਣੇ ਨੇ, ਇਹ ਤਾਂ ਨਹੀਂ ਬਦਲਦੇ ਰਹਿਣੇ। ਲੇਕਿਨ ਸ਼੍ਰੋਮਣੀ ਅਕਾਲੀ ਦਲ ਦਾ ਡਰ ਇਹਨਾਂ ਨੂੰ ਹਮੇਸ਼ਾ ਰਹਿਣਾ, ਪ੍ਰਧਾਨ ਕੋਈ ਹੁੰਦਾ ਹੋਏ। ਚਲੋ ਮੈਂ ਐਸੇ ਨਾਲ ਦੱਸਾਂਗਾ, ਇਸ ਵੇਲੇ ਤਾਂ ਡਰ ਰਹੇ ਨੇ ਕਿਉਂਕਿ ਜਿਹੜੇ 10 ਸਾਲ ਸ਼੍ਰੋਮਣੀ ਅਕਾਲੀ ਦਲ ਨੇ ਸੇਵਾ ਕੀਤੀ ਸੀ, ਉਹਦੇ ਬਾਰੇ ਤੁਸੀਂ ਮੇਰੇ ਨਾਲ ਗੱਲ ਕਰ ਲਿਓ। ਜਿੱਥੇ ਪੰਜਾਬ ਨੂੰ ਛੱਡ ਕੇ ਗਏ ਸੀ ਉੱਥੇ ਵੀ ਛੱਡ ਦਿੰਦੇ ਤਾਂ ਬਹੁਤ ਸੀਗਾ। ਇਹ ਤਾਂ ਉਹ ਤੋਂ ਕਿੰਨਾ ਪਿੱਛੇ ਲੈ ਗਏ ਨੇ। ਪਾਵਰ ਸਰਪਲਸ ਦੀ ਥਾਂ ਪਾਵਰ ਕੱਟ ਆ ਰਹੇ ਨੇ, ਸੜਕਾਂ ਇਹਨਾਂ ਤੋਂ ਰਿਪੇਅਰ ਨਹੀਂ ਹੋ ਰਹੀਆਂ, ਕੋਈ ਸਕੀਮਾਂ ਇਹਨਾਂ ਤੋਂ ਲਾਗੂ ਨਹੀਂ ਹੋ ਰਹੀਆਂ, ਸੁਵਿਧਾ ਸੈਂਟਰ ਬੰਦ ਕਰ ਦਿੱਤੇ ਨੇ, ਮੈਰੀਟੋਰੀਅਸ ਸਕੂਲ ਬੰਦ ਕਰ ਦਿੱਤੇ ਨੇ। ਗੱਲਾਂ ਕਰਦੇ ਨੇ ਇਹ ਪ੍ਰੋਗਰੈਸ ਦੀਆਂ। ਯਾਨੀ ਜੇ 10 ਸਾਲ ਪਹਿਲਾਂ ਜੋ ਤਰੱਕੀ ਦਾ ਸਪੀਡ ਫੜੀ ਸੀ ਪੰਜਾਬ ਨੇ, ਮੈਂ ਇੰਡੀਪੈਂਡੈਂਟ ਕਹਿੰਦਾ, ਕੋਈ ਆਪਣੇ ਆਪ ਸੋਚ ਲਏ, ਜੇ ਉਹ ਸਪੀਡ ਕਾਇਮ ਰਹਿੰਦੀ ਤੇ ਅੱਜ ਪੰਜਾਬ ਕਿੱਥੇ ਦਾ ਕਿੱਥੇ ਹੁੰਦਾ। ਲੇਕਿਨ ਅੱਜ ਵੀ ਉਹਦੇ ਕਰਕੇ ਪੰਜਾਬ ਅੱਜ ਵੀ ਇਹ ਕਹਿੰਦੇ 98ਵੇਂ ਨੰਬਰ ਤੇ, ਫਲਾਣੇ ਨੰਬਰ ਤੇ ਚਲਾ ਗਿਆ। 14ਵੇਂ ਨੰਬਰ ਤੇ ਸੀ ਐਜੂਕੇਸ਼ਨ ਜਦੋਂ ਅਸੀਂ ਟੇਕ ਓਵਰ ਕੀਤਾ ਸੀਗਾ, 3ਜੇ ਨੰਬਰ ਤੇ ਛੱਡ ਕੇ ਗਏ ਸੀ। ਔਰ ਅੱਜ ਵੀ ਪੰਜਾਬ ਦਾ ਇਨਫਰਾਸਟ੍ਰਕਚਰ ਪੂਰੇ ਹਿੰਦੁਸਤਾਨ 'ਚ ਬੈਸਟ ਹੈ। ਚਲੋ ਮੈਂ ਇੱਕ ਛੋਟਾ ਬ੍ਰੇਕ ਲੂੰਗਾ, ਬ੍ਰੇਕ ਤੋਂ ਵਾਪਸ ਆਊਂਗਾ। ਮਿਸਟਰ ਬੈਂਸ ਤੋਂ ਬਹੁਤ ਸਾਰੇ ਜਵਾਬ ਲੈਣੇ ਆ। ਇੱਕ ਸਵਾਲ ਦਾ ਜਵਾਬ ਸ਼ਾਇਦ ਉਹਨਾਂ ਨੇ ਮੈਨੂੰ ਨਹੀਂ ਦਿੱਤਾ ਹੈਗਾ, ਜਿਹਦਾ ਜਵਾਬ ਮੈਂ ਵਾਪਸ ਆ ਕੇ ਲਊਂਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੇ ਅੱਜ ਇਹ ਹਾਲਾਤ ਹੋਏ ਹੈ ਤਾਂ ਕਿਤੇ ਦਿੱਲੀ ਨਾਲ ਯਾਰੀ ਹੁੰਦੀ ਵਜ੍ਹਾ ਤਾਂ ਨਹੀਂ ਹੈ। ਵਾਪਸ ਆ ਗਿਆ। ਫਿਰ ਸਵਾਗਤ ਕਰਦੇ ਹਾਂ। ਬੈਂਸ ਸਾਹਿਬ, ਮੈਂ ਸਵਾਲ ਇਹ ਪੁੱਛਿਆ ਸੀ ਸ਼੍ਰੋਮਣੀ ਅਕਾਲੀ ਦਲ ਦਾ ਡਾਊਨਫਾਲ ਦੀ ਸਭ ਤੋਂ ਵੱਡੀ ਵਜ੍ਹਾ ਤੁਹਾਨੂੰ ਕੀ ਲੱਗਦੀ ਹੈ? ਜੋ ਸਾਡੇ ਆਪਸ ਵਿੱਚ ਚਰਚਾਵਾਂ ਹੁੰਦੀਆਂ ਉਹਦੇ ਵਿੱਚ ਸਾਨੂੰ ਇਹ ਵੱਡੀ ਵਜ੍ਹਾ ਲੱਗਦੀ ਹੈ ਕਿ
ਜਿਹੜੇ ਪੰਥ ਦੇ ਸਟੇਕ ਸੀਗੇ, ਲੋਕ ਇਹ ਗੱਲਾਂ ਕਰਦੇ ਆ, ਉਹ ਅਕਾਲੀ ਦਲ ਨੇ ਦਿੱਲੀ ਦੇ ਵਿੱਚ ਗਿਰਵੀ ਰੱਖ ਦਿੱਤੇ। ਪਹਿਲਾ ਸਵਾਲ। ਦੂਜਾ ਸਵਾਲ ਇਹ ਆ, ਨਾਲ ਹੀ ਉਹਦੇ ਜੁੜਿਆ ਹੋਇਆ, ਕਿ ਤੁਸੀਂ ਕੇਂਦਰ ਦੇ ਅੱਗੇ ਇੰਨੀਆਂ ਕੁ ਜਿਹੜੀਆਂ ਪੰਜਾਬ ਦੇ ਏਜੰਡੇ ਸੀਗੇ ਉਹਨਾਂ ਨੂੰ ਨਹੀਂ ਚੁੱਕਿਆਗਾ, ਜਿਹਦੇ ਕਰਕੇ ਤੁਹਾਡਾ ਡਾਊਨਫਾਲ ਹੋਇਆ। ਤੁਸੀਂ ਇਹ ਵਜ੍ਹਾ ਮੰਨਦੇ ਹੋ ਕਿ ਦਿੱਲੀ ਨਾਲ ਯਾਰੀ ਤੁਹਾਨੂੰ ਮਹਿੰਗੀ ਪਈ ਹੈ? ਪਹਿਲਾਂ ਤਾਂ ਮੈਂ ਜਦੋਂ ਤੁਸੀਂ ਸ਼ੁਰੂ 'ਚ ਕਿਹਾ, ਤੁਸੀਂ ਸਵਾਲ ਪੁੱਛਿਆ ਸੀ, ਮੈਂ ਜਵਾਬ ਨਹੀਂ ਦਿੱਤਾ। ਮੈਂ ਜਵਾਬ ਕਮਲਪ੍ਰੀਤ ਦੇਤਾ, ਤੁਸੀਂ ਸ਼ਾਇਦ ਉਹਨੂੰ ਨੋਟਿਸ ਨਹੀਂ ਕੀਤਾ। ਮੈਂ ਪਹਿਲਾਂ ਹੀ ਜਵਾਬ ਦੇਤਾ। ਤੁਸੀਂ ਇਹ ਕਿਹਾ ਨਾ ਬਹੁਤ ਵਜ੍ਹਾ ਹੋ ਸਕਦੀ ਹੈ। ਮੈਂ ਵੱਡੀ ਵਜ੍ਹਾ ਮੈਂ ਤੁਹਾਨੂੰ ਵੱਡੀ ਵਜ੍ਹਾ ਤੁਹਾਨੂੰ ਇਹ ਦੱਸਤੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਉੱਪਰ ਬੈਠੇ ਵੀ ਲੋਕ ਡਰ ਰਹੇ ਨੇ, ਉਸ ਕਰਕੇ ਜਿਹੜੀਆਂ ਸਾਜ਼ਿਸ਼ਾਂ ਰਚ ਕੇ ਪਾਰਟੀ ਨੂੰ ਬਦਨਾਮ ਕਰਨੇ ਦੇ ਲਈ ਲੀਡਰਸ਼ਿਪ ਨੂੰ ਬਦਨਾਮ ਕਰਦੇ ਨੇ। ਕਿਉਂਕਿ ਸਿੱਧੀ ਗੱਲ ਹੈ ਕਿ ਤੁਸੀਂ ਜੇ ਲੀਡਰ ਨੂੰ ਬਦਨਾਮ ਕਰੋਗੇ ਤਾਂ ਕੁਦਰਤੀ ਗੱਲ ਹੈ ਕਿ ਪਾਰਟੀ ਡਿਮੋਰਲਾਈਜ਼ ਹੋਏਗੀ। ਪਾਰਟੀ ਤੁਸੀਂ ਇੰਨੀਆਂ ਚਲਾਕੀਆਂ ਕਿ ਸ਼੍ਰੋਮਣੀ ਅਕਾਲੀ ਦਲ ਚੰਗਾ ਹੈ ਤੇ ਬਾਦਲ ਮਾੜੇ, ਵੀ ਮੈਂ ਤਾਂ ਬਾਰ-ਬਾਰ ਕਹਿਣਾ ਇਹ ਗੱਲ ਵੀ ਤੁਸੀਂ ਚਲੋ, ਤੁਸੀਂ ਸਾਰੇ ਅਕਾਲੀ ਦਲ 'ਚ ਆ ਜਾਓ, ਆਪਾਂ ਸੋਚ ਲਾਂਗੇ ਫਿਰ ਤੁਹਾਡੇ ਬਾਰੇ। ਨਹੀਂ, ਮੈਂ ਉਸ ਬ੍ਰੈਕਟ 'ਚੋਂ ਬਾਹਰ ਨਿਕਲ ਕੇ ਸਵਾਲ ਕਰ ਰਿਹਾ ਨਾ, ਉਹ 'ਚ ਬਾਹਰ ਆਣਾ ਜਿਹੜੀ ਹੁਣ ਤੁਸੀਂ ਗੱਲ ਕਰ ਰਹੇ ਹੋ ਦਿੱਲੀ ਨਾਲ, ਕਿ ਦਿੱਲੀ ਨਾਲ ਪੰਥਕ ਇੰਟਰਸਟ। ਕਮਲਪ੍ਰੀਤ ਜੀ, ਮੈਂ ਤੁਹਾਨੂੰ ਗੱਲ ਪੁੱਛਣੀ ਚਾਹੁੰਦਾ, ਕਾਊਂਟਰ ਸਵਾਲ ਆ ਮੇਰਾ, ਕਿ ਰਾਜੋਆਣਾ ਸਾਹਿਬ, ਦਵਿੰਦਰਪਾਲ ਸਿੰਘ ਭੁੱਲਰ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਜਦੋਂ ਦੋਨਾਂ ਨੂੰ ਫਾਂਸੀ ਦੀ ਸਜ਼ਾ ਹੋਈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਡੈਲੀਗੇਸ਼ਨ ਨੂੰ ਲੈ ਕੇ ਪ੍ਰਾਈਮ ਮਿਨਿਸਟਰ ਨੂੰ 3 ਵਾਰੀ ਮਿਲੇ, ਰਾਸ਼ਟਰਪਤੀ ਨੂੰ 2 ਵਾਰੀ ਮਿਲੇ। ਸਰਦਾਰ ਸੁਖਬੀਰ ਸਿੰਘ ਬਾਦਲ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ 3 ਵਾਰੀ ਰਾਸ਼ਟਰਪਤੀ ਕੋਲ ਡੈਲੀਗੇਸ਼ਨ ਲੈ ਕੇ ਗਏ ਦਵਿੰਦਰਪਾਲ ਸਿੰਘ ਭੁੱਲਰ ਦੇ ਇਸ਼ੂ ਦੇ ਉੱਤੇ, ਜਿਹਨੂੰ ਕਿ ਇਸ ਕਰਕੇ ਸਜ਼ਾ ਸੁਣਾਈ ਗਈ ਸੀ ਕਿ ਪੰਥ ਦੇ ਜਜ਼ਬੇ 'ਚ ਆ ਕੇ ਨੇ ਜੋ ਕੁਝ ਕੀਤਾ। ਅਸੀਂ ਪ੍ਰੀਸਾਈਜ਼ਲੀ ਇਹੀ ਗੱਲ ਕਹੀ ਸੀ ਕਿ ਉਹਨਾਂ ਨੇ ਜਜ਼ਬੇ 'ਚ ਆ ਕੇ ਕੀਤਾ। ਉਹ ਉਸ ਵੇਲੇ ਇਮੋਸ਼ਨਲ ਗੱਲ ਸੀ, ਲੇਕਿਨ ਉਹ ਤੋਂ ਬਾਅਦ ਇਹ ਵੀ ਹੈ ਕਿ ਉਹਨਾਂ ਨੇ ਸਜ਼ਾ ਕਿੰਨੀ ਕੱਟ ਲਈ ਹੈ। ਸੋ ਅਸੀਂ ਸਰਕਾਰ ਦੇ ਹੁੰਦੇ ਇਸ਼ੂ ਉਠਾਏ ਸੀਗੇ। ਇਹ ਤਾਂ ਸਭ ਤੋਂ ਔਖੇ ਇਸ਼ੂ ਸੀਗੇ ਕਿ ਇੱਕ ਬੰਦੇ ਨੂੰ ਸੁਪਰੀਮ ਕੋਰਟ, ਦੇਸ਼ ਦੀ ਸੁਪਰੀਮ ਕੋਰਟ ਇਸ ਬੰਦੇ ਨੂੰ ਐਡਜੂਡੀਕੇਟ ਕਰ ਰਹੀ ਹੈ ਕਿ ਇਹਨਾਂ ਨੂੰ ਫਾਂਸੀ ਦੇ ਦਿੱਤੀ ਜਾਵੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ, ਤੁਸੀਂ ਤਾਂ ਸ਼ਾਇਦ ਉਸ ਪ੍ਰੈਸ ਕਾਨਫਰੰਸ ਸੀਗੇ, ਮੁੱਖ ਮੰਤਰੀ ਸੀਗੇ ਉਦੋਂ, ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀਗਾ ਕਿ ਫਾਂਸੀ ਲੱਗੇਗੀ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਲੱਗੇਗੀ, ਇਹਨਾਂ ਨੂੰ ਨਹੀਂ ਲੱਗੇਗੀ, ਕਿਉਂਕਿ ਇਹਨਾਂ ਨੇ ਜੋ ਕੀਤਾ ਸੀ ਪੰਥ ਦੇ ਜਜ਼ਬੇ 'ਚ ਕੀਤਾ ਸੀ, ਉਸ ਵੇਲੇ ਦੇ ਮਾਹੌਲ ਦੇ ਵਿੱਚੋਂ ਜੋ ਕੀਤਾ ਸੀ, ਲੇਕਿਨ ਉਹਦੀ ਸਜ਼ਾ ਵੀ ਭੁਗਤ ਲਈ ਹੈ। ਔਰ ਹੁਣ ਤਾਂ ਸੁਪਰੀਮ ਕੋਰਟ ਵੀ ਕਹਿ ਰਹੀ ਹੈ ਕਿ ਇਹਨਾਂ ਨੂੰ ਛੱਡਣ 'ਚ ਕੋਈ ਇਤਰਾਜ਼ ਨਹੀਂ। ਦਵਿੰਦਰਪਾਲ ਸਿੰਘ ਭੁੱਲਰ ਬਾਰੇ ਤਾਂ ਕਹਿ ਰਹੀ ਹੈ। ਔਰ ਉਹ ਜਿਹੜੀ ਕਮੇਟੀ ਹੈ, ਤੁਹਾਨੂੰ ਵੀ ਯਾਦ ਆ ਕਿ ਕੇਜਰੀਵਾਲ ਜਦੋਂ ਇਲੈਕਸ਼ਨਾਂ ਹੋਈਆਂ ਸੀ ਤੇ ਉਹ ਤੋਂ ਬਾਅਦ ਇੱਥੇ ਲੋਕਾਂ ਨੇ ਉਹਨਾਂ ਨੂੰ ਸਵਾਲ ਕੀਤਾ ਸੀ, ਤੁਹਾਡੇ ਵਰਗੇ ਪੱਤਰਕਾਰਾਂ ਨੇ, ਕਿ ਉਹ ਕਮੇਟੀ ਜਿਹੜੀ ਆਪਣੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਲੀਜ਼ ਕਿਉਂ ਨਹੀਂ ਕੀਤਾ ਜਾ ਰਿਹਾ। ਤਾਂ ਉਹਨੇ ਜਵਾਬ ਪਹਿਲਾਂ ਤਾਂ ਇਹ ਦਿੱਤਾ ਸੀ ਕਿ ਇਹ ਤਾਂ ਸਾਡੇ ਦਾਇਰੇ 'ਚ ਨਹੀਂ, ਇਹ ਤਾਂ ਕੇਂਦਰ ਦੇ ਦਾਇਰੇ 'ਚ ਆ। ਲੇਕਿਨ ਜਦੋਂ ਅਸੀਂ ਪੁਆਇੰਟ ਆਊਟ ਕੀਤਾ ਕਿ ਕੇਂਦਰ ਨੂੰ ਤੇ ਕੇਂਦਰ ਲਿਖ ਕੇ ਦੇਤਾ ਵੀ ਸਾਨੂੰ ਕੋਈ ਇਤਰਾਜ਼ ਨਹੀਂ, ਸੁਪਰੀਮ ਕੋਰਟ ਨੇ ਕਹਿਤਾ ਸਾਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਕਮੇਟੀ ਬਣਾਈ ਹੋਈ ਹੈ ਜਿਸ 'ਚ ਇਹ ਫੈਸਲਾ ਲੈਣਾ ਕਿ ਇਹਨਾਂ ਨੂੰ ਰਿਹਾ ਕੀਤਾ ਜਾਏ ਕਿ ਨਾ ਕੀਤਾ ਜਾਏ, ਉਹ ਫੈਸਲਾ ਉਸ ਕਮੇਟੀ ਨੇ ਨਹੀਂ ਲਿਆ, ਉਹਨਾਂ ਦੇ ਖਿਲਾਫ ਲਿਆ। ਇਹਨਾਂ ਨੇ ਤਾਂ ਫਿਰ ਮੋਗੇ 'ਚ ਪ੍ਰੈਸ ਕਾਨਫਰੰਸ ਕਿਹਾ ਸੀਗਾ ਕਿ ਮੈਂ ਜਾਂਦਾ ਹੀ ਮੀਟਿੰਗ ਕਰਾ ਦੇਣਾ। ਤੁਸੀਂ ਸੈਂਟੈਂਸ ਰਿਵਿਊ ਬੋਰਡ ਦੀ ਬੈਠਕ ਦੀ ਗੱਲ ਕਰਦੇ ਹੋ? ਹਾਂ ਬਿਲਕੁਲ, ਉਹ ਨਹੀਂ ਕੀਤਾ। ਮੇਰਾ ਸਵਾਲ ਇਹ ਹੈ, ਤੁਸੀਂ ਬੰਦੀ ਸਿੰਘਾਂ ਦਾ ਮੁੱਦਾ ਚੱਕਦੇ ਪਿਓ ਨਾ, ਬੰਦੀ ਸਿੰਘਾਂ ਦਾ ਮੁੱਦਾ ਤੁਹਾਡਾ ਤਾਂ ਸੰਗਰੂਰ ਦੇ ਲੋਕਾਂ ਨੇ ਮੰਨਿਆ ਨਹੀਂਗਾ। ਦੇਖੋ, ਬਹੁਤ ਵਾਰੀ ਇਦਾਂ ਹੁੰਦਾ ਹੈ ਕਿ ਤੁਸੀਂ ਕਿਸੇ ਪ੍ਰਿੰਸੀਪਲ ਤੇ ਖੜਦੇ ਆ, ਅਸੂਲ ਤੇ ਖੜਦੇ ਆ, ਤੁਹਾਨੂੰ ਲੜਨਾ ਪੈਂਦਾ। ਬਹੁਤ ਵਾਰੀ ਇਦਾਂ ਹੁੰਦਾ ਹੈ ਕਿ ਤੁਹਾਨੂੰ ਕਈ ਵਾਰੀ ਇਕੱਲੇ ਹੀ ਚੱਲਣਾ ਪੈਂਦਾ। ਲੇਕਿਨ ਜੇ ਤੁਸੀਂ ਇਹ ਸੋਚੋ ਕਿ ਮੇਰੇ ਨਾਲ ਤਾਂ ਕੋਈ ਵੀ ਨਹੀਂ ਚੱਲ ਰਿਹਾ, ਮੇਰੇ ਨਾਲ ਤਾਂ 2 ਬੰਦੇ ਵੀ ਨਹੀਂ ਚੱਲ ਰਹੇ, ਫਿਰ ਤੁਹਾਡੇ ਕੋਲ ਚੋਇਸ ਕੀ ਰਹਿ ਜਾਂਦੀ ਹੈ ਕਿ ਜਾਂ ਤਾਂ ਅਸੂਲ ਛੱਡ ਦਿਓ ਜਾਂ ਇਸ ਫੇਥ ਤੇ ਖੜੇ ਰਹੋ ਵੀ ਗੁਰੂ ਮਹਾਰਾਜ ਸਾਡੇ ਦੇ ਸਿਰ ਤੇ ਹੱਥ ਰੱਖਣਗੇ, ਅਸੀਂ ਸਹੀ ਹਾਂ। ਜਿਹੜੀ ਗੱਲ ਅੱਜ ਅਸੀਂ ਨਹੀਂ ਸਮਝਾ ਪਾ ਰਹੇ ਜਾਂ ਕੋਈ ਨਹੀਂ ਸਮਝ ਪਾ ਰਿਹਾ, ਅੱਜ ਨਹੀਂ ਕੱਲ ਨਹੀਂ ਪਰਸੋਂ, ਕਿਉਂਕਿ ਗੱਲ ਸੱਚੀ ਹੈ, ਇਸ ਕਰਕੇ ਨਾਲ ਖੜਨਗੇ। ਨਹੀਂ, ਤੁਸੀਂ ਬੈਂਸ ਸਾਹਿਬ, ਤੁਸੀਂ ਆਪਣੀ ਗੱਲ ਵੀ ਕਰ ਲਿਓ। ਤੁਸੀਂ ਇਹ ਗੱਲ ਕਹੀ ਸੀ ਕਿ ਕਮਲਦੀਪ ਕੌਰ ਰਾਜੋਆਣਾ ਜੇ ਮੈਂਬਰ ਪਾਰਲੀਮੈਂਟ ਬਣਦੇ ਆ ਤਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਬਿਹਤਰ ਤਰੀਕੇ ਨਾਲ ਚੱਕ ਸਕਦੇ ਆ। ਕਿ 2 MP ਇਸ ਤੋਂ ਪਹਿਲਾਂ ਅਕਾਲੀ ਦਲ ਦੇ, ਕੀ ਉਹ ਬਿਹਤਰ ਤਰੀਕੇ ਨਾਲ ਨਹੀਂ ਚੱਕ ਸਕਦੇ? ਅਸੀਂ ਇਹ ਨਹੀਂ ਕਿਹਾ ਵੀ ਉਹਨਾਂ ਨੂੰ ਬਿਹਤਰ ਤਰੀਕੇ ਨਾਲ ਚੱਕ ਲਾਂਗੇ। ਅਸੀਂ ਇੱਕ ਕਮੇਟੀ ਦੀ ਮੀਟਿੰਗ ਹੋਈ, ਤੁਹਾਨੂੰ ਯਾਦ ਹੋਵੇ, ਸਾਰੀਆਂ ਪੰਥਕ ਜਥੇਬੰਦੀਆਂ ਇਕੱਠੀਆਂ ਹੋ ਕੇ, ਸਿਮਰਜੀਤ ਸਿੰਘ ਮਾਨ ਹੋਣੀ ਵੀ ਉੱਚ ਸੀਗੇ, ਇਹ ਫੈਸਲਾ ਕੀਤਾ ਸੀ ਕਿ ਪੰਥ ਦੇ ਵਿੱਚ ਜਿਹੜੀਆਂ ਅਲੱਗ-ਅਲੱਗ ਆਵਾਜ਼ਾਂ ਉੱਠ ਰਹੀਆਂ ਨੇ, ਜੇ ਇੱਕ ਯੱਕ ਜ਼ੁਬਾਨ ਹੋ ਕੇ ਗੱਲ ਕਰਾਂਗੇ ਤਾਂ ਗੱਲ ਦਾ ਅਸਰ ਹੋਏਗਾ, ਜ਼ਿਆਦਾ ਹੋਏਗਾ। ਤੇ ਆਪਾਂ ਸਾਰੇ ਜਿਹੜੇ ਆਪਸ ਵਿੱਚ ਲੜਾਈਆਂ ਕਰਦੇ ਆਪਾਂ ਇਕੱਠੇ ਹੋਈਏ, ਇਕੱਠੇ ਹੋ ਕੇ ਏਕਤਾ ਦੇ ਨਾਲ ਕੋਈ ਗੱਲ, ਜਿੰਨੇ ਵੀ ਪੰਥਕ ਦੇ ਮੁੱਦੇ ਆਪਾਂ ਇਕੱਠੇ ਹੋ ਕੇ ਉਠਾਈਏ ਸਾਰੇ, ਤਾਂ ਕਿ ਸਾਡੀ ਕੋਈ ਕਮਜ਼ੋਰੀ ਜਿਹੜੀ ਹੈ ਵੀ ਜੇ ਅਸੀਂ ਆਪਸ ਵਿੱਚ ਹੀ ਨਹੀਂ ਇਕੱਠੇ ਹੁੰਦੇ ਉਹ ਦੂਰ ਹੋਵੇ। ਉਹਦੇ ਵਿੱਚ ਕੀ ਸੀਗਾ, ਬੰਦੀ ਸਿੰਘਾਂ ਦਾ ਮੁੱਦਾ ਮੁੱਖ ਤੌਰ ਤੇ ਆਇਆ, ਤੁਹਾਨੂੰ ਪਤਾ ਹੀ ਹੈ ਨਾ। ਉੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਵੀ ਕਿਹਾ ਤੇ ਉੱਥੇ ਹਰਿਮੰਦਰ ਸਾਹਿਬ ਦੇ ਬਾਹਰ ਕੰਪਲੈਕਸ ਦੇ ਨਾਲ ਹੀ ਮੀਟਿੰਗ ਵੀ ਹੋਈ। ਉਹਦੇ ਵਿੱਚ ਸਾਰੇ ਇਸ ਗੱਲ ਤੇ ਸਹਿਮਤ ਵੀ ਹੋਏ ਕਿ ਜਿਹੜਾ ਅਗਲੀ ਪਾਰਲੀਮੈਂਟ ਚੋਣ ਹੋਣੀ ਹੈ ਉਹਦੇ ਵਿੱਚ ਬੰਦੀ ਸਿੰਘਾਂ ਦਾ ਮੁੱਦਾ ਹੋਣਾ ਚਾਹੀਦਾ। ਔਰ
ਇਹ ਵੀ ਫੈਸਲਾ ਹੋਇਆ ਸੀ ਉੱਥੇ ਕਿ ਜਿਹੜੇ ਬੰਦੀ ਸਿੰਘਾਂ ਦੇ ਪਰਿਵਾਰਾਂ 'ਚੋਂ ਕੋਈ ਬੰਦਾ ਜਿਹੜਾ ਹੈ ਉਹਨੂੰ ਮੌਕਾ ਦਿੱਤਾ ਜਾਵੇ। ਤਾਂ ਇਹ ਅਸੀਂ ਇਹ ਨਹੀਂ ਵੀ ਜਿੱਤਦਾ ਕਿ ਹਾਰਦਾ, ਤੁਸੀਂ ਇੱਕ ਜਜ਼ਬਾ ਆਪਣਾ ਪ੍ਰਗਟ ਕਰੋਗੇ ਕੌਮ ਦੇ ਸਾਹਮਣੇ, ਦੇਸ਼ ਦੇ ਸਾਹਮਣੇ ਕਿ ਇਹ ਅਸੀਂ ਇਹਨਾਂ ਪਰਿਵਾਰਾਂ ਦੇ ਨਾਲ ਖੜੇ ਹਾਂ। ਇਹ ਮੈਸੇਜ ਦੇਣਾ ਸੀਗਾ। ਜਿੱਤਣ ਹਾਰਨ ਦੀ ਗੱਲ ਤਾਂ ਵਾਹਿਗੁਰੂ ਦੇ ਹੱਥ ਹੁੰਦੀ ਹੈ, ਲੇਕਿਨ ਤੁਸੀਂ ਰਾਈਟ ਐਕਸ਼ਨ ਲੈਣਾ ਹੁੰਦਾ, ਸਹੀ ਐਕਸ਼ਨ ਲੈਣਾ। ਸਹੀ ਐਕਸ਼ਨ ਇਹ ਸੀ ਵੀ ਜਿਸ ਇਸ਼ੂ ਤੇ ਤੁਸੀਂ ਗੱਲਾਂ ਕਰ ਰਹੇ ਹੋ ਤੇ ਉਸ ਉਹਨਾਂ ਜਿਹੜੇ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ ਨੇ, ਉਹਨਾਂ ਕੁਰਬਾਨੀਆਂ ਵਾਲੇ ਪਰਿਵਾਰਾਂ 'ਚੋਂ ਕੋਈ ਬੰਦਾ ਜੇ ਰਿਪਰੈਜ਼ੈਂਟ ਕਰੇਗਾ ਤਾਂ ਦੇਸ਼ ਨੂੰ ਇੱਕ ਮੈਸੇਜ ਜਾਏਗਾ। ਤੁਸੀਂ ਮੈਸੇਜ ਦੇਣਾ ਚਾਹ ਰਹੇ ਸੀ? ਬਿਲਕੁਲ ਕਲੀਅਰ। ਅੱਛਾ, ਉਹਦੇ ਬਾਰੇ ਫੈਸਲਾ ਵੀ ਹੋ ਗਿਆ। ਅਸੀਂ ਤਾਂ ਇਹ ਵੀ ਕਿਹਾ ਸੀਗਾ, ਕਈ ਬੰਦੇ ਕਹਿੰਦੇ ਜੀ ਮਾਨ ਸਾਹਿਬ ਕੋਲ ਕਿਉਂ ਗਏ? ਮੈਂ ਕਹਿੰਦਾ ਬਿਲਕੁਲ ਸਹੀ ਗਏ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮਾਨ ਸਾਹਿਬ ਦੇ ਘਰੇ ਜਾ ਕੇ ਬੇਨਤੀ ਕਰਕੇ ਬਿਲਕੁਲ ਸਹੀ ਕੀਤਾ। ਉਹ ਕਿਉਂ? ਕਿਉਂਕਿ ਉਹਨਾਂ ਨੇ ਕਿਹਾ ਕੀ ਸੀ ਕਿ ਅਸੀਂ ਆਪਣਾ ਬੰਦਾ ਨਹੀਂ ਖੜਾ ਕਰਦੇ, ਕੋਈ ਬੰਦਾ ਨਹੀਂ ਸੀ ਖੜਾ ਕਰਦੇ। ਤੁਸੀਂ ਸੀਨੀਅਰ ਆਗੂ ਹੋ, ਮਾਨ ਸਾਹਿਬ ਨੂੰ ਕਹੇ ਸਿਮਰਜੀਤ ਸਿੰਘ ਮਾਨ ਉਹਨਾਂ ਨੂੰ, ਤੁਸੀਂ ਸੀਨੀਅਰ ਆਗੂ ਹੋ, ਤੁਹਾਡੀਆਂ ਕੁਰਬਾਨੀਆਂ ਨੂੰ ਵੀ ਅਸੀਂ ਮੰਨਦੇ ਹਾਂ। ਤੁਸੀਂ ਕਿਸੇ ਬੰਦੇ ਨੂੰ ਜਿਹਨੂੰ ਪਸੰਦ ਕਰਦੇ ਆ ਨੋਮੀਨੇਟ ਕਰ ਦਿਓ, ਜਿਹੜਾ ਕਿ ਜਿੰਨੀਆਂ ਸ਼ਹੀਦੀਆਂ ਦਿੱਤੀਆਂ ਪਰਿਵਾਰਾਂ ਨੇ ਉਹਨਾਂ ਵਿੱਚੋਂ ਹੋਵੇ, ਕੋਈ ਵੀ ਹੋਵੇ, ਜ਼ਰੂਰੀ ਨਹੀਂ ਰਾਜੋਆਣਾ ਸਾਹਿਬ ਦਾ, ਕੋਈ ਵੀ ਹੋਵੇ। ਜੇ ਰਾਜੋਆਣਾ ਸਾਹਿਬ ਦਾ ਤੁਹਾਨੂੰ ਨਹੀਂ ਠੀਕ ਲੱਗ ਰਿਹਾ, ਕਿਸੇ ਹੋਰ ਦਾ ਲੱਗਦਾ, ਤੁਸੀਂ ਨੋਮੀਨੇਟ ਕਰ ਦਿਓ। ਤੁਸੀਂ ਉਸ ਬੰਦੇ ਨੂੰ, ਆਪਾਂ ਸਾਰੇ ਇਕੱਠੇ ਹੋ ਕੇ, ਸਾਡਾ ਪਾਰਟੀ ਸਿੰਬਲ ਨਹੀਂ ਹੋਏਗਾ, ਤੁਹਾਡਾ ਪਾਰਟੀ ਸਿੰਬਲ ਨਹੀਂ ਹੋਏਗਾ, ਪੂਰਾ ਪੰਥ ਇਕੱਠਾ ਹੋ ਕੇ ਉਹਨੂੰ ਸਪੋਰਟ ਕਰੇ। ਪੂਰੇ ਪੰਜਾਬ ਨੂੰ ਅਪੀਲ ਕਰੀਏ ਸਹੀ ਸੋਚਣ ਵਾਲੇ ਬੰਦਿਆਂ ਨੂੰ, ਵੀ ਦੇਖੋ ਇਹਨਾਂ ਬੰਦਿਆਂ ਨੇ ਬਹੁਤ ਸਜ਼ਾਵਾਂ ਕੱਟ ਲਈਆਂ। ਉਹਦੇ ਉੱਤੇ ਸਹਿਮਤੀ ਹੋਈ ਔਰ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਘਰੇ ਗਏ, ਗੱਲ ਕੀਤੀ, ਇਹੀ ਗੱਲ ਕਹੀ। ਲੇਕਿਨ ਜੇ ਹੁਣ ਨਹੀਂ ਕਿਸੇ ਵਜ੍ਹਾ ਕਰਕੇ ਮਾਨ ਸਾਹਿਬ ਨੂੰ ਉਸ ਗੱਲ ਦਾ ਲੱਗਿਆ, ਤੇ ਅਸੀਂ ਤਾਂ ਅੱਜ ਵੀ ਇਹ ਫੀਲ ਕਰਦੇ ਹਾਂ, ਜਿੱਤੋ ਚਾਹੇ ਹਾਰੋ, ਗੱਲ ਤੁਹਾਨੂੰ ਸਹੀ ਕਰਨੀ ਚਾਹੀਦੀ ਹੈ। ਗੱਲ ਅਸੀਂ ਸਹੀ ਕੀਤੀ ਕਿ ਜਿਨ੍ਹਾਂ ਬੰਦਿਆਂ ਦੇ ਅਸੀਂ ਸ਼ਹੀਦੀਆਂ ਦੀਆਂ ਗੱਲਾਂ ਕਰਦੇ ਹਾਂ, ਨਾਅਰੇ ਲਾਉਂਦੇ ਹਾਂ, ਸਪੀਚਾਂ ਵਿੱਚ ਕਹਿੰਦੇ ਹਾਂ ਅਸੀਂ ਇਹਨਾਂ ਨੇ ਕੌਮ ਲਈ ਸ਼ਹੀਦੀਆਂ ਦਿੱਤੀਆਂ, ਤੇ ਉਹਨਾਂ ਦੇ ਪਰਿਵਾਰਾਂ 'ਚੋਂ ਕਿਸੇ ਨੂੰ ਨੁਮਾਇੰਦਗੀ ਕਿਉਂ ਨਹੀਂ ਦਿੱਤੀ ਜਾ ਸਕਦੀ? ਬੈਂਸ ਸਾਹਿਬ, ਜਿਹੜਾ ਸਵਾਲ ਇਹ ਹੈਗਾ ਕਿ ਬੀਜੇਪੀ ਤੁਹਾਡੇ ਤੋਂ ਅੱਗੇ ਜਾਣ ਲੱਗ ਪਈ, ਬੀਜੇਪੀ ਦੇ ਵੋਟ ਤੁਹਾਡੇ ਨਾਲ ਅੱਗੇ ਹੋ ਗਏ, ਬੀਜੇਪੀ ਨਾਲ ਜਿਹੜਾ ਗੱਠਜੋੜ ਤੁਹਾਡਾ ਟੁੱਟਣਾ, ਕੀ ਤੁਸੀਂ ਉਹਨੂੰ ਕਾਹਲੀ ਚ ਲਿਆ ਫੈਸਲਾ ਮੰਨਦੇ ਹੋ, ਜਾਂ ਸੋਚਿਆ ਸਮਝਿਆ ਫੈਸਲਾ ਮੰਨਦੇ ਹੋ, ਜਾਂ ਦੇਰੀ ਹੋਣ ਵਾਲਾ ਫੈਸਲਾ ਮੰਨਦੇ ਹੋ? ਨਹੀਂ, ਮੈਂ ਤਾਂ ਬਲਕਿ ਇਹ ਸਮਝਦਾ ਕਿ ਬਹੁਤ ਜ਼ਿਆਦਾ ਸੋਚ ਸਮਝ ਕੇ ਫੈਸਲਾ ਲਿਆ ਗਿਆ। ਇਨ ਦਾ ਸੈਂਸ ਕਿ ਅਸੀਂ ਇਹਦਾ ਤਾਂ ਨਹੀਂ ਕਹਿਤਾ ਕਿ ਜੀ ਅਸੀਂ ਤਾਂ ਛੱਡਿਆ। ਅਸੀਂ ਤਾਂ ਕਿਹਾ ਸੀਗਾ, ਇਹਦੇ ਬਾਰੇ ਖੈਰ ਗੱਲ ਕਰਨੀ ਚਾਹੀਦੀ ਹੈ। ਸਾਨੂੰ ਜਦੋਂ ਕਿਸਾਨ ਬਿੱਲਾਂ ਦੀ ਗੱਲ ਆਈ ਹੈ, ਤੁਹਾਨੂੰ ਯਾਦ ਹੋਵੇ, ਔਰ ਜਨਤਕ ਗੱਲ ਹੈ, ਮੈਂ ਕੋਈ ਪ੍ਰਾਈਵੇਟ ਗੱਲ ਨਹੀਂ ਕਰ ਰਿਹਾ, ਔਰ ਅਖਬਾਰਾਂ ਛਪੀਆਂ, ਟੈਲੀਵਿਜ਼ਨ ਤੇ ਗੱਲਾਂ ਆਈਆਂ ਨੇ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਮਿਲੇ ਇਕੱਠੇ, ਇਹ ਨਹੀਂ ਇਕੱਲੇ ਨੂੰ, ਇਕੱਠਿਆਂ ਨੂੰ। ਔਰ ਉਹਦੀ ਰਿਕਾਰਡਿੰਗ ਪਈ ਹੈ, ਉਹਦੀਆਂ ਖਬਰਾਂ ਛਪੀਆਂ ਹੋਈਆਂ ਨੇ, ਉਹਦੇ ਟੈਲੀਵਿਜ਼ਨ ਤੇ ਖਬਰਾਂ ਆਈਆਂ ਹੋਈਆਂ ਨੇ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀਗਾ ਕਿ ਸਾਨੂੰ ਇਹ ਕਿਹਾ ਗਿਆ ਕਿ ਇਹਨਾਂ ਬਿੱਲਾਂ ਦੇ ਵਿੱਚ ਆਹ ਗੱਲਾਂ ਠੀਕ ਹੈਗੀਆਂ, ਲੇਕਿਨ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਤੁਸੀਂ ਇਹਨੂੰ ਪੜ੍ਹ ਲਓ, ਠੀਕ ਜੇ ਲੱਗਦਾ ਤਾਂ ਠੀਕ ਹੈ, ਨਹੀਂ ਤਾਂ ਤੁਸੀਂ ਮੈਨੂੰ ਕਹੋਗੇ ਕਿ ਮੈਂ ਅਗਵਾਈ ਦੇਵਾਂ ਤਾਂ ਅਸੀਂ ਅਗਵਾਈ ਦੇਵਾਂਗਾ। ਜੇ ਤੁਸੀਂ ਕਹੋਗੇ ਕਿ ਮੈਂ ਥੱਲੇ ਦਰੀ ਤੇ ਬੈਠਾ ਤਾਂ ਤੁਸੀਂ ਅਗਵਾਈ ਦੇਣੀ ਹੈ, ਤਾਂ ਮੈਂ ਤੁਹਾਡੇ ਪਿੱਛੇ ਲੱਗਾਂਗਾ। ਤੁਸੀਂ ਜੋ ਹੁਕਮ ਕਰੋਗੇ ਕਰਾਂਗੇ, ਲੇਕਿਨ ਇਕੱਠੇ ਹੋਏ ਕਰੀਏ। ਉੱਥੇ ਇਕੱਠੇ ਹੋ ਕੇ ਇਹ ਫੈਸਲਾ ਹੋਇਆ ਕਿ ਹਾਂ ਆਪਾਂ ਇਹਦੇ ਬਾਰੇ ਸੋਚਦੇ, ਇਕੱਠਾ ਕੋਈ ਯੂਨਾਈਟਿਡ ਕਰੀਏ। ਲੇਕਿਨ ਕੁਛ ਇੱਕ, ਮੈਂ ਸਾਰਿਆਂ ਦੀ ਨਹੀਂ ਗੱਲ ਕਰ ਰਿਹਾ, ਸਾਰੇ ਕਿਸਾਨ ਜਥੇਬੰਦੀਆਂ ਦੀ ਗੱਲ, ਲੇਕਿਨ ਕੁਛ ਇੱਕ ਜਥੇਬੰਦੀਆਂ ਦੇ ਆਪਣੇ ਸਿਆਸੀ ਐਂਬੀਸ਼ਨ ਸੀਗੇ ਜਿਹੜੇ ਬਾਹਰ ਸਿੱਧ ਹੋਏ। ਨਹੀਂ ਹੋਏ ਤਾਂ ਦੱਸ ਦਿਓ। ਜਿਹੜੇ ਚਾਹੁੰਦੇ ਸੀ ਵੀ ਜੇ ਸ਼੍ਰੋਮਣੀ ਅਕਾਲੀ ਦਲ ਦੀ ਕ੍ਰੈਡੀਬਿਲਿਟੀ ਕਿਸਾਨਾਂ ਵਿੱਚ ਸ਼ੁਰੂ ਤੋਂ ਚੱਲੀ ਆ ਰਹੀ ਹੈ, ਸਿੱਖੀ ਵਿੱਚ ਸ਼ੁਰੂ ਤੋਂ ਚੱਲੀ ਆ ਰਹੀ, ਪੰਜਾਬੀਆਂ 'ਚ ਸ਼ੁਰੂ ਤੋਂ ਚੱਲੀ ਆ ਰਹੀ, ਜੇ ਇਹਨਾਂ ਦੀ ਕ੍ਰੈਡੀਬਿਲਿਟੀ ਰਹੇਗੀ ਤਾਂ ਸਾਡਾ ਭਿੱਖ ਨਹੀਂ ਬਣਦਾ। ਉਹਨਾਂ ਨੇ ਜਾਣ ਕੇ ਉਹ ਸੈਬੋਟਾਜ ਕੀਤਾ। ਉਹਨਾਂ ਨੇ ਕਿਹਾ ਵੀ ਜੇ ਇਹਨਾਂ ਦੀ ਗੱਲ ਮੰਨਾਂਗੇ ਫਿਰ ਤਾਂ ਜੀ ਅਸੀਂ ਛੱਡ ਕੇ ਜਾਂਦੇ ਹਾਂ। ਤੇ ਮੈਂ ਸਾਰੀਆਂ ਜਥੇਬੰਦੀਆਂ ਦੀ ਗੱਲ ਨਹੀਂ ਕਰ ਰਿਹਾ, ਸਾਰੀਆਂ ਰਾਈਟ ਥਿੰਕਿੰਗ ਬੰਦੇ ਬਹੁਤ ਨੇ, ਲੇਕਿਨ ਕੁਛ ਇੱਕ ਬੰਦਿਆਂ ਦੇ ਜਿਹੜੇ ਸਿੱਧੇ ਸੈਲਫਿਸ਼, ਸਵਾਰਥੀ, ਜਿਹੜੇ ਉਹਨਾਂ ਦੇ ਸਿਆਸੀ ਐਂਬੀਸ਼ਨ ਸੀਗੇ, ਉਹਦੇ ਖਾਤਰ ਉਹਨਾਂ ਨੇ ਸਾਰੀ ਗੱਲ ਵੀ ਸੈਬੋਟਾਜ ਕੀਤੀ, ਕਿਸਾਨ ਮੂਵਮੈਂਟ ਨੂੰ ਵੀ ਸੱਟ ਮਾਰੀ। ਔਰ ਤੁਸੀਂ ਦੇਖੋ ਕਿਸਾਨ ਬਿੱਲ ਵਿਡਰੋ ਹੋਏ, ਜਿਹੜੀ ਕਿ ਬਹੁਤ ਵੱਡੀ ਜਿੱਤ ਸੀ, ਬਹੁਤ ਵੱਡਾ ਇੱਕ ਜਸ਼ਨ ਦਾ ਮਾਹੌਲ ਹੋਣਾ ਚਾਹੀਦਾ ਸੀ, ਉਹਨੂੰ ਸੈਲੀਬ੍ਰੇਟ ਵੀ ਕਰਨਾ ਚਾਹੀਦਾ ਸੀਗਾ, ਔਰ ਉਸ ਲਹਿਰ ਨੂੰ ਹੋਰ ਅੱਗੇ ਵਧਾਉਣਾ ਚਾਹੀਦਾ ਸੀਗਾ। ਹੋਇਆ ਕਿ ਇਹ ਜਥੇਬੰਦੀਆਂ ਨੇ ਖੇਰੂ ਕਰਤਾ। ਜਿਹੜੀਆਂ ਨੇ ਕੀਤਾ, ਮੈਂ ਉਹਨਾਂ ਦੀ ਗੱਲ ਕਰ ਰਿਹਾ, ਸਾਰਿਆਂ ਦੀ ਨਹੀਂ ਕਰ ਰਿਹਾ। ਉਹੀ ਜਥੇਬੰਦੀਆਂ ਸੀ ਜਿਹੜੀਆਂ ਸਾਡੀ ਵਿਰੋਧਤਾ ਕਰਵਾ ਰਹੀਆਂ ਸੀ ਤੇ ਦਿਖਾਉਂਦੀਆਂ ਸੀ ਇਹ ਵੀ ਜੀ ਕਿਸਾਨ ਜਿਸ ਵਿਰੁੱਧ ਕਰ ਰਹੇ। ਚਲੋ ਇੱਕ ਹੋਰ ਛੋਟਾ ਬ੍ਰੇਕ ਲਵਾਂਗਾ, ਬ੍ਰੇਕ ਤੋਂ ਵਾਪਸ ਆਵਾਂਗੇ। ਬਹੁਤ ਸਵਾਲ ਬਾਕੀ ਹੈਗੇ ਆ, ਪਰ ਇਹਨਾਂ ਸਵਾਲਾਂ ਦੇ ਵਿਚਾਲੇ ਫਿਰ ਸਵਾਲ ਉਹੀ ਹੈ, ਬੀਜੇਪੀ ਨਾਲ ਯਾਰੀ ਤੋੜਨ ਦਾ ਨੁਕਸਾਨ ਤਾਂ ਨਹੀਂ ਹੋਇਆ, ਜਾਂ ਦੇਰੀ ਨਾਲ ਫੈਸਲਾ ਲਿਆ ਗਿਆ, ਜਲਦੀ ਫੈਸਲਾ ਲਿਆ ਗਿਆ? ਬਹੁਤ ਸਾਰੇ ਸਵਾਲ ਹੈ, ਪਰ ਕਿਤੇ ਹੁਣ ਬੀਜੇਪੀ ਵੱਲ ਵਾਪਸ ਤਾਂ ਨਹੀਂ ਜਾ ਰਿਹਾ ਅਕਾਲੀ ਦਲ, ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਤੇ ਬੈਂਸ ਸਾਹਿਬ, ਮੈਂ ਸਵਾਲ ਇਹ ਕਰ ਰਿਹਾ ਸੀਗਾ, ਬੀਜੇਪੀ ਨਾਲ ਹੁਣ ਅਕਾਲੀ ਦਲ ਵਾਪਸ ਜਾ ਰਿਹਾ ਕਿਉਂਕਿ ਰਾਸ਼ਟਰਪਤੀ ਚੋਣਾਂ ਦੇ ਵਿੱਚ
ਤੁਸੀਂ ਕਾਂਗਰਸ ਨਾਲ ਤਾਂ ਜਾ ਨਹੀਂ ਸਕਦੇਗੇ, ਉਹ ਤੁਹਾਡਾ ਸ਼ੁਰੂ ਤੋਂ ਸਟੈਂਡ ਰਿਹਾ, ਤੁਸੀਂ ਇਹਦੀ ਪੋਲਿਟਿਕਸ ਨਹੀਂ ਖਤਮ ਕਰਨਾ ਚਾਹੋਗੇ ਕਾਂਗਰਸ ਨਾਲ ਜਾ ਕੇ। ਪਰ ਜਿਹੜੀਆਂ ਪਾਰਟੀਆਂ ਆਪੋਜੀਸ਼ਨ ਵਿੱਚ ਖੜੀਆਂ ਸੀਗੀਆਂ, ਕੋਈ ਇਹੋ ਜਿਹਾ ਮਾਹੌਲ ਬਣਾਇਆ ਜਾ ਸਕਦਾ ਸੀਗਾ ਕਿ ਤੁਸੀਂ ਬੀਜੇਪੀ ਦੇ ਐਂਟੀ ਖੜਦੇ ਜਾਂ ਬੀਜੇਪੀ ਦੇ ਨੇੜੇ ਜਾਣ ਦੀ ਕੋਸ਼ਿਸ਼, ਕਿਉਂਕਿ ਅਕਾਲੀ ਦਲ ਨੂੰ ਲੱਗਦਾ ਕਿ ਬੀਜੇਪੀ ਤੋਂ ਬਿਨਾਂ ਸਾਡਾ ਸਰਵਾਈਵਲ ਨਹੀਂ ਹੋ ਸਕਦਾ। ਦੇਖੋ, ਜਿਹੜਾ ਫੈਸਲਾ ਰਾਸ਼ਟਰਪਤੀ ਦੀ ਚੋਣ ਬਾਰੇ ਹੋਇਆ, ਮੈਂ ਸਿਰਫ ਉਹਦੀ ਗੱਲ ਕਰ ਰਿਹਾ, ਉਹ ਬੀਜੇਪੀ ਨਾਲ ਸਮਝੌਤਾ ਹੈ ਨਹੀਂ ਹੈ, ਇਹਦੇ ਤਾਂ ਕੋਈ ਗੱਲ ਹੀ ਨਹੀਂ ਹੋਈ ਅਜੇ। ਇਹ ਤਾਂ ਸਿਰਫ ਰਾਸ਼ਟਰਪਤੀ ਚੋਣ, ਜਿੱਦਾਂ ਕਿਸਾਨ ਬਿੱਲਾਂ ਬਾਰੇ ਸਿਰਫ ਇੱਕ ਮੁੱਦਾ ਸੀਗਾ, ਇੱਦਾਂ ਵੀ ਇਸ ਵੇਲੇ ਰਾਸ਼ਟਰਪਤੀ ਚੋਣ ਦਾ ਇੱਕ ਮੁੱਦਾ ਹੈ। ਉਹਦੇ ਉੱਤੇ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਜਿਹੜੇ ਸਾਡੇ ਕੋਲ ਦੋ ਹੀ ਆਪਸ਼ਨ ਸੀਗੇ, ਜਾਂ ਇਹਨਾਂ ਨੂੰ ਸਪੋਰਟ ਕਰਦੇ ਜਾਂ ਜਿਹੜੇ ਕਾਂਗਰਸ ਵਾਲੇ ਸਪੋਰਟ ਕਰ ਰਹੇ ਹੋ। ਤੁਸੀਂ ਖੁਦ ਹੀ ਕਹਿਤਾ ਕਿ ਕਾਂਗਰਸ ਜਿਹੜੇ ਕਿ ਮਤਲਬ ਕੀ ਕਹਾ ਹੁਣ, ਤੁਸੀਂ ਨਹੀਂ ਜਾਓਗੇ, ਠੀਕ ਹੈ, ਕਾਤਲਾਂ ਦੀ ਪਾਰਟੀਆਂ ਕਿਵੇਂ ਜਾਈਏ ਅਸੀਂ, ਮਤਲਬ ਹੁਣ ਜੇ ਜ਼ਮੀਰ ਨੂੰ ਮਾਰ ਕੇ ਜਾਈਏ ਤਾਂ ਜਾਈਏ। ਤਾਂ ਸਾਡੇ ਕੋਲ ਇੱਕੋ ਹੀ ਆਪਸ਼ਨ ਰਹਿ ਗਿਆ ਸੀਗਾ ਕਿ ਕੀ ਗੁਰੂ ਸਿਧਾਂਤ ਦੇ ਮੁਤਾਬਕ ਅਸੀਂ ਇਹਨਾਂ ਦੋਨਾਂ ਕੈਂਡੀਡੇਟ ਚੁੱਕੇ ਨੂੰ ਸਪੋਰਟ ਕਰ ਸਕਦੇ ਹਾਂ। ਜਿਹੜੇ ਮੈਡਮ ਮੁਰਮੂ ਹੈਗੇ ਨੇ, ਉਹ ਸ਼ੋਸ਼ਿਤ ਵਰਗ ਨੂੰ ਵੀ, ਜਿਹੜਾ ਐਕਸਪਲੋਇਟਡ ਕਲਾਸਿਸ ਆ ਉਹਨਾਂ ਨੂੰ ਵੀ ਰਿਪਰੈਜ਼ੈਂਟ ਕਰਦੇ ਆ, ਉਹਨਾਂ ਦੇ ਵੀ ਉਹ ਨੁਮਾਇੰਦੇ ਨੇ, ਉਹ ਟਰਾਈਬਲਸ ਦੇ ਵੀ ਨੁਮਾਇੰਦੇ ਨੇ, ਉਹ ਘੱਟ ਗਿਣਤੀਆਂ ਦੇ ਵੀ ਨੁਮਾਇੰਦੇ ਨੇ। ਹਰ ਤਰ੍ਹਾਂ ਨਾਲ ਜੇ ਅਸੀਂ ਬਾਕੀ ਗੱਲਾਂ ਛੱਡੀਏ ਤਾਂ ਕੈਂਡੀਡੇਟ ਦੇ ਤੌਰ ਤੇ ਰਾਸ਼ਟਰਪਤੀ ਦੀ ਚੋਣ ਜਿਹੜੀ ਹੁੰਦੀ ਹੈ ਨਾ, ਤੁਹਾਨੂੰ ਤਾਂ ਪਤਾ ਹੈ, ਉਹ ਪਾਰਟੀ ਦੇ ਸਿੰਬਲ ਤੇ ਨਹੀਂ ਹੁੰਦੀ। ਉਹ ਰਾਸ਼ਟਰਪਤੀ ਇੱਕ ਇੰਡੀਵਿਜੂਅਲ ਦੇ ਤੌਰ ਦੇ ਉੱਤੇ ਹੁੰਦਾ ਹੈ, ਔਰ ਉਹ ਕਿਸੇ ਪਾਰਟੀ ਦਾ ਨਹੀਂ ਹੁੰਦਾ। ਜਦੋਂ ਰਾਸ਼ਟਰਪਤੀ ਬਣ ਵੀ ਜਾਂਦਾ ਤਾਂ ਉਹ ਪੂਰੇ ਦੇਸ਼ ਦਾ ਹੁੰਦਾ, ਉਹਦਾ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੁੰਦਾ। ਤਾਂ ਉਹ ਕਦੇ ਨਾ ਤਾਂ ਬੀਜੇਪੀ ਦੇ ਸਿੰਬਲ ਤੇ ਉਹਨੇ ਲੜਨਾ ਤੇ ਨਾ ਉਹਨੇ ਸਾਡੇ ਸਿੰਬਲ ਤੇ ਲੜਨਾ, ਉਹ ਤਾਂ ਇੱਕ ਪਰਸਨ ਦੇ ਤੌਰ ਤੇ। ਤਾਂ ਪਰਸਨ ਦੇ ਤੌਰ ਤੇ ਅਸੀਂ ਲਾਇਆ, ਸਾਡੇ ਜਿਹੜੇ ਸਿਧਾਂਤ ਹੈ ਉਹਨਾਂ ਵਿੱਚ ਜ਼ਿਆਦਾ ਫਿੱਟ ਬੈਠ ਰਹੇ ਨੇ, ਤੇ ਉਹ ਉਸ ਕਰਕੇ ਉਹਨਾਂ ਨੂੰ ਕਰਨ ਦਾ। ਪਰ ਹੁਣ ਜੇ ਮੈਂ ਤੁਹਾਨੂੰ ਦੱਸਾਂ, ਜਿਹੜੇ ਸਾਡੇ ਤੇ ਗੱਲਾਂ ਕਰਦੇ ਕਿ ਬੀਜੇਪੀ, ਅਸੀਂ ਕਈ ਕਹਿੰਦੇ ਜੀ ਬੀਜੇਪੀ ਨੇ ਅਕਾਲੀਆਂ ਨੂੰ ਇੱਦਾਂ, ਅਸੀਂ ਬੀਜੇਪੀ ਤੋਂ ਕੀ ਕੁਛ ਕਰਵਾ ਲਿਆ ਤੁਹਾਨੂੰ ਦੱਸੀਏ। ਸਿੱਖਾਂ ਵਾਸਤੇ, ਪੰਜਾਬ ਵਾਸਤੇ, ਜੇ ਪੰਜਾਬ ਵਾਸਤੇ ਗੱਲ ਕਰਾਂਗੇ ਤਾਂ ਪੰਜਾਬ ਦਾ ਅੱਜ ਤੱਕ ਦਾ ਸਣੇ ਭਾਖੜਾ ਡੈਮ ਜਿਹੜਾ ਨਹੀਂ ਕਰਵਾਇਆ ਉਹ ਤੁਸੀਂ ਦੱਸ ਦੇਣਾ। ਮੈਂ ਸਾਰੇ ਬਾਰੇ ਗੱਲ ਕਰਾਂਗਾ। ਗੁਰਦੁਆਰਾ ਗਿਆਨ, ਇੱਕ ਮਿੰਟ, ਮੈਂ ਤੁਸੀਂ ਗਿਆਨ ਗੋਦੜੀ ਦਾ ਜ਼ਿਕਰ ਨਹੀਂ ਕਰਦੇ, ਗੁਰਦੁਆਰਾ ਡਾਂਗਮਾਰ ਸਾਹਿਬ ਦਾ ਜ਼ਿਕਰ ਨਹੀਂ ਕਰਦੇ। ਤੁਸੀਂ ਸਾਰੀ ਗੱਲ ਕਰੋ ਨਾ, ਗੱਲ ਪੂਰੀ ਕਰ। ਦੇਖੋ, ਮੈਂ ਉਹਨਾਂ ਬੰਦਿਆਂ ਵਿੱਚੋਂ ਜਿਹੜਾ ਮੈਂ ਕਹਾਂਗਾ ਜਿਹੜਾ ਕੋਈ ਕੌੜਾ ਸਵਾਲ ਰਹਿ ਗਿਆ ਉਹ ਜ਼ਰੂਰ ਕਰਿਓ, ਕਿਉਂਕਿ ਦੇਖੋ ਗੱਲ ਇਹ ਹੈ, ਤੁਸੀਂ ਸਵਾਲ ਨਹੀਂ ਕਰੋਗੇ ਤਾਂ ਮੈਂ ਆਪਣਾ ਪੱਖ ਹੀ ਨਹੀਂ ਰੱਖ ਸਕੂੰਗਾ, ਠੀਕ ਹੈ ਨਾ। ਤੁਸੀਂ ਬਿਲਕੁਲ ਕੌੜੇ ਸਵਾਲ ਕਰੋ। ਅਸੀਂ ਬੀਜੇਪੀ ਤੋਂ ਕੀ ਕੁਛ ਕਰਵਾ ਲਿਆ? ਜੇ ਆਪਾਂ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਸਣੇ ਭਾਖੜਾ ਡੈਮ, ਜਿਹੜੀ ਕਿ 1947 ਤੋਂ ਲੈ ਕੇ ਅੱਜ ਤੱਕ ਸਭ ਤੋਂ ਮਹਿੰਗਾ ਪ੍ਰੋਜੈਕਟ ਜਿਹੜਾ ਸੀਗਾ, ਉਹ ਸੀਗਾ ਬਠਿੰਡਾ ਰਿਫਾਈਨਰੀ। 22,500 ਕਰੋੜ ਦੀ ਵੈਲਿਊ ਉਸ ਵੇਲੇ ਸੀ ਇਹਦੀ, 97 ਦੇ ਵਿੱਚ। ਤੇ ਤੁਸੀਂ ਉਹਨੂੰ ਜੇ ਕੈਲਕੂਲੇਟ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਐਡਾ ਵੱਡਾ ਪ੍ਰੋਜੈਕਟ ਪੰਜਾਬ 'ਚ ਕਦੇ ਨਹੀਂ ਆਇਆ, ਔਰ ਉਹ ਅਸੀਂ ਬੀਜੇਪੀ ਦੀ ਸਰਕਾਰ ਦੇ ਡਿਊਰਿੰਗ ਹੀ ਲੈ ਕੇ ਆਏ ਸੀਗੇ। ਗਲ 'ਚ ਗੂਠਾ ਦੇ ਕੇ ਲੈ ਕੇ ਆਏ ਸੀ, ਕਿਉਂਕਿ ਹੋਰਨਾਂ ਸਟੇਟਾਂ ਨੂੰ ਜਾ ਰਿਹਾ ਸੀਗਾ। ਫਿਰ ਅਸੀਂ ਜੇ ਮੁੱਦਿਆਂ 'ਤੇ ਆਈਏ, ਜਿਹੜੇ ਆਪਾਂ ਪੰਥਕ ਮੁੱਦਿਆਂ ਦੀ ਗੱਲ ਕਰਦੇ ਹਾਂ, ਬਲੈਕ ਲਿਸਟਾਂ ਅਸੀਂ ਰਿਵਿਊ ਕਰਵਾਈਆਂ। ਜਿਹੜੇ ਬੰਦਿਆਂ ਨੂੰ ਇਹ ਬੀਜੇਪੀ ਪਹਿਲਾਂ ਕਹਿੰਦੀ ਸੀ ਇਹ ਤਾਂ ਕਾਤਲ ਨੇ, ਅੱਤਵਾਦੀ ਨੇ, ਅਸੀਂ ਉਹਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਕੇ ਉਸੇ ਬੀਜੇਪੀ ਤੋਂ ਫਾਂਸੀ ਦੀ ਸਜ਼ਾ ਵੀ ਰੁਕਵਾਈ, ਉਸੇ ਬੀਜੇਪੀ ਤੋਂ ਬਹੁਤ ਬੰਦੇ ਰਿਹਾ ਵੀ ਕਰਾਏ, ਉਸੇ ਬੀਜੇਪੀ ਤੋਂ ਜਿਹੜੇ ਕਿ ਦੇਖੋ ਚੰਦਰ ਸ਼ੇਖਰ ਸਿੱਖਾਂ ਦੇ ਬਹੁਤ ਦੋਸਤ ਸੀਗੇ, ਵੀਪੀ ਸਿੰਘ ਸਿੱਖਾਂ ਦੇ ਬਹੁਤ ਦੋਸਤ ਸੀਗੇ, ਲੇਕਿਨ ਉਹਨਾਂ ਦੋਨੋਂ ਹੀ ਪ੍ਰਧਾਨ ਮੰਤਰੀ ਰਹੇ। ਸਿੱਖਾਂ ਦੇ ਕੇਸ ਨਹੀਂ ਖੋਲ੍ਹੇ ਗਏ, ਸਿੱਖਾਂ ਦੀਆਂ ਬਲੈਕ ਲਿਸਟਾਂ ਨਹੀਂ ਰਿਵਿਊ ਕੀਤੀਆਂ ਗਈਆਂ, 84 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਾ ਪ੍ਰੋਸੈਸ ਸ਼ੁਰੂ ਨਹੀਂ ਕੀਤਾ ਗਿਆ। ਕਤਲੇਆਮ, ਨਸਲਕੁਸ਼ੀ, ਦੰਗੇ ਨਾ ਜਿਹੜੇ ਉਹ ਨਸਲਕੁਸ਼ੀ ਬਲਕਿ ਜੈਨੋਸਾਈਡ ਕਹਿ ਲਓ, ਕਤਲੇਆਮ ਸੀ ਜੋ, ਉਹਦਾ ਬਿਲਕੁਲ ਕੋਈ ਐਕਸ਼ਨ ਨਹੀਂ ਹੋਇਆ ਉਹਨਾਂ ਪ੍ਰਧਾਨ ਮੰਤਰੀਆਂ ਦੇ ਹੁੰਦੇ ਵੀ। ਉਹ ਅਸੀਂ ਉਸ ਬੀਜੇਪੀ ਤੋਂ ਕਰਵਾਇਆ ਜਿਹੜੇ ਸਾਨੂੰ ਇਹ ਤਾਨੇ ਮਾਰਦੇ। ਅੱਜ ਬੀਜੇਪੀ ਨੂੰ ਮਿਸ ਕਰਦੇ ਹੋ ਤੁਸੀਂ? ਨਹੀਂ, ਮੈਂ ਤੁਹਾਨੂੰ ਜਿਹੜੀ ਗੱਲ, ਮੈਂ ਉਸ ਵੇਲੇ ਦੀ ਗੱਲ ਕਰ ਰਿਹਾ। ਅਸੀਂ ਸ਼੍ਰੋਮਣੀ ਅਕਾਲੀ ਦਲ ਆਪਣੇ ਸਿਧਾਂਤਾਂ ਤੇ ਖੜਾ ਰਿਹਾ। ਅਸੀਂ ਕਿਸੇ ਤੋਂ ਕੀ ਕੰਮ ਕਰਵਾ ਜਾਂਦੇ ਆਪਣਾ। ਦੇਖੋ, ਬੀਜੇਪੀ ਦੇ ਟਾਈਮ ਦੇ ਦੌਰਾਨ ਹੀ ਮੈਂ ਗੱਲ ਬਹੁਤ ਜ਼ਰੂਰੀ ਕਰਨੀ ਚਾਹੁੰਦਾ, ਸਿੱਖਾਂ ਦੇ ਮਨਾਂ 'ਚ ਅੱਜ ਵੀ ਇਹ ਹੈ ਕਿ ਦੇਸ਼ ਦੀ ਫੌਜ ਨੇ ਸਾਡੇ ਸਭ ਤੋਂ ਪਵਿੱਤਰ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਤੇ ਫੌਜੀ ਹਮਲਾ ਕਿਉਂ ਕੀਤਾ, ਔਰ ਬਿਲਕੁਲ ਸਹੀ ਇਹ ਸਾਡਾ ਜਜ਼ਬਾ ਆ, ਸਾਡੀ ਸੱਟ ਲੱਗੀ ਹੈ, ਬਿਲਕੁਲ ਲਹੂ ਲਹਾਨ ਹੋਏ, ਬਿਲਕੁਲ ਸਹੀ। ਲੇਕਿਨ ਇਹ ਕਾਂਗਰਸ ਸਰਕਾਰ ਦੌਰਾਨ ਹੋਇਆ ਸੀ। ਲੇਕਿਨ ਜਦੋਂ ਬੀਜੇਪੀ ਦੀ ਸਰਕਾਰ ਆਈ ਹੈ ਤਾਂ ਮੈਂ ਤੁਹਾਨੂੰ ਦੱਸਣਾ ਅਸੀਂ ਕੀ ਕਰਵਾ ਲਿਆ। ਜਦੋਂ 1999 ਵਿੱਚ 300 ਸਾਲਾ ਦੇ ਜਸ਼ਨ ਸੀਗੇ, ਅਸੀਂ ਮਨਾਉਣਾ ਸੀਗਾ 300 ਸਾਲਾ ਖਾਲਸਾ ਪੰਥ ਦਾ, ਤੇ ਇੱਕ ਤਾਂ ਜਿਸ ਪੱਧਰ ਤੇ ਉਹ ਮਨਾਇਆ ਗਿਆ, ਦੁਨੀਆ ਦੇ ਇਤਿਹਾਸ ਵਿੱਚ ਐਡਾ ਵੱਡਾ ਕੋਈ ਕਿਸੇ ਦਾ ਐਡਾ ਵੱਡਾ ਧਾਰਮਿਕ ਫੰਕਸ਼ਨ ਨਹੀਂ ਹੋਇਆ। ਦੂਜਾ, ਕਿਉਂਕਿ ਪਰ ਉਹਦਾ ਇਤਿਹਾਸ ਇਹ ਵੀ ਹੈ, ਜਦ ਰਣਜੀਤ ਸਿੰਘ ਹਰਾਂ ਨੂੰ ਜਿਹੜਾ ਲਾਇਆ ਗਿਆ, ਦੱਸਣ ਲੱਗਾ ਜੀ, ਉਹ ਵੀ ਇਤਿਹਾਸ। ਸਾਰੀਆਂ ਗੱਲਾਂ ਕਰਿਓ, ਸਾਰੀਆਂ ਹੀ ਗੱਲਾਂ ਕਰਿਓ। ਸਿਰਫ ਜਿਹੜੀ ਮੈਂ ਗੱਲ ਕਹਿਣਾ ਉਹ ਕਹਿ ਲੈਂਦੇ ਹੋ ਤੁਸੀਂ, ਜੋ ਸਵਾਲ ਕਰੋਗੇ ਹਰ ਇੱਕ ਦਾ ਜਵਾਬ ਦਊਂਗਾ। ਕਿ ਉਸੇ ਵੇਲੇ ਅਸੀਂ ਇਹ ਵੀ ਗੱਲ ਕੀਤੀ ਵੀ ਕਿਉਂਕਿ ਸਾਨੂੰ ਜਿਹੜੀ ਸੱਟ ਵੱਜੀ ਸੀ ਉਹ ਫੌਜ ਦੇ ਹਮਲੇ ਤੋਂ ਵੱਜੀ ਸੀ। ਤਿੰਨੇ ਹੀ ਫੌਜਾਂ ਦੇ ਮੁਖੀ
ਅੱਜ ਤੱਕ ਹਿੰਦੁਸਤਾਨ ਦਾ ਇਤਿਹਾਸ ਤੁਸੀਂ ਕੱਢ ਕੇ ਦੇਖ ਲਿਓ, ਸਰਚ ਕਰ ਲਿਓ, ਹਿੰਦੁਸਤਾਨ ਦੇ ਇਤਿਹਾਸ 'ਚ ਅੱਜ ਤੱਕ ਫੌਜਾਂ ਦੇ ਮੁਖੀ ਕਿਸੇ ਧਾਰਮਿਕ ਫੰਕਸ਼ਨ 'ਚ ਨਹੀਂ ਜਾਂਦੇ, ਕਦੇ ਵੀ ਨਹੀਂ ਜਾਂਦੇ, ਨਾ ਕਿਸੇ ਸਿਆਸੀ ਫੰਕਸ਼ਨ ਜਾਣ ਜਿਹੜਾ ਪਾਰਟੀ ਦਾ ਹੋਵੇ, ਨਾ ਉਹ ਕਿਸੇ ਧਾਰਮਿਕ ਫੰਕਸ਼ਨ ਜਾਣ। ਤਿੰਨੇ ਹੀ ਫੌਜਾਂ ਦੇ ਮੁਖੀ ਅਨੰਦਪੁਰ ਸਾਹਿਬ ਆ ਕੇ ਨਤਮਸਤਕ ਹੋਏ ਸੀ ਸਿੱਖਾਂ ਨੂੰ ਇਹ ਦੱਸਣ ਲਈ ਕਿ ਜਿਹੜੀ ਗਲਤੀ ਉਸ ਵੇਲੇ ਹੋਈ ਸੀ ਅਸੀਂ ਉਹਦੇ ਲਈ ਸੀਸ ਝੁਕਾਉਂਦੇ ਹਾਂ ਤੁਹਾਡੇ ਖਾਲਸਾ ਪੰਥ ਦੇ ਜਨਮ ਸਥਾਨ ਤੇ ਆ ਕੇ। ਕੋਈ ਲੋੜ ਨਹੀਂ ਸੀ ਉਹਨਾਂ ਨੂੰ ਆਉਣ ਦੀ, ਕਿਉਂਕਿ ਕਿਸੇ ਧਾਰਮਿਕ ਫੰਕਸ਼ਨ ਕਦੇ ਫੌਜੀ ਜਰਨੈਲ ਨਹੀਂ, ਫੌਜਾਂ ਦੇ ਮੁਖੀ ਨਹੀਂ ਜਾਂਦੇ। ਤਿੰਨੇ ਹੀ ਆਏ, ਫੌਜਾਂ ਦਾ ਸੁਪਰੀਮ ਕਮਾਂਡਰ ਉਸ ਵੇਲੇ ਜਿਹੜਾ ਉਹ ਰਾਸ਼ਟਰਪਤੀ ਹੁੰਦਾ ਉਹਨੇ ਆਇਆ, ਪਰ ਉਹ ਤੋਂ ਵੱਡੀ ਗੱਲ ਹੈ ਕਿ ਫੌਜਾਂ ਦੇ ਜਿਹੜੇ ਸਰਵਿੰਗ ਮੁਖੀ ਹੈ ਉਹਨਾਂ ਨੇ ਆ ਕੇ ਉੱਥੇ ਨਤਮਸਤਕ ਹੋਏ ਔਰ ਉਹਨਾਂ ਨੇ ਜਿਹੜੀਆਂ ਸਪੀਚਾਂ ਦੇਖਿਆ ਕੱਢ ਕੇ ਦੇਖ ਲਿਓ, ਉਹਨਾਂ ਨੇ ਕਿਹਾ ਵੀ ਅਸੀਂ ਫੌਜ ਦੇ ਤੌਰ ਤੇ, ਕੌਮ ਦੇ ਤੌਰ ਤੇ ਸਿੱਖ ਕੌਮ ਦਾ ਕਦੇ ਦੇਣਾ ਦੇ ਹੀ ਨਹੀਂ ਸਕਦੇ। ਸੋ ਇਹ ਗੱਲਾਂ ਫਿਰ ਇੱਕ ਪਾਸੇ ਫਾਂਸੀਆਂ ਲੱਗਦੀਆਂ ਰਹੀਆਂ, ਇੱਕ ਪਾਸੇ ਉਮਰ ਕੈਦਾਂ ਹੁੰਦੀਆਂ ਰਹੀਆਂ। ਅਸੀਂ ਉਸੇ ਹੀ ਬੀਜੇਪੀ ਦੇ ਦੌਰਾਨ, ਜਿਹੜੀ ਕਿ ਆਈਡੀਓਲੋਜੀਕਲੀ ਕੋਈ ਹੋਰ ਗੱਲਾਂ ਕਰਦੀ, ਅਸੀਂ ਉਸੇ ਦੇ ਦੌਰਾਨ ਰਾਜੋਆਣਾ ਸਾਹਿਬ ਦੀ ਫਾਂਸੀ ਵੀ ਰਕਵਾਈ, ਉਸੇ ਸਮੇਂ ਦੇ ਦੌਰਾਨ ਦਵਿੰਦਰਪਾਲ ਸਿੰਘ ਭੁੱਲਰ ਜਿਹੜਾ ਹੁਣ ਕੇਜਰੀਵਾਲ ਨਹੀਂ ਛੱਡ ਰਿਹਾ ਉਹ ਵੀ ਕਰਵਾਈ। ਇਹਨਾਂ ਗੱਲਾਂ ਉੱਤੇ ਪ੍ਰਿੰਸੀਪਲਡ ਸਟੈਂਡ ਲਿਆ। ਅਸੂਲਨ ਲੜਾਈ ਦੇ ਵਿੱਚ ਤੁਹਾਨੂੰ ਕਈ ਵਾਰੀ ਜਿੱਤਾਂ ਹਾਰਾਂ ਹੁੰਦੀਆਂ ਨੇ, ਤੁਸੀਂ ਜੇ ਅਸੂਲ ਛੱਡ ਦੋਗੇ ਨਾ ਤਾਂ ਫਿਰ ਜਿੱਤ ਵੀ ਜਾਓਗੇ ਤਾਂ ਲਾਹਨਤ ਆ, ਤੇ ਜੇ ਤੁਸੀਂ ਅਸੂਲ ਤੇ ਖੜ ਕੇ ਹਾਰਦੇ ਵੀ ਆ ਤਾਂ ਤੁਹਾਨੂੰ ਫਖਰ ਰਹਿੰਦਾ ਕਿ ਮੈਂ ਗਲਤ ਨਹੀਂ ਕੀਤੀ। ਮਾਈਨੋਰਿਟੀ ਸੇਫ ਹੈ ਦੇਸ਼ ਵਿੱਚ? ਮੈਂ ਇਹ ਕਹੂੰਗਾ ਕਿ ਮਾਈਨੋਰਿਟੀਜ਼ ਨੂੰ ਸੇਫ ਕਰਨ ਲਈ ਹੀ ਸ਼੍ਰੋਮਣੀ ਅਕਾਲੀ ਦਲ ਲੜਦਾ ਆ ਰਿਹਾ। ਬੀਜੇਪੀ ਦੇ ਰਾਜ ਵਿੱਚ ਸੇਫ ਹੈ, ਐਨਡੀਏ ਦੇ ਰਾਜ ਵਿੱਚ ਸੇਫ ਹੈ? ਮੈਂ ਇਹ ਸਮਝਦਾ ਹਾਂ ਕਿ ਦੇਖੋ ਅੱਜ ਜੋ ਅਸੀਂ ਇਹ ਗੱਲ ਬਾਰ-ਬਾਰ ਕਹਿੰਦੇ ਆ ਕਿ ਅੱਜ ਜੋ ਦੇਸ਼ ਦਾ ਮਾਹੌਲ ਹੈ ਉਹਦੇ ਵਿੱਚ ਜਿਹੜੀਆਂ ਸਾਡੀਆਂ ਸਾਰੀਆਂ ਮਾਈਨੋਰਿਟੀਜ਼ ਨੇ, ਖਾਸ ਤੌਰ ਤੇ ਸਿੱਖ ਮਾਈਨੋਰਿਟੀਜ਼ ਜਿਹੜੀਆਂ ਨੇ, ਸਾਨੂੰ ਉਹ ਸੁਰੱਖਿਅਤ ਦੀ ਭਾਵਨਾ ਨਹੀਂ ਹੈ ਜਿਹੜੀ ਕਿ ਹੋਣੀ ਚਾਹੀਦੀ ਹੈ। ਇਸ ਕਰਕੇ ਜਿਹੜੇ ਮੈਂ ਇਹੀ ਸਵਾਲ ਕਰ ਰਿਹਾ, ਇਹ ਉਦੋਂ ਮਹਿਸੂਸ ਹੋਇਆ ਜੋ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨਾਲ ਵੱਖ ਹੋ ਗਿਆ ਜਾਂ ਪਹਿਲਾਂ ਵੀ ਇਹ ਮਹਿਸੂਸ? ਮੈਂ ਤੁਹਾਨੂੰ, ਤੁਸੀਂ ਭੁੱਲ ਜਾਂਦੇ ਹੋ, ਮੈਂ ਤੁਹਾਨੂੰ ਪਹਿਲਾਂ ਹੁਣੇ ਦੱਸ ਕੇ ਹਟਿਆ ਕਿ ਬੀਜੇਪੀ ਦੀ ਸਰਕਾਰ ਦੇ ਹੁੰਦੇ ਔਰ ਖੁਦ ਅਸੀਂ ਸਰਕਾਰ ਦੇ ਹੁੰਦੇ ਪੰਥ ਲਈ ਕੀ ਕੁਝ ਕਰਵਾਇਆ, ਉਹ ਇਨਸਿਕਿਉਰਿਟੀ ਘਟਾਉਣ ਲਈ ਹੀ ਕਰਵਾਇਆ ਸੀ। ਇਨਸਿਕਿਉਰਿਟੀ ਉਦੋਂ ਵੀ ਸੀ ਜੋ ਤੁਸੀਂ ਨਾਲ ਸੀ ਉਹਨਾਂ ਦੇ? ਉਦੋਂ ਤਾਂ ਚੱਲੀ ਆ ਰਹੀ ਸੀ, ਪਿੱਛੋਂ ਹੀ ਚੱਲੀ ਆ ਰਹੀ ਸੀਗੀ ਸਾਰਾ ਜੋ ਕਤਲੇਆਮ ਦੀ ਗੱਲ ਤੁਸੀਂ ਆਪ ਕੀਤੀ ਹੈ। ਜੋ ਤੁਸੀਂ ਸਰਕਾਰ ਬੇਸ ਸੀ ਉਦੋਂ ਵੀ ਇਨਸਿਕਿਉਰਿਟੀ ਲੱਗਦੀ ਸੀ ਤੁਹਾਨੂੰ ਮਿਨੋਰਿਟੀ ਲਈ? ਅਸੀਂ ਜੇ ਓਬਵੀਅਸ ਗੱਲ ਹੈ, ਜੇ ਸਿੱਖਾਂ ਦੇ ਮਨਾਂ ਵਿੱਚ ਗੱਲ ਚੱਲੀ ਆ ਰਹੀ ਸੀ ਇਸ ਦੇਸ਼ ਸਾਨੂੰ ਇਨਸਿਕਿਉਰਿਟੀ ਹੈ, ਤਾਂ ਅਸੀਂ ਜਿਹੜੀ ਕੇਂਦਰ ਸਰਕਾਰ ਉਸ ਵੇਲੇ ਸੀ ਉਹਨੂੰ ਹੀ ਕਹਿਣਾ ਸੀ ਨਾ। ਉਸ ਵੇਲੇ ਬੀਜੇਪੀ ਸੀਗੀ ਤਾਂ ਅਸੀਂ ਉਸ ਵੇਲੇ ਜੋ ਕਰਵਾਇਆ, ਜੇ ਅਸੀਂ ਫੌਜਾਂ ਦੇ ਮੁਖੀਆਂ ਨੂੰ ਉੱਥੇ ਲੈ ਕੇ ਆਏ ਹਾਂ, ਜੇ ਅਸੀਂ ਬਲੈਕ ਲਿਸਟਾਂ ਸਿੱਖਾਂ ਦੀਆਂ ਠੀਕ ਕਰਵਾਈਆਂ ਨੇ, ਜੇ ਅਸੀਂ ਜਿਹੜੇ ਕੈਦੀਆਂ ਨੂੰ ਰਿਹਾ ਕਰਾਉਂਦੇ ਰਹੇ ਹਾਂ, ਜੇ ਜੋਧਪੁਰ ਦੇ ਡੈਟੇਨਿਊਜ਼ ਵੀ ਸੀਗੇ ਉਹ ਵੀ ਅਕਾਲੀ ਸਰਕਾਰ ਦੌਰਾਨ ਹੀ ਹੋਇਆ ਸੀਗਾ, ਤੇ ਇਹ ਸਾਰਾ ਕੁਝ ਅਸੀਂ ਕਰਦੇ ਹਾਂ ਤਾਂ ਅਸੀਂ ਕਹਿੰਦੇ ਆ ਨਾ ਵੀ ਇਨਸਿਕਿਉਰਿਟੀ ਦੀ ਫੀਲਿੰਗ ਜੇ ਹੈ ਤਾਂ ਉਹਨੂੰ ਦੂਰ ਕਰਨ ਲਈ ਠੋਸ ਕਦਮ ਚੱਕਣੇ ਚਾਹੀਦੇ ਆ। ਸਰਕਾਰ ਜੇ ਬੀਜੇਪੀ ਦੀ ਸਾਡੀ ਸਾਂਝੀ ਵੀ ਸੀ, ਅਸੀਂ ਸਾਂਝੇ ਹੋਏ ਕੀਤਾ ਕੀ, ਅਸੀਂ ਪੰਜਾਬ ਲਈ ਲੈ ਕੇ ਆਏ, ਸਿੱਖੀ ਲਈ ਕੰਮ ਕਰਾਏ, ਜੇ ਨਹੀਂ ਕਰਵਾਏ ਤਾਂ ਗੱਲ ਕਰੋ। ਚਲੋ ਮੇਰਾ ਹੁਣ ਆਖਰੀ ਸਵਾਲ ਹੈ, ਬੇਅਦਬੀ ਦਾ ਮੁੱਦਾ ਤੁਹਾਡੇ ਤੇ ਭਾਰੂ ਪੈ ਗਿਆ, 3 ਸਰਕਾਰਾਂ ਬਦਲ ਗਈਆਂ, 4 ਮੁੱਖ ਮੰਤਰੀ ਬਦਲ ਗਏ, ਅੱਜ ਤੱਕਰ ਲੋਕਾਂ ਦੇ ਵਿੱਚ ਤਾਂ ਚਰਚਾ ਇਹ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਵਿੱਚ ਸੋਨੇ ਦਾ ਬਣ ਕੇ ਵੀ ਖੜਾ ਹੋ ਜਾਵੇ ਤਾਂ ਲੋਕ ਉਹਨਾਂ ਤੇ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ। ਇਹ ਚਰਚਾ ਕਿਉਂ? ਨਹੀਂ, ਲੋਕਾਂ ਦਾ ਇਹ ਵਿਸ਼ਵਾਸ ਨਹੀਂ ਹੈ। ਲੋਕਾਂ ਦੇ ਵਿੱਚ ਇਹ ਗੱਲ ਬਿਲਕੁਲ ਸਹੀ ਹੈ, ਮੈਨੂੰ ਇਸ ਗੱਲ ਮੰਨਣ 'ਚ ਕੋਈ ਇਤਰਾਜ਼ ਨਹੀਂਗਾ ਕਿ ਕੁਝ ਕਾਰਨਾਂ ਕਰਕੇ, ਇੱਕ ਤਾਂ ਤੁਹਾਨੂੰ ਦੱਸਿਆ ਵੀ ਸਾਡੀ ਸਰਕਾਰ 10 ਸਾਲ ਰਹੀ ਸੀ, ਉਹਦੀ ਥੋੜੀ ਫਟੀਗ ਹੁੰਦੀ ਉਹਦੇ ਕਰਕੇ, ਲੇਕਿਨ ਉਹ ਤੋਂ ਵੱਡਾ ਕਾਰਨ ਵੀ ਜਿਹੜਾ ਮੈਂ ਸਮਝਦਾ ਸੱਚੇ ਮੈਨਾਂ ਦੇ ਵਿੱਚ ਕਿ ਜਿਹੜਾ ਪ੍ਰੋਪੇਗੈਂਡਾ ਇਹ ਕੀਤਾ ਗਿਆ ਜੀ ਇਹ ਤਾਂ ਬੇਅਦਬੀ ਕੀਤੀ ਹੀ ਹੈ ਨਾ, ਹੁਣ ਮੁੱਕਰ ਗਏ, ਕਹਿੰਦੇ ਅਸੀਂ ਤਾਂ ਕਦੇ ਕਿਹਾ ਹੀ ਨਹੀਂ ਕਿ ਬੇਅਦਬੀ ਤੁਸੀਂ ਕੀਤੀ, ਅਸੀਂ ਤਾਂ ਇਹ ਕਿਹਾ ਵੀ ਸਜ਼ਾਵਾਂ ਕਿਉਂ ਨਹੀਂ ਦਿੱਤੀਆਂ। ਉਦੋਂ ਤੁਸੀਂ ਸਾਰੀਆਂ ਸਪੀਚਾਂ ਕੱਢ ਲਓ, ਬਾਦਲਾਂ ਨੇ ਕੀਤੀ ਹੈ, ਕੇਜਰੀਵਾਲ ਕਹਿੰਦਾ ਸੀ ਪੱਕੇ ਸਬੂਤ ਆ 24 ਘੰਟਿਆਂ ਦੇ ਅੰਦਰ ਕਰੂੰਗਾ, ਸਿੱਧੂ ਕਹਿੰਦਾ ਸੀਗਾ ਮੇਰੇ ਬਾਪ ਦੀ ਪੱਗ ਲਾਤੀ ਮੈਂ 24 ਘੰਟਿਆਂ ਦੇ ਅੰਦਰ ਕਰੂੰਗਾ, ਸਬੂਤ ਹੈ ਮੇਰੇ ਕੋਲੇ। ਤੁਸੀਂ ਹੁਣ ਕਹਿ ਕੇ ਹਟੇ ਹੋ 4 ਮੁੱਖ ਮੰਤਰੀ ਸਣੇ ਕੇਜਰੀਵਾਲ, ਉਹਨਾਂ ਨੇ ਸਾਰਾ ਜੋ ਝੂਠ ਸੱਚ ਬੋਲ ਸਕਦੇ ਤੂਫਾਨ ਉਹ ਚੱਕਿਆ। 3 ਸਰਕਾਰਾਂ ਬਦਲ ਗਈਆਂ, 4 ਮੁੱਖ ਮੰਤਰੀ ਬਦਲ ਗਏ, ਜੋ ਵੀ ਕਰ ਸਕਦੇ ਸੀ ਉਹਨਾਂ ਨੇ ਕੀਤਾ। ਹੁਣ ਤੁਸੀਂ ਇਹ ਦੇਖਿਆ ਹੋਣਾ ਪਿਆ ਜਿਹੜੀ SIT ਦੀ ਰਿਪੋਰਟ ਹੈ, SIT ਜਿਹੜੀ ਸੈਟਅਪ ਕੀਤੀ ਗਈ ਸੀ, ਬਾਈ ਦਾ ਵੇ ਇਹ ਕੋਈ ਨਾ ਤਾਂ ਕਾਂਗਰਸ ਪਾਰਟੀ ਦੀ ਤੇ ਨਾ ਆਮ ਆਦਮੀ ਪਾਰਟੀ ਦੀ, ਹਾਈ ਕੋਰਟ ਦੇ ਡਾਇਰੈਕਸ਼ਨ ਤੇ ਬਣੀ ਹੋਈ ਹੈ, ਜਿੱਥੇ ਕਿ ਕੋਈ ਕਿਸੇ ਪਾਰਟੀ ਦਾ ਹੱਕ ਪੂਰੇ ਨਹੀਂ ਸਕਦਾ, ਚਾਹੇ ਵੀ ਜੇ ਪੂਰ ਵੀ ਸਕਦਾ ਹੋਵੇ ਤਾਂ ਆਮ ਆਦਮੀ ਪਾਰਟੀ ਸਾਡਾ ਕਿਉਂ ਪੂਰੇਗੀ? ਕਾਂਗਰਸ ਤੇ ਤਾਂ ਇਹਨਾਂ ਨੇ ਕਹਿੰਦੇ ਅਮਰਿੰਦਰ ਹੋਇਆ, ਫਿਰ ਚੰਨੀ ਨੇ ਕਿਉਂ ਪੂਰਤਾ, ਸਿੱਧੂ ਨੇ ਕਿਉਂ ਪੂਰਤਾ, ਫਿਰ ਸਿੱਧੂ ਨੇ ਕਿਉਂ ਨਾ ਸਾਰਾ ਕੁਝ ਕਰਵਾਇਆ, AGO ਨੇ ਆਪਣੀ ਮਰਜ਼ੀ ਦਾ ਲਵਾਇਆ, DGO ਨੇ ਆਪਣੀ ਮਰਜ਼ੀ ਦਾ ਲਵਾਇਆ, ਬਾਕੀ ਸਾਰਾ ਕੁਝ ਨੇ ਆਪਣੀ ਮਰਜ਼ੀ ਦਾ ਕਰਾਇਆ। ਜੇ ਕੁਝ ਹੁੰਦਾ ਤਾਂ ਤੁਹਾਡੀ ਖਾਲ ਸਾਨੂੰ ਬਖਸ਼ ਦੇ। ਨਹੀਂ ਤੁਸੀਂ ਆਦਿਆਂ ਨੂੰ ਕਲੀਨ ਚਿੱਟ ਕਿਉਂ ਦੇ ਰਹੇ ਹੋ? ਹਾਈ ਤਾਂ ਅਸੀਂ ਕਿਉਂ ਦੇਈਏ? ਹਾਈ ਤਾਂ ਸਰਕਾਰ ਕਹਿੰਦੀ ਬਹੁਤ ਕੁਝ ਹੋਣਾ ਹੈ। ਨਹੀਂ ਕੀ ਹੋਣਾ? ਤੁਹਾਡੀ ਆਪਣੀ SIT ਦੀ ਰਿਪੋਰਟ ਕੀ ਕਹਿ ਰਹੀ ਹੈ? ਕੀ ਕਹਿ ਰਹੀ ਹੈ ਕਿ ਇਹਦੇ ਵਿੱਚ ਕੋਈ ਪੋਲੀਟੀਕਲ ਬੰਦਾ ਇਨਵੋਲਡ ਨਹੀਂ, ਠੀਕ ਹੈ। ਤੁਸੀਂ ਅੱਜ ਤੱਕ ਕਹਿੰਦੇ ਰਹੇ ਹੋ ਬਾਦਲ ਇਨਵੋਲਡ ਨੇ, ਅਕਾਲੀ ਇਨਵੋਲਡ ਨੇ, ਕਹਿੰਦੇ ਰਹੇ ਹੋ ਨਾ। ਦੂਜੀ ਗੱਲ
ਹੁਣ ਕਹਿੰਦੇ ਨਹੀਂ ਜੀ ਇਹ ਤਾਂ ਸਿਰਫ ਇਹ ਦੱਸਿਆ ਕਿ ਇਹਨੇ ਕੀਤਾ, ਹੁਣ ਅਸੀਂ ਦੇਖਾਂ ਕਰਵਾਇਆ ਕਿਨੇ। ਮੈਂ ਅਰਜ਼ ਕਰਾਂ ਜਦੋਂ ਕੋਈ ਇਨਕੁਆਇਰੀ ਹੁੰਦੀ ਹੈ ਨਾ, ਇਹ ਨਹੀਂ ਦੇਖਿਆ ਜਾਂਦਾ ਸਿਰਫ ਵੀ ਕਤਲ ਕੀਤਾ ਕਿਨੇ। ਸਿੱਧੂ ਮੂਸੇਵਾਲਾ ਸਾਹਿਬ ਦਾ ਜਿਹੜਾ ਹੋਇਆ ਉਹ 'ਚ ਸਿਰਫ ਇਹ ਥੋੜ੍ਹੀ ਦੇਖਿਆ ਸ਼ੂਟਰ ਕੌਣ ਨੇ, ਇਹ ਵੀ ਦੇਖਿਆ ਜਾ ਰਿਹਾ ਕਰਵਾਇਆ ਕਿਨੇ। ਜਿਹੜੀ SIT ਦੀ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਦੋਨੋਂ ਪੱਖ ਕਵਰਡ ਹੈ ਕਿ ਕਨਸਪੀਰੇਸੀ ਕੀ ਸੀ, ਕੀਤਾ ਕਿਨੇ, ਕਨਸਪੀਰੇਸੀ ਕਿਹਦੇ ਕਹਿਣ ਤੇ ਹੋਈ, ਸ਼ੈਲਟਰ ਕਿਹਨੇ ਕੀਤਾ, ਸਾਰਾ ਕੁਝ ਉਹ 'ਚ ਕਵਰ ਹੋਇਆ। ਕਿਉਂਕਿ ਹਾਈ ਕੋਰਟ ਦਾ ਮੈਂਡੇਟ ਇਹ ਸੀਗਾ ਕਿ ਸਾਰਾ ਕੁਝ ਦੇਖਣਾ, ਇਹ ਨਹੀਂ ਵੀ ਇਕੱਲੇ ਮੁੰਡੇ ਨੂੰ ਸਜ਼ਾ ਦੇਣੀ ਜਿਹਨੇ ਕੀਤਾ। ਕੌਣ ਬੰਦੇ ਇਨਵੋਲਡ ਆ, ਕਿਹਨੇ ਪਲੈਨਿੰਗ ਕੀਤੀ, ਕਿਹਨੇ ਸਾਜ਼ਿਸ਼ ਕੀਤੀ, ਕਿਹਨੇ ਇਹਨਾਂ ਨੂੰ ਪੈਟਰਨਾਈਜ਼ ਕੀਤਾ, ਉਹ ਸਾਰੀ ਰਿਪੋਰਟ ਹੁਣ ਤੁਹਾਡੇ ਮੁੱਖ ਮੰਤਰੀ ਨੇ ਉਹ ਵੀ ਦੇਣੀ ਤਾਂ ਹਾਈ ਕੋਰਟ ਨੂੰ ਸੀਗੀ। ਵੈਸੇ ਮੈਂ ਪੁੱਛ ਸਕਦਾ ਵੀ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਥੱਲੇ ਰਿਪੋਰਟ ਬਣੀ ਤੇ ਇਹ ਦੇਣ ਚਲੇ ਗਏ ਉਹਨਾਂ ਜਥੇਬੰਦੀਆਂ ਨੂੰ ਜਿਹੜੀਆਂ ਸਾਨੂੰ ਸ਼ੁਰੂ ਤੋਂ ਗਾਲਾਂ ਕੱਢ ਰਹੀਆਂ ਨੇ, ਜਿਹਨਾਂ ਉੱਤੇ ਕਰੋੜਾਂ ਰੁਪਏ ਪੰਥ ਦੇ ਖਾਣ ਦਾ, ਫੋਰਨ ਫੰਡਸ ਨੂੰ ਖਾਣ ਦਾ ਇਲਜ਼ਾਮ ਲੱਗਾ ਹੋਇਆ। ਜਿਹੜੇ ਸਾਨੂੰ BJP ਦੀਆਂ ਤਾਨੇ ਦਿੰਦੇ ਸੀਗੇ ਨਾ, ਉਹ BJP ਦੀ ਸਪੋਰਟ ਨਾਲ ਹਰਿਆਣੇ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਪ੍ਰਧਾਨ ਬਣੇ ਬੈਠੇ ਨੇ, ਔਰ ਉਹ ਕੀ ਕੁਛ ਕਰਦੇ ਰਹੇ ਰਾਤਾਂ ਨੂੰ ਤੁਹਾਨੂੰ ਵੀ ਪਤਾ ਕਿ ਕਿੱਦਾਂ ਚੋਰੀ ਦੀਆਂ ਕਾਰਾਂ ਇਹਨਾਂ ਦੀਆਂ ਮੁੱਖ ਮੰਤਰੀਆਂ ਦੇ ਘਰਾਂ ਜਾਂਦੀਆਂ ਨਹੀਂ, ਪੰਥਕ ਆਗੂਆਂ ਦੀਆਂ। ਤੇ ਫਿਰ ਬਾਅਦ 'ਚ ਕਹਿੰਦੇ ਸੀ ਕਿ ਕਾਰ ਆਪੇ ਹੀ ਚਲੇ ਗਈ, ਜਾਣੀ ਕਿ ਇਦਾਂ ਦੀਆਂ ਕਾਰਾਂ ਵੀ ਇਹਨਾਂ ਕੋਲ ਹੈਗੀਆਂ ਜਿਸ 'ਚ ਬੰਦਾ ਕੋਈ ਨਾ ਬੈਠਾ ਹੋਵੇ, ਜਾਂਦੀਆਂ ਪਰ ਮੁੱਖ ਮੰਤਰੀ ਦੇ ਘਰੇ ਆ, ਜਦ ਕਿ ਬਾਅਦ 'ਚ ਮੰਨਣਾ ਪਿਆ ਸੀਗਾ ਵੀ ਹਾਂ ਅਸੀਂ ਆਪ ਗਏ ਸੀ ਚੋਰੀ ਮਿਲਣ। ਇਹਨਾਂ ਬੰਦਿਆਂ ਨੇ ਹੀ ਸਾਨੂੰ ਬਦਨਾਮ ਕੀਤਾ ਸੀ ਨਾ। ਤੁਸੀਂ ਪੁੱਛਦੇ ਤੁਹਾਡੇ ਕੀ ਕਾਰਨ ਸੀਗਾ, ਆਹ ਕਾਰਨ ਸੀ ਕਿਉਂਕਿ ਇਹਨਾਂ ਨੇ ਐਡਾ ਕੀ ਕਹਿੰਦੇ ਝੂਠ ਦਾ, ਕੁਫਰ ਦਾ ਤੋਲਿਆ ਕਿ ਇਹਨਾਂ ਨੇ ਇੱਕ ਮਾਹੌਲ ਖੜਾ ਕਰਤਾ। ਤੁਸੀਂ ਅੱਜ ਵੀ ਉਸ ਮਾਹੌਲ ਨੂੰ ਪਾਸੇ ਨਹੀਂ ਕਰ ਪਾ ਰਹੇ। ਕਿਉਂ ਨਹੀਂ ਕਰ ਪਾਏ? ਸਾਡੇ ਹੱਕ 'ਚ ਦੇਖੋ ਫਤਵਾ ਸਾਡੀ ਉਸ ਪਾਰਟੀ ਦੇ ਰਾਜ ਦੇ ਦੌਰਾਨ ਆ ਰਿਹਾ ਜਿਹੜੀ ਕਿ ਸੌਂਦੇ ਉੱਠਦੇ ਜੋ ਵੀ ਕਰਦੇ ਆ ਉਹਨਾਂ ਨੂੰ ਅਕਾਲੀ ਮਾੜੇ ਫਿਰਨ ਲੱਗਦਾ। ਉਹ ਲੋਕੀ ਅਕਾਲੀਆਂ ਨੂੰ ਨਹੀਂ ਇੱਦਾਂ ਬਾਦਲ ਮਾੜੇ। ਫਿਰ ਤੁਸੀਂ ਜੇ ਇੱਦਾਂ ਹੀ ਸੀਗਾ ਤਾਂ ਤੁਹਾਡੀ ਸਰਕਾਰ, ਤੁਹਾਡੀ ਪੁਲਿਸ, ਤੁਹਾਡਾ AG, ਤੁਹਾਡਾ DGP, ਤੁਹਾਡੀ SIT, ਤਾਂ ਫਿਰ ਅਕਾਲੀਆਂ ਨੂੰ ਫੜ ਕਿਉਂ ਨਹੀਂ ਲਈ? ਤਾਂ ਉਹ ਤੁਹਾਡੀ ਉਹ ਫੜਨ ਨੂੰ ਛੱਡੋ, ਤੁਸੀਂ ਤਾਂ ਕਲੀਨ ਚਿੱਟ ਅਸੀਂ ਥੋੜ੍ਹੇ ਦਿੱਤੀ ਹੈ। ਅਸੀਂ ਕੌਣ ਹੁੰਦੇ ਕਲੀਨ ਚਿੱਟ ਦੇਣ ਵਾਲੇ ਜਾਂ ਡਰਟੀ ਚਿੱਟ ਦੇਣ ਵਾਲੇ? ਹਾਈ ਕੋਰਟ ਵੱਲੋਂ ਦੇ ਆਰਡਰਸ ਨਾਲ ਬਣੀ ਹੋਈ SIT ਜਿਹੜੀ ਕਿ ਕਾਂਗਰਸ ਦੌਰਾਨ ਵੀ ਕੰਮ ਕੀਤਾ ਜਿਹਨੇ ਔਰ ਇਹਨਾਂ ਦੇ ਦੌਰਾਨ ਵੀ ਕੀਤਾ, ਉਸ SIT ਨੇ ਰਿਪੋਰਟ ਜਿਹਨੂੰ ਕਿ ਮੁੱਖ ਮੰਤਰੀ ਨੇ ਐਕਸੈਪਟ ਕਰ ਲਿਆ, ਮੰਨ ਲਿਆ ਵੀ ਹਾਂ ਰਿਪੋਰਟ ਠੀਕ ਹੈ, ਉਸ ਰਿਪੋਰਟ ਨੇ ਸਿੱਧ ਕਰਤਾ ਕਿ ਜੋ ਅੱਜ ਤੱਕ ਕੁਫਰ ਤੋਲਦੇ ਰਹੇ। ਮੇਰੀ ਗੱਲ ਸੁਣੋ ਕਮਲਪ੍ਰੀਤ ਸਿੰਘ ਜੀ, ਮੈਂ ਕਹਿੰਦਾ ਸਾਡੇ ਨਾਲ ਜੋ ਕਰਨਾ ਸੀ ਕੀਤਾ, ਉਹਦੀ ਕੋਈ ਗੱਲ ਨਹੀਂ, ਉਹ ਅਸੀਂ ਦੇਖਾਂਗੇ। ਲੇਕਿਨ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇਹਨਾਂ ਨੇ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ, ਉਹਦੇ ਨਾਂ ਤੇ ਜੋ ਕੁਫਰ ਤੋਲੇ, ਤੂਫਾਨ ਤੋਲੇ, ਝੂਠ ਬੋਲੇ, ਜੋ ਬੇਅਦਬੀ ਉਹ ਆ, ਇਹਨਾਂ ਨੂੰ ਬਣਦਾ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਜਨਤਕ ਤੌਰ ਤੇ, ਸਮੂਹਕ ਤੌਰ ਤੇ ਪੰਥ ਦੇ ਸਾਹਮਣੇ, ਪੰਜਾਬੀਆਂ ਦੇ ਸਾਹਮਣੇ ਮਾਫੀ ਮੰਗਣ, ਕਿਉਂਕਿ ਇਹਨਾਂ ਨੇ ਖੁਦ ਮੰਨ ਲਿਆ ਵੀ ਅਸੀਂ ਝੂਠ ਬੋਲਦੇ ਰਹੇ ਹਾਂ। ਉਹ ਤਾਂ ਕਹਿੰਦੇ ਤੁਸੀਂ ਮਾਫੀ ਮੰਗੋ ਕਿ ਤੁਹਾਡੇ ਰਾਜ ਵਿੱਚ ਬੇਅਦਬੀ ਹੋਈ ਹੈ। ਤੁਸੀਂ ਇੱਕ ਮਿੰਟ ਦੱਸੋ, ਮੈਂ ਉਹ ਕੀ ਕਹਿੰਦੇ, ਮੈਂ ਕੀ ਕਹਿੰਦੇ, ਇਹਨੂੰ ਛੱਡੋ। ਤੁਸੀਂ ਕੀ ਕਹਿੰਦੇ ਹੋ? SIT ਰਿਪੋਰਟ ਉਹਨਾਂ ਦੇ ਟਾਈਮ ਤੇ ਆਈ ਹੈ, ਉਹਨਾਂ ਦੀ ਸਰਕਾਰ ਦੀ SIT ਰਿਪੋਰਟ ਹੈ, ਉਹਨਾਂ ਦਾ ਮੁੱਖ ਮੰਤਰੀ ਉਹਨੂੰ ਐਕਸੈਪਟ ਕਰ ਰਿਹਾ, ਉਹਨਾਂ ਦਾ ਮੁੱਖ ਮੰਤਰੀ ਸਾਡੇ ਵਿਰੋਧੀਆਂ ਨੂੰ ਪੇਸ਼ ਕਰ ਰਿਹਾ, ਹਾਈ ਕੋਰਟ ਨੂੰ ਨਹੀਂ ਸਬਮਿਟ ਕਰ ਰਿਹਾ। ਤੁਸੀਂ ਕੀ ਕਹਿੰਦੇ ਹੋ? ਚਲੋ ਉਹ ਕੀ ਕਹਿੰਦੇ ਉਹਨੂੰ ਛੱਡੋ, ਮੈਂ ਵੀ ਕਹਿੰਦਾ ਵੀ ਛੱਡੋ। ਤੁਸੀਂ ਕੀ ਕਹਿੰਦੇ ਹੋ ਵੀ ਸਾਬਤ ਹੋਇਆ ਕਿ ਨਹੀਂ ਹੋਇਆ ਕੁਝ? ਤੁਸੀਂ ਦਰਬਾਰ ਸਾਹਿਬ ਕਿਉਂ ਗਏ? ਨਹੀਂ, ਮੈਂ ਤੁਹਾਨੂੰ ਇਹ ਪੁੱਛ ਰਿਹਾ, ਮੈਂ ਹੀ ਸਵਾਲ ਕਰ ਰਿਹਾ। ਉਹ ਤਾਂ ਕਹਿੰਦੇ ਤੁਸੀਂ ਮਾਫੀ ਮੰਗੋ ਨਾ। ਪਹਿਲਾਂ ਤੁਸੀਂ ਇਸ ਗੱਲ ਦਾ ਮੈਨੂੰ ਦੱਸੋ ਤੁਹਾਡਾ ਜਵਾਬ ਕੀ ਹੈ? ਦੇਖੋ ਤੁਸੀਂ ਮੈਨੂੰ ਸਵਾਲ ਕਰ ਰਹੇ ਹੋ, ਮੈਂ ਤਾਂ ਸਿਰਫ ਇੱਕ ਸਵਾਲ ਕਰ ਰਿਹਾ, ਤੁਹਾਡੀ ਰਾਏ ਕੀ ਹੈ ਵੀ ਜੇ ਇਹਨਾਂ ਦੀ ਸਰਕਾਰ ਦੇ ਦੌਰਾਨ SIT ਸਿੱਧ ਕਰ ਰਹੀ ਹੈ ਕਿ ਇਹ ਜੋ ਅਸੀਂ ਅੱਜ ਤੱਕ ਝੂਠ ਬੋਲਦੇ ਰਹੇ, ਕੁਫਰ ਬੋਲਦੇ ਰਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਂ ਤੇ, ਉਹ ਝੂਠ ਸੀ, ਕੁਫਰ ਸੀ, ਇਹਨਾਂ ਦੀ ਆਪਣੀ ਰਿਪੋਰਟ ਕਹਿ ਰਹੀ ਹੈ ਔਰ ਇਹਨਾਂ ਦਾ ਮੁੱਖ ਮੰਤਰੀ ਕਹਿ ਰਿਹਾ ਉਹਨੂੰ ਰਿਪੋਰਟ ਸਹੀ ਹੈ ਔਰ ਸਬਮਿਟ ਕਰ ਰਿਹਾ। 48 ਨੰਬਰ ਪੰਨੇ ਤੇ ਤੁਹਾਡਾ ਨਾਮ ਹੈਗਾ ਜਾਂ ਨਹੀਂ ਹੈਗਾ? ਕਿਤੇ ਵੀ ਸਾਡਾ ਦੋਸ਼ੀ ਦੇ ਤੌਰ ਤੇ ਨਾ ਹੋਵੇ, ਮੈਂ ਪੂਰੇ ਦੇ ਪੂਰਾ ਪ੍ਰੋਗਰਾਮ ਦੁਆਰਾ ਸਿਰਫ ਉਸ ਰਿਪੋਰਟ ਤੇ ਕਰਨ ਨੂੰ ਤਿਆਰ। ਚਲੋ ਮੇਰੇ ਕੋਲ ਵਕਤ ਨਹੀਂ ਹੈ। ਬਹੁਤ ਧੰਨਵਾਦ ਮਿਸਟਰ ਬੈਂਸ ਨਾਲ ਬਹੁਤ ਸਵਾਲ ਜਵਾਬ ਹੋਰ ਵੀ ਕਰਨੇ ਬਣਦੇ ਕਿਉਂਕਿ ਮਿਸਟਰ ਬੈਂਸ ਬਹੁਤ ਸਾਲ ਬਾਦਲਾਂ ਦੇ ਨੇੜੇ ਰਹੇ ਆ, ਅੱਜ ਵੀ ਨੇੜੇ ਹੈ, ਸ਼੍ਰੋਮਣੀ ਅਕਾਲੀ ਦਲ ਨੂੰ ਚੰਗੀ ਤਰ੍ਹਾਂ ਸਮਝਦੇ ਆ, ਬਹੁਤ ਸਵਾਲਾਂ ਦੇ ਜਵਾਬ ਇਹ ਦੇ ਸਕਦੇ ਆ, ਬਹੁਤ ਸਵਾਲਾਂ ਦੇ ਜਵਾਬ ਇਹ ਦੇਣਾ ਵੀ ਨਹੀਂ ਚਾਹੁੰਦੇ ਕਿ, ਪਰ ਜਿਹੜੀ ਗੱਲ ਇਹ ਵਾਰ-ਵਾਰ ਕਹਿ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਸਰਵਾਈਵ ਕਰੂਗਾ, ਵਾਪਸ ਆਊਗਾ। ਕਿਸੇ ਸਵਾਲ ਦਾ ਜਵਾਬ ਦੇਣ ਦਾ ਨਾ ਨਹੀਂ ਕੀਤੀ। ਚਲੋ ਇਹ ਫਿਰ ਕਹਿ ਰਹੇ ਆ ਵੀ ਮੈਂ ਨਾ ਨਹੀਂ ਕੀਤੀ ਕਿ ਮੈਂ ਫਿਰ ਸੱਦ ਲੂੰਗਾ ਤੁਹਾਨੂੰ। ਤੁਸੀਂ ਹੁਣ ਪੁੱਛ ਲਓ, ਮੈਂ ਫਿਰ ਸੱਦ ਲੂੰਗਾ, ਜੋ ਮਰਜ਼ੀ ਸਵਾਲ ਪੁੱਛ ਲਓ, ਮੈਂ ਨਾ ਜਵਾਬ ਦੇਵਾਂ ਤਾਂ ਗੱਲ ਕਰਿਓ। ਚਲੋ ਵਕਤ ਬਹੁਤ ਹੋ ਗਿਆ, ਕਹਿੰਦੇ ਮੈਂ ਫਿਰ ਸਵਾਲਾਂ ਦੇ ਜਵਾਬ ਦੇ ਦੂੰਗਾ। ਨਹੀਂ, ਮੈਂ ਤਾਂ ਅੱਜ ਦੇਣ ਨੂੰ ਤਿਆਰ ਹਾਂ, ਮੈਂ ਮਨਾ ਨਹੀਂ ਕਰਦਾਗਾ, ਪਰ ਵਕਤ ਇਜਾਜ਼ਤ ਨਹੀਂ ਦੇ ਰਿਹਾਗਾ। ਪਰ ਸ਼੍ਰੋਮਣੀ ਅਕਾਲੀ ਦਲ ਦਾ ਵਕਤ ਕਿਉਂ ਖਰਾਬ ਚੱਲ ਰਿਹਾ, ਇਹ ਸਵਾਲ ਅਸੀਂ ਇਹਨਾਂ ਨੂੰ ਬਹੁਤ ਸਾਰੇ ਕੀਤੇ ਆ ਤੇ ਹੋਰ ਸਵਾਲ ਵੀ ਕਰਨੇ ਬਣਦੇ ਆ। ਪਰ ਸ਼੍ਰੋਮਣੀ ਅਕਾਲੀ ਦਲ ਬਾਰੇ ਆਮ ਲੋਕਾਂ 'ਚ ਧਾਰਨਾ ਇਹ ਹੈ ਕਿ ਜੇ ਰੀਜਨਲ ਫੋਰਸਸ ਨੂੰ ਜਿੰਦਾ ਰੱਖਣਾ, ਜੇ ਸੰਘੀ ਢਾਂਚੇ ਦੀ ਗੱਲ ਹੋਣੀ ਆ, ਹਾਲਾਂਕਿ ਹੁਣ ਪੰਜਾਬ ਦੇ ਹੱਕ ਹਕੂਕ ਦੀ ਗੱਲ ਸ਼੍ਰੋਮਣੀ ਅਕਾਲੀ ਦਲ ਉਸ ਪੱਧਰ ਤੇ ਜਾ ਕੇ ਨਹੀਂ ਕਰਦਾ ਪਿਆ ਜਿਹੜੀ ਪਹਿਲਾਂ ਕਰਦਾ ਸੀਗਾ। ਇਹ ਸਵਾਲ ਇਹਨਾਂ ਤੇ ਹੈਗਾ, ਇਹ ਸਵਾਲ ਦਾ ਜਵਾਬ ਲਵਾਂਗੇ ਜ਼ਰੂਰ, ਪਰ ਅੱਜ ਲਈ ਨਹੀਂ। ਧੰਨਵਾਦ।